power of the people, by the people and for the people। ਲੋਕਾਂ ਦਾ ਲੋਕਾਂ ਦੁਆਰਾ ਲੋਕਾਂ ਦਾ ਆਪਣਾ ਰਾਜ ਕਿਹਾ ਜਾਂਦਾ ਹੈ ਲੋਕਤੰਤਰ, ਜਿਸ ਵਿੱਚ ਸਭ ਤੋਂ ਵੱਡੀ ਤਾਕਤ ਲੋਕ ਮੰਨੇ ਜਾਂਦੇ ਹਨ। ਲੋਕ ਵੋਟਾਂ ਪਾ ਕੇ ਕਿਸੇ ਨੂੰ ਅਰਸ਼ ਤੇ ਨਾ ਪਾ ਕੇ ਕਿਸੇ ਨੂੰ ਫਰਸ਼ ਤੇ ਲਿਆਉਣ ਦੀ ਤਾਕਤ ਰੱਖਦੇ ਹਨ। ਕਿਸੇ ਵੀ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਲੋਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਵਿਸ਼ਾ ਬੇਸ਼ੱਕ ਸਿਆਸੀ, ਗੈਰ ਸਿਆਸੀ, ਸਮਾਜਿਕ, ਧਾਰਮਿਕ ਜਾਂ ਆਰਥਿਕ ਹੋਵੇ, ਲੋਕਾਂ ਦੇ ਮਨ ਦੀ ਗੱਲ ਸਿੱਧੀ ਲੋਕਾਂ ਦੁਆਰਾ ਜਾਣਨ ਲਈ ਟੀਵੀ ਨਜ਼ਰੀਆ ਵੱਲੋਂ ਪੇਸ਼ ਹੈ ਪ੍ਰੋਗਰਾਮ ਲੋਕ ਨਜ਼ਰੀਆ। ਲੋਕ ਨਜ਼ਰੀਆ ਪ੍ਰੋਗਰਾਮ ਦੇਖ ਰਹੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਲੋਕ ਨਜ਼ਰੀਆ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ। ਅੱਜ ਜਿਹੜਾ ਸਾਡਾ ਪ੍ਰੋਗਰਾਮ ਦਾ ਵਿਸ਼ਾ ਉਹ ਹੋਊਗਾ ਹਿੰਦੂਤਵ, ਜਿਹੜਾ ਮਰਾਠਾ ਹਿੰਦੂਤਵ ਸੀਗਾ ਤੇ ਅਜੋਕਾ ਹਿੰਦੂਤਵ। ਤੇ ਇਸ ਤੇ ਜਿਹੜਾ ਇਤਿਹਾਸਕ ਪੱਖ ਤੋਂ ਸਾਡੇ ਨਾਲ ਚਾਨਣਾ ਪਾਉਣਗੇ ਸਾਡੇ ਬਹੁਤ ਹੀ ਅਜ਼ੀਜ਼ ਪ੍ਰੋਫੈਸਰ ਦਵਿੰਦਰ ਜੀ। ਅਸੀਂ ਸਾਰਿਆਂ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਭ ਨੂੰ। ਹਾਂਜੀ ਪ੍ਰੋਫੈਸਰ ਸਾਹਿਬ, ਅੱਜ ਜਿਹੜਾ ਜਿਵੇਂ ਮੈਂ ਆਪਣੇ ਦਰਸ਼ਕਾਂ ਨੂੰ ਵਿਸ਼ਾ ਦੱਸ ਹੀ ਦਿੱਤਾ ਕਿ ਅੱਜ ਅਸੀਂ ਜਿਵੇਂ ਪੂਰੇ ਭਾਰਤ ਵਿੱਚ ਕਹਿ ਲਓ, ਸਿਆਸੀ ਗਲਿਆਰਿਆਂ ਵਿੱਚ ਕਹਿ ਲਓ, ਆਮ ਲੋਕਾਂ ਦੇ ਵਿੱਚ ਕਹਿ ਲਓ, ਇਹ ਗੱਲ ਬੜੀ ਜ਼ੋਰ ਸ਼ੋਰ ਨਾਲ ਪ੍ਰਚਾਰੀ ਜਾ ਰਹੀ ਆ। ਇਹਦੇ ਵਿੱਚ ਕਿੰਨੀ ਸੱਚਾਈ ਹੈ, ਇੱਕ ਤਾਂ ਤੁਸੀਂ ਇਹ ਚੀਜ਼ ਦੱਸਣੀ ਹੈ, ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਹੈ, ਕਿਉਂਕਿ ਆਮ ਕਰਕੇ ਇਹ ਗੱਲ ਕਹੀ ਜਾ ਰਹੀ ਆ ਕਿ 2024 ਜਾਂ 25 ਤੱਕ ਜਿਹੜੀ ਭਾਜਪਾ ਜਾਂ RSS, ਸਿੱਧੇ ਤੌਰ ਤੇ ਕਹਾਂ ਤਾਂ RSS ਭਾਜਪਾ ਦੇ ਥਰੂ ਭਾਰਤ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰਨ ਜਾ ਰਹੀ ਹੈ। ਹਿੰਦੂ ਰਾਸ਼ਟਰ, ਇਹ ਹਿੰਦੂ ਰਾਸ਼ਟਰ ਆ ਜਿਹੜਾ ਉਹ ਕਿਹੜਾ ਹਿੰਦੂ ਰਾਸ਼ਟਰ ਹੋਊਗਾ? ਇੱਕ ਜਿਹੜਾ 1847, ਜੇਕਰ ਮੈਂ ਗਲਤ ਨਾ ਹੋਵਾਂ, 1647 ਦੇ ਵਿੱਚ ਜਿਹੜੀ ਸ਼ਿਵਾਜੀ ਮਹਾਰਾਜ, ਜਿਹੜੇ ਮਰਾਠਿਆਂ ਦੇ ਸਰਦਾਰ ਕਹੇ ਜਾਂਦੇ ਸੀਗੇ, ਜਿਨ੍ਹਾਂ ਨੇ ਮਰਾਠਾ ਵੰਸ਼ ਦੀ ਨੀਂਹ ਰੱਖੀ ਸੀਗੀ, ਇੱਕ ਉਹਨਾਂ ਨੇ ਵੀ ਹਿੰਦੂਤਵ ਦਾ ਜਿਹੜਾ ਏਜੰਡਾ ਚਲਾਇਆ ਸੀਗਾ। ਉਹਨਾਂ ਨੇ ਵੀ ਜਿਹਦੇ ਵਿੱਚ ਮਰਾਠੀ, ਹਿੰਦੀ ਭਾਸ਼ਾ, ਹਿੰਦੁਸਤਾਨ ਦੇ ਲੋਕਾਂ ਨੂੰ ਸ਼ਾਮਲ ਕੀਤਾ ਸੀ। ਇੱਕ ਤਾਂ ਹੈਗਾ ਉਹ ਹਿੰਦੂਤਵ, ਤੇ ਜਿਹੜਾ ਅਜੋਕਾ ਹਿੰਦੂਤਵ ਆ ਜਿਹਦੀ ਗੱਲ ਚੱਲ ਰਹੀ ਆ, ਇਹਦੇ ਤੇ ਉਹਦੇ ਵਿੱਚ ਕੀ ਫਰਕ ਹੈ? ਤੇ ਸਾਰਿਆਂ ਤੋਂ ਜਿਹੜਾ ਮੇਰਾ ਪਹਿਲਾ ਸਵਾਲ ਹੈ ਤੁਹਾਨੂੰ, ਕਿਉਂਕਿ ਆਮ ਕਰਕੇ ਪ੍ਰਚਾਰਿਆ ਜਾ ਰਿਹਾ ਵੀ ਅੰਗਰੇਜ਼ ਭਾਰਤ ਦੇ ਲੋਕਾਂ ਨੂੰ ਫੁੱਟ ਪਾਉਣ ਲਈ ਉਹਨਾਂ ਨੇ ਕਰੀਬ 1920 ਦੇ ਵਿੱਚ ਮੁਸਲਿਮ ਲੀਗ, ਸਿੱਖ ਲੀਗ, ਜਿਹਨੂੰ ਆਪਾਂ ਸਿੱਖਾਂ ਦੀ ਸ਼੍ਰੋਮਣੀ ਅਕਾਲੀ ਦਲ ਕਹਿ ਦਿੰਦੇ ਆ, ਵੀ ਹੋਂਦ ਚ ਆਇਆ ਸੀਗਾ। ਤੇ ਉਸੇ ਤਰ੍ਹਾਂ ਕਹਿੰਦੇ ਹਿੰਦੂਆਂ ਦੀ ਪਾਰਟੀ, ਉਹਨਾਂ ਨੇ RSS ਨੂੰ ਹੋਂਦ ਦੇ ਵਿੱਚ ਲਿਆਂਦਾ ਸੀਗੀਆਂ, ਤੇ ਤਿੰਨੇ ਪੈਰਲਲ ਕੰਮ ਕਰਦੀਆਂ ਸੀ। ਉਹਨਾਂ ਦਾ ਏਜੰਡਾ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ, ਇਹਨਾਂ ਨੂੰ ਵੰਡ ਕੇ ਰੱਖਣਾ। ਤੇ ਅੱਜ 100 ਸਾਲਾਂ ਬਾਅਦ ਆਪਾਂ ਇਤਿਹਾਸ ਦੇਖਦੇ ਹਾਂ। ਅੱਜ RSS ਆ ਜਿਹੜੀ ਉਹ ਦੇਸ਼ ਦੀ ਸਰਮੌਰ ਤਾਕਤ ਬਣ ਚੁੱਕੀ ਆ। ਜੇਕਰ ਮੁਸਲਿਮ ਲੀਗ ਜਾਂ ਸਿੱਖਾਂ ਦੀ ਗੱਲ ਕਰ ਲਈਏ, ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਉਹ ਸਿਰਫ ਕੁਝ ਇਲਾਕਿਆਂ ਤੱਕ ਹੀ ਸੀਮਿਤ ਰਹਿ ਗਈ ਆ। ਉਹ ਆਪਣੇ ਜਿਹੜਾ ਭਾਸ਼ਾ ਦੇ ਆਧਾਰ ਤੇ ਇਲਾਕੇ ਆ, ਉਹਨਾਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਉਹ ਪਾਵਰ ਹੈ, ਉਹ ਸਾਰੇ ਆਪਾਂ ਜਾਣਦੇ ਹਾਂ ਸੀਮਿਤ ਹੋ ਗਈ ਆ, ਜਾਂ ਲੋਕ ਵੀ ਉਹਨਾਂ ਵੱਲੋਂ ਹੁਣ ਨਕਾਰੇ ਜਾ ਚੁੱਕੇ ਆ। ਤਾਂ ਜਿਸ ਹਿਸਾਬ ਨਾਲ ਭਾਜਪਾ ਕੋਲ ਤਾਕਤ ਹੈ, ਕੀ ਉਹ ਵਾਕਈ ਜਿਹੜੀ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਹੋ ਰਹੀ ਹੈ, ਇਹ ਹੋ ਰਹੀ ਹੈ? ਜੇ ਹੋ ਰਹੀ ਆ ਤਾਂ ਫਿਰ ਉਹ ਹਿੰਦੂ ਰਾਸ਼ਟਰ ਦਾ ਜਿਹੜਾ ਦਿੱਖ ਹੋਊਗੀ ਉਹ ਕਿਹੋ ਜਿਹੀ ਹੋਊਗੀ? ਕੀ ਉਹ ਜਿਹੜੀ ਸ਼ਿਵਾਜੀ ਮਹਾਰਾਜ ਦੀ ਹਿੰਦੂਤਵ ਦਾ ਜਿਹੜਾ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਸੀ, ਕਿ ਉਹੀ ਜਿਹੜਾ ਸੁਪਨਾ ਸੀ ਹਿੰਦੂਤਵ ਦਾ ਉਹੀ ਹੋਊਗਾ, ਜਾਂ ਇਹ ਅਜੋਕੇ ਦੇ ਉਸ ਮਰਾਠਾ ਹਿੰਦੂਤਵ ਦੇ ਵਿੱਚ ਕੋਈ ਫਰਕ ਆ ਜੀ? ਹਾਂਜੀ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਦਾ ਆਪਣਾ ਮੀਡੀਆ, ਖਾਸ ਕਰਕੇ ਟੀਵੀ ਆਇਆ, ਉਸ ਤੋਂ ਬਾਅਦ ਸੈੱਲ ਫੋਨ ਆ ਗਏ, ਤੇ ਸੋਸ਼ਲ ਮੀਡੀਆ, WhatsApp ਆ ਗਿਆ, Facebook ਆ ਗਿਆ, ਹੋਰ ਬਹੁਤ ਸਾਰੇ ਟਵਿੱਟਰ ਵਗੈਰਾ ਹੋਰ ਟ੍ਰੈਂਡ ਬੜੇ ਆ ਗਏ। ਤੋ ਉਸ ਦੇ ਨਾਲ ਆਮ ਪਬਲਿਕ ਦੀ ਪਹੁੰਚ ਹੋ ਗਈ ਪਬਲਿਕ ਓਪੀਨੀਅਨ ਮੇਕਿੰਗ ਤੇ, ਇੱਕ ਦੂਜੇ ਨਾਲ ਆਪਣੇ ਵਿਚਾਰ ਸੰਚਾਰ ਕਰਨ ਤੇ। ਇਹਦੇ ਨਾਲ ਇੱਕ ਪ੍ਰੋਬਲਮ ਐਸੀ ਆਈ ਕਿ
ਬਹੁਤ ਸਾਰੇ ਆਮ ਕਰਕੇ ਸਧਾਰਨ ਤੌਰ ਤੇ ਤਾਂ ਕੱਚੇ ਹੀ ਵਿਚਾਰ ਹੁੰਦੇ ਆ ਲੋਕਾਂ ਦੇ, ਯਾਨੀ ਕੋਈ ਸਪੈਸ਼ਲਿਸਟ ਹੋਵੇ ਨਾ ਕਿਸੇ ਸਬਜੈਕਟ ਦਾ ਤੇ ਉਹਦੇ ਵਿਚਾਰ ਆਉਣ ਤੇ ਲੋਕ ਉਹਦੇ ਵਿਚਾਰਾਂ ਨੂੰ ਫਾਲੋ ਕਰਨ, ਉਹ ਤਾਂ ਸੰਭਵ ਨਹੀਂ ਹੈ। ਇੱਥੇ ਤਾਂ ਹਰ ਬੰਦਾ ਆਪਣੇ ਵਿਚਾਰਾਂ ਨੂੰ ਬੜੇ ਦਾਅਵੇ ਨਾਲ ਪੇਸ਼ ਕਰਦਾ ਤੇ ਉਸਦੇ ਕਰਕੇ ਫਿਰ ਭਰਮ ਫੈਲ ਜਾਂਦੇ ਆ। ਆਓ ਆਪਾਂ ਸ਼ੁਰੂ ਕਰੀਏ ਤੇ ਵਿੱਚੋਂ ਜੋ ਕੱਚੀਆਂ ਗੱਲਾਂ ਲੋਕਾਂ 'ਚ ਫੈਲੀਆਂ ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਅਸਲੀ ਸ਼ੀਸ਼ਾ ਦਿਖਾਈਏ। ਹੋ ਸਕਦਾ ਅਸੀਂ ਵੀ ਕਿਤੇ ਗਲਤੀ ਕਰ ਜਾਈਏ, ਪਰ ਕੋਸ਼ਿਸ਼ ਕਰਦੇ ਹਾਂ ਕਿ ਬਿਲਕੁਲ ਸਟੀਕ ਗੱਲ ਕੀਤੀ ਜਾਵੇ। ਜੀ ਹਾਂਜੀ, ਸੇਵਾਜੀ ਮਰਾਠਾ ਜੀ ਇਹ ਸ਼ੂਦਰ ਜਾਤੀ, ਸ਼ੂਦਰ ਵਰਨ ਤੇ ਇਹਨਾਂ ਦਾ ਗੋਤਰ ਸੀ ਭੌਂਸਲੇ, ਉਹਨੂੰ ਬਿਲੋਂਗ ਕਰਦੇ ਸੀ। ਜੀ ਬਿਲਕੁਲ। ਤੋ ਪਹਿਲੀ ਤਾਂ ਗੱਲ ਇਹ ਹੈ ਕਿ ਵਰਨ ਆਸ਼ਰਮ ਧਰਮ ਦੇ ਅਨੁਸਾਰ ਸ਼ੂਦਰ ਨੂੰ ਨਾ ਧਨ ਦਾ ਅਧਿਕਾਰ ਆ, ਨਾ ਰਾਜ ਸ਼ਕਤੀ ਦਾ ਅਧਿਕਾਰ ਆ, ਨਾ ਜਾਇਦਾਦ ਦਾ ਅਧਿਕਾਰ ਆ। ਠੀਕ ਹੈ ਜੀ। ਤੋ ਇਸ ਕਰਕੇ ਹਿੰਦੂਤਵ ਜਿਹੜਾ ਹੈ ਉਹ ਸਵਰਨ ਜਾਤੀ ਅਧਿਕਾਰ ਨੂੰ ਮੰਨਦਾ ਹੈ, ਸ਼ੂਦਰ ਦੇ ਅਧਿਕਾਰ ਨੂੰ ਨਹੀਂ ਮੰਨਦਾ, ਅਤੇ ਅਛੂਤ ਨੂੰ ਤਾਂ ਬੰਦਾ ਹੀ ਨਹੀਂ ਮੰਨਦਾ, ਕਿਉਂਕਿ ਅਛੂਤਾਂ ਨੂੰ ਅਵਰਨ ਕਿਹਾ ਜਾਂਦਾ। ਠੀਕ ਹੈ ਜੀ। ਅੱਛਾ, ਹੁਣ ਆਪਾਂ ਦੇਖੀਏ ਕਿ ਸ਼ਿਵਾਜੀ ਮਰਾਠਾ ਦਾ ਜਿਹੜਾ ਨਿਸ਼ਾਨਾ ਸੀ ਉਹ ਕੀ ਸੀ। ਸ਼ਿਵਾਜੀ ਮਰਾਠਾ ਦਾ ਨਿਸ਼ਾਨਾ ਹਿੰਦੂਤਵ ਨਹੀਂ ਸੀਗਾ, ਹਿੰਦੂਤਵਾ ਨਹੀਂ ਸੀ। ਹਿੰਦੂਤਵਾ ਦਾ ਤਾਂ ਆਹ ਪਿੱਛੇ ਜਿਹਾ ਜਦੋਂ ਵਾਜਪਾਈ ਦੀ ਸਰਕਾਰ ਆਈ ਹੈ ਉਦੋਂ ਨੇੜੇ ਤੇੜੇ ਇਹ ਸ਼ਬਦ ਫੈਲਣਾ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਹੈ ਹੀ ਨਹੀਂ ਸੀ। ਜਨਸੰਘ ਵੇਲੇ, ਇਹ ਤਾਂ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਰੂਪ ਜਨਸੰਘ ਹੈ। ਜਨਸੰਘ ਵੇਲੇ ਵੀ ਇਹ ਹਿੰਦੂਤਵਾ ਸ਼ਬਦ ਹੈ ਜਿਹੜਾ ਇਹ ਰਾਜਨੀਤਿਕ ਸ਼ਬਦਾਵਲੀ ਵਿੱਚ ਪ੍ਰਗਟ ਨਹੀਂ ਸੀ ਹੋਇਆ। ਤੋ ਹੁਣ ਸਵਾਲ ਇਹ ਹੈ ਕਿ ਸ਼ਿਵਾਜੀ ਮਰਾਠਾ ਦੀ ਕੀ ਪਾਲਿਸੀ ਸੀ। ਉਹਦੀ ਪਾਲਿਸੀ ਸੀ ਹਿੰਦੂ ਪਦ ਪਾਤਸ਼ਾਹੀ, ਹਿੰਦੂ ਪਦ ਪਾਤਸ਼ਾਹੀ ਇਹ ਸ਼ਬਦ ਹੈ। ਹੁਣ ਇਹ ਸ਼ਬਦ ਨੂੰ ਸਮਝਣ ਦੀ ਜਿਹੜੀ ਹੈ ਇਤਿਹਾਸਕ ਤੌਰ ਤੇ ਜ਼ਰੂਰਤ ਹੈ। ਇਹ ਏਦਾਂ ਸਮਝ ਆਉਣਾ ਹੈ ਕਿ ਤੁਰਕਾਂ ਨੇ ਜਦੋਂ ਇੰਡੀਆ ਤੇ ਕਬਜ਼ਾ ਕੀਤਾ, ਵਿੱਚ ਅਫਗਾਨ ਵੀ ਆਉਂਦੇ ਰਹੇ ਪਰ ਮੋਸਟਲੀ ਤੁਰਕ ਕਾਬਜ ਰਹੇ, ਤੇ ਤੁਰਕਾਂ ਦੀ ਜਿਹੜੀ ਅਖੀਰਲੀ ਵੰਸ਼ ਸੀਗਾ ਉਹ ਸੀ ਮੁਗਲ ਵੰਸ਼, ਜਿਹੜਾ ਕਿ ਮੰਗੋਲਾਂ ਵੱਲੋਂ ਆਉਂਦਾ ਹੈ। ਮੰਗੋਲਾਂ ਅਤੇ ਤੁਰਕਾਂ ਦਾ ਇਹ ਮਿਕਸਡ ਬਲੱਡ ਹੈ। ਤੋ ਇਹ ਮੁਗਲ ਤੁਰਕ ਹੈ ਜਿਹੜੇ, ਇਹਨਾਂ ਦੀ ਜਿਹੜੀ ਸ਼ਾਖਾ, ਇਹਨਾਂ ਨੂੰ ਚਗਤਾਈ ਤੁਰਕ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਕਿ ਸਾਡੇ ਰਤਨ ਸਿੰਘ ਭੰਗੂ ਚੁਗੱਤਾ ਕਹਿੰਦੇ ਆ, ਚੁਗੱਤੇ। ਜੀ ਜੀ। ਤੋ ਇਹ ਇਹਨਾਂ, ਤੁਹਾਨੂੰ ਪਤਾ ਹੈ ਕਿ ਇਸਲਾਮ ਦੀ ਜਿਹੜੀ ਪ੍ਰੈਕਟਿਸ ਹੈ ਜ਼ਿੰਦਗੀ ਦੇ ਵਿੱਚ ਉਹ ਸ਼ਰਅ ਰਾਹੀਂ ਕੀਤੀ ਜਾਂਦੀ ਹੈ, ਜਿਹਨੂੰ ਸ਼ਰੀਆ ਕਹਿੰਦੇ ਆ। ਤੋ ਸ਼ਰੀਆ ਕਾਨੂੰਨ ਹੈ, ਜਿਵੇਂ ਬ੍ਰਾਹਮਣਾਂ ਦੇ ਕਾਨੂੰਨ ਜਿਹੜੇ ਹੈ ਉਹ ਸਮ੍ਰਿਤੀ ਆ, ਮਨੂ ਸਮ੍ਰਿਤੀ ਆ, ਯਾਜਨਵਲਕ ਸਮ੍ਰਿਤੀ ਆ, ਅਨੇਕਾਂ ਸਮ੍ਰਿਤੀਆਂ। ਤੋ ਇਸੇ ਤਰ੍ਹਾਂ ਜਿਹੜੀ ਮੁਸਲਮਾਨਾਂ ਦੀ ਸ਼ਰਅ ਹੈ ਇਹ ਵੀ ਅਨੇਕ ਹੈਗੇ ਆ। ਤੋ ਇਹ ਹਦੀਸਾਂ ਵਿੱਚੋਂ ਬਣਿਆ, ਉਹਨੂੰ ਅੰਗਰੇਜ਼ੀ ਚ ਹਦੀਥ ਕਹਿ ਦਿੰਦੇ ਆ। ਹਦੀਸਾਂ ਚੋਂ ਸਾਰੇ ਸ਼ਰੀਆ ਬਣੀ ਆ। ਤੋ ਜਿਵੇਂ ਸਮ੍ਰਿਤੀ ਕਿਤਾਬਾਂ ਚੋਂ ਵਰਨਾਸ਼ਰਮ ਦਾ ਧਰਮ ਅਸੂਲ ਕਾਨੂੰਨ ਬਣੇ ਆ, ਉਸੇ ਤਰ੍ਹਾਂ ਸ਼ਰੀਆ ਵਿੱਚੋਂ ਵੱਖਰੇ ਹਦੀਸਾਂ ਵਿੱਚੋਂ ਸ਼ਰੀਆ ਦੇ ਵੱਖਰੇ ਵੱਖਰੇ ਕਾਨੂੰਨ ਤੇ ਪਰੰਪਰਾਵਾਂ ਬਣੀਆਂ। ਤੋ ਇਸਲਾਮੀ ਸ਼ਰੀਆ ਪਰੰਪਰਾ ਦੇ ਅਨੁਸਾਰ ਜਿਹੜੇ ਮੁਸਲਮਾਨ ਨਹੀਂ ਹੈਗੇ ਉਹ ਹਿੰਦੂ ਆ ਜੀ। ਇੰਡੀਆ ਵਿੱਚ ਜਿਹੜੇ ਮੁਸਲਮਾਨ ਨਹੀਂ ਹੈਗੇ ਉਹ ਹਿੰਦੂ ਆ। ਤੋ ਜਿਹੜੇ ਮੁਸਲਮਾਨਾਂ ਨੂੰ ਖਾਸ ਹਕੂਕ ਹਾਸਲ ਹੈ ਉਹ ਸ਼ਰੀਆ ਵਿੱਚ ਦਿੱਤੇ ਹੋਏ ਆ, ਤੇ ਮੁਸਲਮਾਨਾਂ ਦੀ ਜਿਹੜੀ ਅੰਦਰੂਨੀ। ਹਾਂਜੀ, ਇੱਕ ਮਿੰਟ ਲਈ ਟੋਕਣਾ ਚਾਹੂੰਗਾ ਪ੍ਰੋਫੈਸਰ ਸਾਹਿਬ, ਇਹਦੇ ਵਿੱਚ ਵੀ ਮੈਨੂੰ ਜ਼ਰੂਰ ਸਾਡੇ ਦਰਸ਼ਕਾਂ ਨੂੰ ਤਫਸੀਲ ਕਰ ਦਿਓ ਵੀ ਜਿਹੜਾ ਫਿਰ ਹਿੰਦੂ ਸ਼ਬਦ ਆਇਆ, ਜਿਵੇਂ ਤੁਸੀਂ ਦੱਸਿਆ, ਫਿਰ ਇਨਡਾਇਰੈਕਟਲੀ ਇਹ ਇਸਲਾਮ ਦੀ ਉਪਜ ਹੈ, ਇਸਲਾਮ ਦਾ ਦਿੱਤਾ ਹੋਇਆ ਸ਼ਬਦ। ਹਿੰਦੂ ਸ਼ਬਦ ਤਾਂ ਇਸਲਾਮ ਤੋਂ ਵੀ ਪਹਿਲਾਂ ਦਾ ਹੋਏਗਾ, ਕਿਉਂਕਿ ਜਿਹੜਾ ਹਿੰਦੂ ਕੁਸ਼ ਪਰਬਤ ਹੈ, ਹਿੰਦੂ ਕੁਸ਼ ਪਰਬਤ ਤੋਂ ਜਿੱਥੇ ਕਿ ਹਿੰਦੂਆਂ ਦੇ ਕਤਲ ਕੀਤੇ ਜਾਂਦੇ ਸੀ, ਕੁਸ਼ ਦਾ ਮਤਲਬ ਕਤਲ ਕਰਨਾ, ਹਿੰਦੂ ਕੁਸ਼। ਤੋ ਇਹ ਸ਼ਬਦ ਜਿਹੜਾ ਹੈ ਮੋਸਟਲੀ ਇਹ ਈਰਾਨ ਤੋਂ ਆਇਆ ਲੱਗਦਾ ਜੀ, ਈਰਾਨੀ ਸ਼ਬਦ ਹੈ ਇਹ ਹਿੰਦੂ, ਤੇ ਸਿੰਧੂ ਦੀ ਜਗ੍ਹਾ ਹਿੰਦੂ ਬੋਲਦੇ ਆ, ਤੇ ਸਿੰਧੂ ਦਰਿਆ ਦੇ ਨਾਂ ਤੋਂ ਬਣਿਆ ਸਿੰਧ ਪ੍ਰਦੇਸ਼, ਜਿਸ ਨੂੰ ਅਸੀਂ ਸਤ ਸਿੰਧੂ ਕਹਿੰਦੇ ਆ,
ਤੇ ਉਹ ਜੀ ਜਿਹੜਾ ਸਿੰਧੂ ਹੈ ਉਸ ਤੋਂ ਹਿੰਦੂ ਬਣਿਆ ਤੇ ਜੀ ਹਿੰਦ ਪ੍ਰੋਫੈਸਰ ਦਰਿਆ ਹੋ ਗਿਆ ਤੇ ਉੱਥੋਂ ਦੇ ਰਹਿਣ ਵਾਲੇ ਹਿੰਦੂ ਹੋ ਗਏ। ਇੱਕ ਮੈਂ ਜੀ ਤੁਹਾਨੂੰ ਗੱਲ ਹੋਰ ਦੱਸਾਂ, ਜੱਟਾਂ ਦਾ ਇੱਕ ਗੋਤ ਹੈਗਾ ਸੰਧੂ, ਬਿਲਕੁਲ ਇੱਕ ਗੋਤ ਪੰਜਾਬ 'ਚ ਹੈ ਸਿੰਧੂ। ਮੇਰੇ ਦੋਸਤ ਇੱਕ ਸਿੰਧੂ ਸਿੰਧੂ ਰਹੇ ਆ, ਉਹ ਦੱਸਦੇ ਆ ਕਿ ਅਸੀਂ ਸਿੱਧੂ ਮਤਲਬ ਕਿ ਤਾਂ ਬਹੁਤ ਪੁਰਾਣੇ ਹਜ਼ਾਰਾਂ ਸਾਲਾਂ ਪੁਰਾਣੇ ਕਬੀਲਿਆਂ ਚੋਂ ਜਿਹੜੇ ਕਿ ਸਿੰਧ ਵਾਦੀ 'ਚ ਰਹਿੰਦੇ ਸੀ, ਅਸੀਂ ਉਹਨਾਂ ਨੂੰ ਬਿਲੋਂਗ ਕਰਦੇ ਆ, ਸਿੰਧੂ। ਜੀ ਜੀ ਤੋ ਇੱਕ ਸਿੰਗਰ ਵੀ ਹੋਈ ਆ ਸਿੰਧੂ ਬੜੀ ਤਗੜੀ ਪੰਜਾਬੀ ਦੀ। ਤੋ ਇਹ ਜਿਹੜਾ ਹਿੰਦੂ ਸ਼ਬਦ ਹੈ ਇਹ ਤੁਰਕਾਂ ਦੇ ਆਉਣ ਤੋਂ ਪਹਿਲਾਂ ਇਹ ਹਾਜ਼ਰ ਲੱਗਦਾ ਹੈ। ਤੋ ਜੀ ਇਹ ਸ਼ਬਦ ਜਿਹੜਾ ਹੈਗਾ ਹੈ ਤੁਰਕਾਂ ਨੇ ਜਿਹੜੇ ਮੁਸਲਮਾਨ ਬਣ ਗਏ ਸੀਗੇ ਉਹਨਾਂ ਨੇ ਅਪਣਾਇਆ, ਅਤੇ ਜਿਹੜੇ ਵੀ ਜੀ ਇੰਡੀਆ ਵਿੱਚ ਗੈਰ ਮੁਸਲਮਾਨ ਸੀਗੇ ਉਹਨਾਂ ਨੇ ਹਿੰਦੂ ਸ਼ਬਦ ਵਰਤੇ। ਜੀ ਠੀਕ ਹੈ ਜੀ। ਸੋ ਇਹ ਸ਼ਬਦ ਜਿਹੜਾ ਬਿਲਕੁਲ ਹੈ ਕਿਸੇ ਮਜ਼ਹਬ, ਮਤ ਜਾਂ ਧਰਮ ਜਾਂ ਫਿਲਾਸਫੀ ਲਈ ਨਹੀਂ ਹੈਗਾ। ਜੀ ਤੋ ਇਹ ਜਿਹੜਾ ਹਿੰਦੂ ਸ਼ਬਦ ਹੈ ਇਹਦੇ ਲਈ ਕਾਨੂੰਨ ਵੱਖਰੇ ਹੁੰਦੇ ਸੀ ਮੁਸਲਮਾਨਾਂ ਵੇਲੇ। ਜੀ ਜੀ ਸੋ ਇਟਸ ਏ ਹਿੰਦੂ ਗਰੁੱਪ ਆਫ ਪੀਪਲ। ਇੱਕ ਪਾਸੇ ਹੋ ਗਿਆ ਮੁਸਲਿਮ ਦਾ ਰੂਲਿੰਗ ਕਲਾਸ ਆਫ ਪੀਪਲ। ਠੀਕ ਹੈ ਜੀ। ਤੋ ਜੇ ਸਿੱਧੇ ਸ਼ਬਦਾਂ 'ਚ ਆਪਾਂ ਕਿਉਂਕਿ ਕਹਿ ਲਈਏ ਤਾਂ ਜਿਹੜੇ ਮਤਲਬ ਮੁਸਲਮਾਨਾਂ ਦੀ ਅਧੀਨਗੀ ਕਬੂਲ ਕਰਦੇ ਸੀਗੇ ਉਹਨਾਂ ਨੂੰ ਉਹ ਆਪਣੇ ਜਿਵੇਂ ਮੁਸਲਮਾਨ ਸ਼ਬਦ ਦੇ ਦਿੰਦੇ ਸੀ, ਉਹਨਾਂ ਨੂੰ ਆਪਣੇ ਨੇੜੇ ਲਾ ਲੈਂਦੇ ਸੀ, ਤੇ ਜਿਹੜੇ ਫਿਰ ਬਾਗੀ ਸੁਭਾਅ ਦੇ ਕਹਿ ਲਈਏ ਜਾਂ ਜਿਹੜੇ ਉਹਨਾਂ ਦੇ ਵਿਰੋਧ 'ਚ ਸੀ ਉਹਨਾਂ ਨੇ ਪਰਿਭਾਸ਼ਿਤ ਕਰਨ ਲਈ ਹਿੰਦੂ ਸ਼ਬਦ ਕਹਿਣਾ ਸ਼ੁਰੂ ਕਰ ਦਿੱਤਾ। ਜੀ ਜੀ ਲੋ ਪ੍ਰੋਫੈਸਰ ਸਾਹਿਬ ਮੈਂ ਇਹਨੂੰ ਐਕਸਪਲੇਨ ਕਰਦਾ। ਜੀ ਭਾਵੇਂ ਜਿੰਨਾ ਮਰਜ਼ੀ ਮੁਸਲਮਾਨਾਂ ਦੇ ਜਾਂ ਹਾਕਮਾਂ ਦੇ ਨੇੜੇ ਹੋ ਜਾਏ, ਜਦ ਤੱਕ ਉਹ ਕਲਮਾ ਨਹੀਂ ਪੜ੍ਹਦਾ, ਉਹ ਇਸਲਾਮ ਕਬੂਲ ਨਹੀਂ ਕਰਦਾ, ਉਦੋਂ ਤਿੱਕਰ ਉਸ ਨੂੰ ਮੁਸਲਮਾਨਾਂ ਦੇ ਜਿਹੜੇ ਸ਼ਰੀਆ ਦੇ ਅਧੀਨ ਹਕੂਕ ਹੈ ਉਹਨੂੰ ਨਹੀਂ ਸੀ ਮਿਲਦੇ। ਜੀ ਸੋ ਭਾਵੇਂ ਜਿੰਨਾ ਮਰਜ਼ੀ ਨੇੜੇ ਲੱਗ ਜਾਣ, ਹਿੰਦੂ ਹਿੰਦੂ ਹੈ। ਜੀ ਪ੍ਰੋਫੈਸਰ ਤੋ ਜੀ ਜਿਹੜੇ ਲੋ ਕਾਸਟ ਸੀਗੇ, ਜੇ ਸ਼ੂਦਰ ਸੀਗੇ ਤੇ ਅਛੂਤ ਸੀਗੇ, ਜੀ ਉਹ ਉਸ ਵੇਲੇ ਦੇ ਵਰਨਾਸ਼ਰਮ ਧਰਮ ਦੇ ਜ਼ੁਲਮ ਤੋਂ, ਵਿਤਕਰੇ ਤੋਂ ਅਤੇ ਛੂਆ-ਛੂਤ ਤੋਂ ਨਜਾਤ ਪਾਉਣ ਲਈ ਉਹ ਮੁਸਲਮਾਨ ਬਣ ਜਾਂਦੇ ਸੀ, ਅਤੇ ਮੁਸਲਮਾਨ ਬਣ ਕੇ ਉਹਨਾਂ ਨੂੰ ਫਿਰ ਜਿਹੜੇ ਸਵਰਨ ਜਾਤੀ ਇਹ ਹੁੰਦੇ ਸੀਗੇ ਉਹਨਾਂ ਤੋਂ ਇੱਜ਼ਤ ਵੀ ਮਿਲਦੀ ਸੀ। ਜੀ ਲੇਕਿਨ ਪ੍ਰੋਫੈਸਰ ਲੇਕਿਨ ਸ਼ੂਦਰ ਅਤੇ ਅਛੂਤ ਹੁੰਦੇ ਹੋਏ ਉਹਨਾਂ ਨੂੰ ਇੱਜ਼ਤ ਨਹੀਂ ਸੀ ਮਿਲਦੀ। ਜੀ ਤੋ ਇਹ ਆਪਾਂ ਨੂੰ ਸਮਝਣਾ ਪੈਣਾ ਹੈ ਕਿ ਇਹ ਜਿਹੜਾ ਸ਼ਬਦ ਹੈ ਹਿੰਦੂ, ਇਹ ਤੁਰਕ ਕਾਲ ਵੇਲੇ ਕਿਸੇ ਧਰਮ ਦਾ ਨਾਂ ਨਹੀਂ, ਇਹਦੇ ਚ ਅਨੇਕ ਧਰਮ ਹੈ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਜੀ ਜਾਓ, ਗੁਰੂ ਗ੍ਰੰਥ ਸਾਹਿਬ 'ਚ ਮੈਨੂੰ ਹੁਣ, ਕਿਉਂਕਿ ਮੈਂ ਪਾਠੀ ਤਾਂ ਹੈ ਨਹੀਂ, ਮੈਨੂੰ ਫਿਰ ਸ਼ਬਦ ਨਹੀਂ ਯਾਦ ਰਹਿੰਦੇ, ਲੇਕਿਨ ਮੈਂ ਸਾਰ ਤਾਂ ਦੱਸ ਦਿੰਦਾ ਕਿ ਗੁਰੂ ਗ੍ਰੰਥ ਸਾਹਿਬ 'ਚ ਬਕਾਇਦਾ ਦੱਸਿਆ ਹੈ ਕਿ ਜੋਗੀ ਕੌਣ ਹੈ, ਜਿਹਦੇ ਮਨ 'ਚ ਘੰਟੀਆਂ ਵੱਜਦੀਆਂ। ਮਤਲਬ ਦੱਸਿਆ ਹੈ ਕਿ ਜੀ ਜਿਹੜਾ ਸਹਿਜ ਵਿੱਚ ਆ ਜਾਂਦਾ ਤੇ ਉਸ ਹਮੇਸ਼ਾ ਆਨੰਦ ਵਿੱਚ ਰਹਿੰਦਾ। ਵੈਸ਼ਨਵ ਕੌਣ ਜੀ ਹੈ, ਜਿਹਦੇ ਇਹ ਹੁੰਦਾ। ਸ਼ੈਵ ਕੌਣ ਆ, ਜਿਹਦਾ ਹੁੰਦਾ। ਸਾਕਤ ਕੌਣ ਆ, ਜਿਹਦੇ ਫਲਸਰੂਪ ਇਹ ਹੁੰਦਾ। ਯਾਨੀ ਉਸ ਵੇਲੇ ਦੇ ਜਿਹੜੇ ਮੋਟੇ-ਮੋਟੇ ਮਤ ਹੈਗੇ ਆ ਨਾ, ਠੀਕ ਹੈ ਜੀ, ਉਹਨਾਂ ਨੂੰ ਐਕਸਪਲੇਨ ਕੀਤਾ ਕਿ ਸ਼ੈਵ ਧਰਮ ਇਹ ਹੈ, ਸਾਕਤ ਧਰਮ ਇਹ ਹੈ, ਵੈਸ਼ਨਵ ਧਰਮ ਇਹ ਹੈ, ਫਿਰ ਬੁੱਧ ਧਰਮ ਹੈ, ਜੈਨ ਧਰਮ ਹੈ, ਤੇ ਇਹ ਸਾਰੇ ਜਿਹੜੇ ਆ ਉਸ ਵੇਲੇ ਦੇ ਧਰਮ ਹੈਗੇ ਆ, ਤੇ ਇਹਨਾਂ ਸਾਰਿਆਂ ਨੂੰ ਹਿੰਦੂ ਕਰਾਰ ਦਿੱਤਾ ਗਿਆ ਸੀ ਕਿ ਇਹ ਮੁਸਲਮਾਨ ਨਹੀਂ ਹੈ, ਹਿੰਦੂ ਹੈ। ਇਹ ਗੱਲ ਹੋ ਗਈ। ਹੁਣ ਜਦੋਂ ਸ਼ਿਵਾਜੀ ਮਰਾਠਾ ਆਉਂਦੇ ਆ, ਸ਼ਿਵਾਜੀ ਮਰਾਠਾ ਸ਼ੂਦਰ ਹੋ ਕੇ ਵੀ ਕਿਵੇਂ ਮਤਲਬ ਤਾਕਤ ਚ ਆ ਗਏ? ਤਾਕਤ ਤਾਂ ਆਉਣੀ ਨਹੀਂ ਚਾਹੀਦੀ, ਉਹ ਤਾਂ ਦਬੇ ਕੁਚਲੇ ਸੀ। ਦਰਅਸਲ ਮੁਸਲਮਾਨਾਂ ਦੇ ਥੱਲੇ, ਮੁਸਲਮਾਨਾਂ ਦੇ ਹਕੂਮਤ ਥੱਲੇ ਦੱਖਣ ਵਿੱਚ ਸੁਲਤਾਨੇਟ ਹੁੰਦੀਆਂ ਸੀ, ਜਿਵੇਂ ਬੀਜਾਪੁਰ ਦਾ ਸੁਲਤਾਨ ਹੈ ਤੇ ਹੋਰ ਸੁਲਤਾਨ ਹੈਗੇ ਆ ਦੱਖਣ ਦੇ। ਉਹ ਸੁਲਤਾਨ ਜਿਹੜੇ ਆ ਉਹਨਾਂ ਦੀਆਂ ਫੌਜਾਂ ਵਿੱਚ ਦੱਖਣ ਦੇ ਭਾਵੇਂ ਸ਼ੂਦਰ ਹੈ ਭਾਵੇਂ ਕੋਈ ਹੈ, ਉਹਨਾਂ ਦੀ ਫੌਜ ਵਿੱਚ ਉਹ ਨੌਕਰ ਹੋ ਜਾਂਦੇ ਸੀ। ਤੋ ਸ਼ਿਵਾਜੀ ਮਰਾਠਾ ਦੇ ਪਿਤਾ ਜੀ ਤੇ ਉਹਨਾਂ ਦੇ ਬਜ਼ੁਰਗ ਆ ਜਿਹੜੇ, ਉਹ ਇਹਨਾਂ ਜਿਹੜੇ ਦੱਖਣ ਦੇ ਸੁਲਤਾਨ ਹੈ ਉਹਨਾਂ ਦੀਆਂ ਫੌਜਾਂ ਵਿੱਚ ਉਹ ਸੈਨਿਕ ਹੁੰਦੇ ਸੀ। ਤੋ ਇਸ ਕਰਕੇ ਇਹਨਾਂ ਦੇ ਰੁਤਬੇ ਬਣ ਗਏ ਸੀਗੇ ਅਤੇ ਇਹ ਸ਼ਸਤਰਧਾਰੀ ਹੋ ਗਏ ਸੀ। ਤੇ ਸ਼ਿਵਾਜੀ ਮਰਾਠੇ ਨੇ ਬਕਾਇਦਾ ਟੁਕੜੀ ਤਿਆਰ ਕੀਤੀ, ਫੌਜ ਬਣਾਈ ਅਤੇ
ਹੁਣ ਇੱਥੇ ਮੈਂ ਇਤਿਹਾਸ ਹੀ ਨਹੀਂ ਦੁਹਰਾਉਣ ਲੱਗਿਆ ਕਿ ਕਿਵੇਂ ਉਹਨਾਂ ਨੇ ਇਲਾਕੇ ਤੇ ਕਿਲੇ ਫਤਿਹ ਕਰਕੇ ਆਪਣੀ ਪੋਜੀਸ਼ਨ ਬਣਾ ਲਈ ਕਿ ਉਹ ਔਰੰਗਜ਼ੇਬ ਨੂੰ ਵੀ ਚੈਲੰਜ ਕਰਨ ਲੱਗ ਪਏ। ਹੁਣ ਇੱਥੇ ਜਿਹੜੀ ਗੱਲ ਬਣਦੀ ਆ ਇਹ ਹੈ ਕਿ ਜਦੋਂ ਉਹਨਾਂ ਦਾ ਰਾਜ ਤਿਲਕ ਹੋਇਆ 1680 ਦੇ ਵਿੱਚ, ਤਾਂ ਉਸ ਵੇਲੇ ਜਿੰਨੇ ਵੀ ਮਹਾਰਾਸ਼ਟਰ ਦੇ ਪੰਡਿਤ ਆ ਉਹਨਾਂ ਨੇ ਉਹਨਾਂ ਦਾ ਰਾਜ ਤਿਲਕ ਕਰਨ ਤੋਂ ਇਨਕਾਰ ਕਰਤਾ। ਲੇਕਿਨ ਉਹਨਾਂ ਨੇ ਬਨਾਰਸ ਤੋਂ ਗਾਗਾ ਪੰਡਿਤ ਮੰਗਾਇਆ ਜਿਸ ਨੇ ਬਹੁਤ ਭਾਰੀ ਕੀਮਤ ਲਈ, ਅਤੇ ਫਿਰ ਆਪਣੇ ਪੈਰ ਦੇ ਅੰਗੂਠੇ ਨਾਲ ਰਾਜ ਤਿਲਕ ਕੀਤਾ। ਆਪਣੇ ਹੱਥ ਦੇ ਅੰਗੂਠੇ ਨਾਲ ਨਹੀਂ ਕੀਤਾ, ਪੈਰ ਦੇ ਅੰਗੂਠੇ ਨਾਲ ਕੀਤਾ। ਹੁਣ ਇਸ ਨੂੰ ਸਵਾਮੀ ਨਿਸ਼ਚਲਾਨੰਦ ਜਿਹੜੇ ਜਗਨਨਾਥ ਪੁਰੀ ਵਾਲੇ, ਉਹ ਕਹਿੰਦੇ ਨੇ ਕਿ ਜਦੋਂ ਕਸ਼ਤਰੀਆਂ ਦੀ ਤਾਕਤ ਦਾ ਨਾਸ਼ ਹੋ ਜਾਏ ਤਾਂ ਸਾਡੇ ਇਹ ਵਿਧਾਨ ਹੈਗਾ ਹੈ ਕਿ ਤੁਸੀਂ ਕਿਸੇ ਵੀ ਜਾਤੀ ਨੂੰ ਵੈਕਲਪਿਤ ਕਸ਼ਤਰੀਆ ਬਣਾ ਦਿਓ। ਯਾਨੀ ਵਿਕਲਪ ਮਤਲਬ ਬਦਲ ਵਜੋਂ ਕਸ਼ਤਰੀ ਦੀ ਸ਼ਕਤੀ ਨਾਸ਼ ਹੋਗੀ ਤਾਂ ਕਿਸੇ ਦੂਸਰੀ ਕਬੀਲੇ ਨੂੰ ਤੁਸੀਂ ਮਤ ਕੇ ਕਸ਼ਤਰੀ ਕਰ ਦਿਓ, ਪਰ ਉਹ ਵੈਕਲਪਿਤ ਹੋਊਗਾ, ਉਹ ਕਸ਼ਤਰੀ ਕੁਲ ਵਿੱਚ ਨਹੀਂ ਮੰਨਿਆ ਜਾਊਗਾ, ਪਰ ਕਰਮ ਦੇ ਤੌਰ ਤੇ ਉਹਨੂੰ ਕਸ਼ਤਰੀ ਮੰਨਿਆ ਜਾਏਗਾ ਤੇ ਉਹਨੂੰ ਇੱਜ਼ਤ ਦਿੱਤੀ ਜਾਏਗੀ। ਸੋ ਇਸ ਤਰ੍ਹਾਂ ਮਰਾਠੇ ਜਿਹੜੇ ਆ ਉਹ ਵਿਕਲਪਿਤ ਕਸ਼ਤਰੀ ਹੋ ਗਏ। ਇਸੇ ਤਰ੍ਹਾਂ ਰਾਜਪੂਤ ਵੀ ਕਿਸੇ ਵੇਲੇ ਕਸ਼ਤਰੀਆਂ ਦਾ ਜਦੋਂ ਨਾਸ਼ ਹੋ ਗਿਆ ਤਾਂ ਰਾਜਪੂਤ ਵੀ ਜਿਹੜੇ ਆ ਇਹ ਵਿਕਲਪਿਤ ਕਸ਼ਤਰੀ ਆ। ਇਹਨਾਂ ਦਾ ਅਗਨੀਕੁਲ ਕਿਹਾ ਜਾਂਦਾ ਇਹਨਾਂ ਨੂੰ, ਯਾਨੀ ਯੱਗ ਦੇ ਵਿੱਚ ਕੁਝ ਖਾਸ 4 ਕਬੀਲੇ ਸੀਗੇ ਜਿਨ੍ਹਾਂ ਨੂੰ ਰਾਜਪੂਤ ਕਰਾਰ ਦਿੱਤਾ ਗਿਆ, ਵਿਕਲਪਿਤ ਕਸ਼ਤਰੀ ਬਣਾਇਆ ਗਿਆ। ਲੇਕਿਨ ਉਹਨਾਂ ਨੂੰ ਕਸ਼ਤਰੀਆਂ ਦੇ ਪੁਰਾਣੇ ਖਾਨਦਾਨਾਂ ਵਿੱਚ ਸ਼ਾਮਲ ਨਹੀਂ ਕੀਤਾ। ਇਸੇ ਤਰ੍ਹਾਂ ਅੱਜ ਜਿਹੜੇ ਪੰਜਾਬ ਦੇ ਸਿੱਖ ਹੈ ਇਹਨਾਂ ਨੂੰ ਵੀ ਵਿਕਲਪਿਤ ਕਸ਼ਤਰੀ ਮੰਨਿਆ ਜਾਂਦਾ ਕਿ ਇਹ ਜਿਹੜੇ ਹੈ, ਕਿਉਂਕਿ ਕਸ਼ਤਰੀਆਂ ਦੀ ਤਾਕਤ ਨਹੀਂ ਰਹੀ, ਰਾਜਪੂਤਾਂ ਦੀ ਤਾਕਤ ਵੀ ਖਤਮ ਹੋ ਗਈ, ਤਾਂ ਵਿਕਲਪਿਤ ਕਸ਼ਤਰੀ ਆ ਜਿਹੜੇ ਉਹ ਮਰਾਠੇ ਹੋ ਗਏ ਤੇ ਸਿੱਖ ਹੋ ਗਏ। ਲੇਕਿਨ ਮੁਗਲਾਂ ਦੇ ਵੇਲੇ ਤੀਕਰ ਜਿਹੜੇ ਗੈਰ ਮੁਸਲਮਾਨ ਹੈ ਉਹਨਾਂ ਨੂੰ ਹਿੰਦੂ ਕਿਹਾ ਜਾਂਦਾ ਸੀ। ਇਹ ਕਿਸੇ ਧਰਮ ਦਾ ਟਾਈਟਲ ਨਹੀਂ ਸੀ ਜੀ, ਇਹ ਸੰਬੋਧਨ ਕਿਸੇ ਧਰਮ ਦਾ ਨਹੀਂ ਸੀ, ਇਹ ਸਿਰਫ ਮੁਸਲਮਾਨ ਜਮਾਤ ਅਤੇ ਗੈਰ ਮੁਸਲਮਾਨ ਜਮਾਤ ਨੂੰ ਵਖਰੇਵਾਂ ਦੇਣ ਲਈ ਸੀ, ਕਿਉਂਕਿ ਦੋਵਾਂ ਦੇ ਲਈ ਕਾਨੂੰਨ ਵੱਖਰੇ ਵੱਖਰੇ ਸੀ। ਜਦੋਂ ਆਏ ਅੰਗਰੇਜ਼ਾਂ ਨੇ ਸੈਂਸਸ ਸ਼ੁਰੂ ਕੀਤੀ, ਜਨਗਣਨਾ। ਉਹ ਜਨਗਣਨਾ ਵਿੱਚ ਉਹਨਾਂ ਨੇ ਵੀ ਪਹਿਲਾਂ ਹਿੰਦੂ ਤੇ ਮੁਸਲਮਾਨ 2 ਕੈਟੇਗਰੀ ਰੱਖੀਆਂ, ਲੇਕਿਨ ਉਹਨਾਂ ਨੇ ਮੁਸਲਮਾਨਾਂ ਦੇ ਨਾਲ ਕ੍ਰਿਸਚੀਅਨ, ਯਹੂਦੀ ਅਤੇ ਪਾਰਸੀ, ਇਹ 4 ਜਿਹੜੇ ਆ ਇਹ ਵੱਖਰੇ ਰੱਖੇ ਤੇ ਹਿੰਦੂ ਵੱਖਰੇ ਰੱਖੇ। ਤੋ ਹਿੰਦੂਆਂ ਨੂੰ ਉਹਨਾਂ ਨੇ ਧਰਮ ਦੇ ਤੌਰ ਤੇ ਨਹੀਂ ਲਿਆ, ਉਹਨਾਂ ਨੇ ਇੱਕ ਸਮਾਜਿਕ ਜਮਾਤ ਦੇ ਤੌਰ ਤੇ ਲਿਆ ਕਿ ਇਹਨਾਂ ਦੀ ਕਿੰਨੀ ਜਨਗਣਨਾ। 10 ਸਾਲ ਬਾਅਦ ਸਿੱਖਾਂ ਨੇ ਰੌਲਾ ਪਾ ਕੇ ਆਪਣਾ ਵੀ ਵਿੱਚ ਕੈਟਾਗਰੀ ਪਵਾਈ। ਇਹ 1861, 1871, 1881 ਦੀ ਗੱਲ ਹੈ। ਤੇ ਉਹਨਾਂ ਨੇ ਫਿਰ ਸਿੱਖ ਕੈਟਾਗਰੀ ਵੀ ਪਾ ਲਈ ਵਿੱਚ। ਉਹਦੇ ਵਿੱਚ ਜਿਹੜੇ ਨਾਨਕ ਪੰਥੀ ਸੀ ਸ਼ਾਇਦ ਕਰੋੜ ਤੋਂ ਵੀ ਉੱਪਰ ਹੋਣਗੇ। ਮੁਸਲਮਾਨ ਬਹੁਤ ਵੱਡੀ ਗਿਣਤੀ 'ਚ ਨਾਨਕ ਪੰਥੀ ਸੀਗੇ, ਤੇ ਜਿਹਨਾਂ ਨੂੰ ਹਿੰਦੂ ਕਿਹਾ ਜਾਂਦਾ ਸੀ ਉਹ ਵੀ ਬਹੁਤ ਵੱਡੀ ਗਿਣਤੀ ਵੀ ਸੀਗੇ। ਤੇ ਜਿਹੜੇ ਸੀਗੇ ਸਤਿਗੁਰੂ ਨਾਨਕ ਸਾਹਿਬ ਤੋਂ ਸਿੱਖਾਂ, ਸਤਿਗੁਰੂ ਨਾਨਕ ਪੰਥੀਆਂ ਤੋਂ ਸਿੰਘ ਸਜੇ ਹੋਏ ਸੀ, ਜਿਹੜੇ ਦਲ ਖਾਲਸਾ, ਬੁੱਢਾ ਦਲ ਤੇ ਤਰਨਾ ਦਲ ਵੀ ਸੀਗੇ, ਉਹਨਾਂ ਨੇ ਆਪਣੇ ਆਪ ਨੂੰ ਸਿੱਖ ਲਿਖਾਇਆ। ਲੇਕਿਨ ਜਿਹੜੇ ਨਾਨਕ ਪੰਥੀ ਸਿੰਘ ਨਹੀਂ ਸੀ ਸਜੇ, ਉਹਨਾਂ ਵਿੱਚੋਂ ਬਹੁਤੀ ਗਿਣਤੀ ਨੇ ਉਹੀ ਲਿਖਾਇਆ ਜਿੱਥੋਂ ਆਏ ਸੀ ਕਿ ਉਹ ਹਿੰਦੂ ਆ। ਠੀਕ ਹੈ ਜੀ। ਜਦੋਂ ਉਹਨਾਂ ਨੇ ਆਪਣਾ ਨੂੰ ਹਿੰਦੂ ਲਿਖਾਇਆ, ਉਹਨਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਉਹ ਨਾਨਕ ਪੰਥੀ ਨਹੀਂ ਹੈਗੇ, ਕਿਉਂਕਿ ਉਸ ਵੇਲੇ ਤੀਕਰ ਇਹ ਜਿਹੜਾ ਹਿੰਦੂ ਸੰਬੋਧਨ ਹੈ ਇਹ ਸਮਾਜਿਕ ਸੰਬੋਧਨ ਸੀਗਾ, ਧਾਰਮਿਕ ਸੰਬੋਧਨ ਨਹੀਂ ਸੀ। ਲੇਕਿਨ ਇਸਲਾਮ ਧਾਰਮਿਕ ਸੰਬੋਧਨ ਸੀ, ਤੇ ਜਿਹੜੇ ਮੁਸਲਮਾਨ ਨਾਨਕ ਪੰਥੀ ਸੀਗੇ ਉਹ ਆਪਣੇ ਆਪ ਨੂੰ ਸਿੱਖ ਨਹੀਂ ਲਿਖਾ ਸਕੇ। ਜੇ ਨਾਨਕ ਪੰਥੀ ਕੈਟੇਗਰੀ ਹੁੰਦੀ ਫਿਰ ਸਾਰਿਆਂ ਨੇ ਨਾਨਕ ਪੰਥੀ ਲਿਖਾ ਦੇਣਾ ਸੀ ਆਪਣੇ ਆਪ ਨੂੰ, ਪਰ ਕਿਉਂਕਿ ਇਸਲਾਮ ਮਜ਼ਹਬ ਸੀਗਾ। ਜੀ, ਜਿਵੇਂ ਆਪਾਂ ਤੁਸੀਂ ਟਿੱਪਣੀ ਦਿੱਤੀ ਹੈ ਤਾਂ ਸੁਭਾਵਕ ਆ ਵੀ ਇਹਦੇ ਤੇ ਸਵਾਲ ਉੱਠਣੇ ਲਾਜ਼ਮੀ ਹੋਣਗੇ, ਤਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜਿਹੜੇ ਤੁਸੀਂ ਆંકੜੇ ਦੇ ਰਹੇ ਹੋ ਜਾਂ ਜਿਹੜਾ ਆਪਾਂ ਤੁਸੀਂ ਇਤਿਹਾਸ ਦੱਸ ਰਹੇ ਹੋ, ਜੇ ਕਿਸੇ ਨੇ ਪੜ੍ਹਨਾ ਜਾਂ ਆਪਾਂ ਕਹਿ ਦਈਏ ਵੀ ਇਹਦਾ ਕੋਈ ਪ੍ਰੂਫ ਦੇਣਾ ਹੋਵੇ ਤਾਂ ਤੁਸੀਂ ਉਹ ਵੀ ਦੱਸ ਦਿਓ ਵੀ ਜੇ ਕਿਸੇ ਨੇ ਕੋਈ ਭਾਈ ਆંકੜੇ ਪੜ੍ਹਨੇ ਹੋਣ, ਜਿਹੜੀ ਉਹ ਜੇ ਕਿਤੇ ਰਿਕਾਰਡ ਦੇ ਵਿੱਚ ਹੋਏ ਜਾਂ ਕਿਤਾਬ ਦੇ ਵਿੱਚ ਹੋਏ ਤਾਂ ਉਹ ਜ਼ਰੂਰ ਉਹ ਗੱਲ ਇਸ ਤਰ੍ਹਾਂ ਦੇਖ ਲੈਣ। ਹਾਂਜੀ, ਗੱਲ ਇਸ ਤਰ੍ਹਾਂ ਹੈ ਕਿ ਜਿਹੜੀਆਂ ਅਸੀਂ ਗੱਲਾਂ ਦੱਸ ਰਹੇ ਹਾਂ ਇਹ ਜਿਹੜੇ ਸਥਾਪਿਤ ਇਤਿਹਾਸਕਾਰੀ ਆ ਉਹਦੇ ਵਿੱਚ ਨਹੀਂ ਹੈ। ਪ੍ਰੋਬਲਮ ਇਹੀ ਹੈ ਜੀ,
ਇਹ ਜਗ੍ਹਾ ਜਗ੍ਹਾ ਰੈਫਰੈਂਸ ਹੁੰਦਾ, ਜਿਵੇਂ ਮਾਈਨੋਰਿਟੀ, ਜਿਵੇਂ ਮੈਂ ਮਾਈਨੋਰਿਟੀ ਦਾ ਹੈਗਾ ਤੇ ਮੇਰੀਆਂ ਕਿਸੇ ਨੇ ਚੀਜ਼ਾਂ ਵੀ ਨਹੀਂ ਛਾਪੀਆਂ ਕਦੇ। ਹੁਣ ਸੋਸ਼ਲ ਮੀਡੀਆ ਕਰਕੇ ਸਾਡੀ ਆਵਾਜ਼ ਆ ਗਈ। ਤੋ ਹੁਣ ਅਜਮੇਰ ਸਿੰਘ ਦੀਆਂ ਕਿਤਾਬਾਂ ਛਪੀਆਂ ਹੈ ਜੀ, ਉਦੋਂ ਕੇ ਹੈ ਬਹੁਤ ਬੋਲਦਾ ਹੈ, ਸ਼ਾਇਦ ਉਹਦੀਆਂ ਵੀ ਆ ਜਾਣ। ਇਹ ਹੌਲੀ ਹੌਲੀ ਰਿਕਾਰਡ ਤੇ ਆ ਜਾਣੀਆਂ ਚੀਜ਼ਾਂ, ਕਿਉਂਕਿ ਇਹ ਵੈਸੇ ਡਾਕੂਮੈਂਟਡ ਹੈ ਇਹ ਚੀਜ਼ਾਂ, ਸਿਰਫ ਇਤਿਹਾਸ ਚ ਲੈਣ ਜੋਗੀਆਂ। ਹਾਂਜੀ, ਤੋ ਆਪਾਂ ਹੁਣ ਪਿੱਛੇ ਮੁੜੀਏ ਕਿ ਮੁਗਲ ਵੇਲੇ ਜਿਹੜੇ ਸ਼ਿਵਾਜੀ ਮਰਹੱਟਾ ਸੀਗਾ, ਉਹਨਾਂ ਨੇ ਆਪਣਾ ਜਿਹੜਾ ਨਿਸ਼ਾਨਾ ਰੱਖਿਆ ਉਹ ਉਸ ਹਿੰਦੂ ਜਮਾਤ ਦੀ ਪਾਤਸ਼ਾਹੀ ਸਥਾਪਿਤ ਕਰਨ ਦਾ ਹੈ, ਜਿਨ੍ਹਾਂ ਦੀ ਪਾਤਸ਼ਾਹੀ ਤੁਰਕਾਂ ਨੇ ਖੋਲੀ ਸੀ। ਹੁਣ ਮੇਰੀ ਗੱਲ ਸਮਝ ਆਈ? ਬਿਲਕੁਲ ਠੀਕ ਹੈ ਜੀ। ਉਹ ਇਸਲਾਮ ਜਿਸ ਨੂੰ ਕਿ ਹਾਂਜੀ, ਇਸਲਾਮ ਆਪਣੇ ਆਪ ਨੂੰ ਰੂਲਿੰਗ ਹਾਕਮ ਜਮਾਤ ਸਮਝਦਾ। ਭਾਵੇਂ ਅਕਬਰ ਵੇਲੇ ਔਰੰਗਜ਼ੇਬ ਤੇ ਬਾਅਦ ਤੱਕ ਵੀ ਰਾਜਸਥਾਨ ਦੇ ਰਾਜਪੂਤ ਬਕਾਇਦਾ ਸਿਆਸੀ ਤਾਕਤ ਮੁਗਲਾਂ ਦੇ ਨਾਲ ਮਿਲਵਰਤਨ ਕਰਕੇ ਲੰਦੇ ਰਹੇ, ਲੇਕਿਨ ਉਹਨਾਂ ਦਾ ਪਤਨ ਹੋ ਗਿਆ ਉਹਦੇ ਵਿੱਚ ਹੀ, ਉਹ ਆਜ਼ਾਦ ਨਹੀਂ ਹੋ ਸਕੇ। ਉਹਨਾਂ ਨੇ ਸਾਰੀ ਪ੍ਰਾਪਰਟੀ ਤੁਰਕਾਂ ਵਾਲੀ ਅਪਣਾ ਲਈ। ਤੇ ਤੁਸੀਂ ਦੇਖੋਗੇ ਕਿ ਜਦੋਂ ਸ਼੍ਰੀਨਗਰ ਤੋਂ ਸਤਿਗੁਰੂ ਨਾਨਕ ਸਾਹਿਬ ਦੇ ਜਿਹੜੇ ਸ਼੍ਰੀਨਗਰ ਦੇ ਵਿੱਚ ਪਹਿਲੇ ਪੈਰੋਕਾਰ ਨਾਨਕ ਪੰਥੀ ਬਣੇ, ਉਹ ਸੀ ਪੰਡਿਤ ਬ੍ਰਹਮਦੱਤ ਜੀ। ਉਹ ਸਾਰੇ ਕਸ਼ਮੀਰ ਦੇ ਬਹੁਤ ਵਿਦਵਾਨ ਸੱਜਣ ਸੀਗੇ ਉਸ ਵੇਲੇ ਦੇ। ਉਹ ਬ੍ਰਹਮਦੱਤ ਜੀ ਦਾ ਪੋਤਰਾ ਜਾਂ ਪੜਪੋਤਰਾ ਸੀ ਕਿਰਪਾ ਰਾਮ ਦੱਤ। ਉਹ ਨਾਨਕ ਪੰਥੀ ਬ੍ਰਾਹਮਣ ਸੀਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਅਤੇ ਉਹਨਾਂ ਨੇ ਕਿਹਾ ਕਿ ਸਾਡਾ ਤਿਲਕ ਜੰਝੂ ਖਤਰੇ 'ਚ ਆ। ਕਈ ਬੰਦੇ ਤਿਲਕ ਜੰਝੂ ਖਿਲਾਫ ਬੋਲਦੇ ਆ। ਮੈਂ ਇਹ ਕਹਿੰਦਾ ਕਿ ਗੱਲ ਨੂੰ ਸਮਝਣਾ ਚਾਹੀਦਾ। ਤਿਲਕ ਦਾ ਮਤਲਬ ਹੁੰਦਾ ਮਾਨਤਾ। ਜਦੋਂ ਤੁਸੀਂ ਕਿਸੇ ਨੂੰ ਮਾਨਤਾ ਦਿੰਦੇ ਹੋ, ਰੈਕਗਨਾਈਜ਼ ਕਰਦੇ ਹੋ, ਤਾਂ ਤਿਲਕ ਲਾਉਂਦੇ ਹੋ ਉਹਦੇ। ਠੀਕ ਹੈ ਜੀ। ਹੁਣ ਜਦੋਂ ਸਾਡੇ ਪਿੰਡਾਂ ਦੇ ਵਿੱਚ ਵਿਆਹ ਤੇ ਚੜ੍ਹਦੇ ਆ ਦੁੱਲੇ, ਤਾਂ ਉਹਨੂੰ ਦੁੱਲਾ ਹੋਣ ਕਰਕੇ ਉਹਦੇ ਮੱਥੇ ਤੇ ਤਿਲਕ ਲਾਇਆ ਜਾਂਦਾ ਵੀ ਦੁੱਲਾ ਹੈ। ਇਹ ਮਾਨਤਾ ਦੇਣੀ ਹੁੰਦੀ ਆ। ਤੋ ਤਿਲਕ ਦਾ ਮਤਲਬ, ਤਿਲਕ ਸਿਰਫ ਧਾਰਮਿਕ ਨਿਸ਼ਾਨ ਨਹੀਂ ਹੁੰਦਾ, ਇਹਦੇ ਵਿੱਚ ਇਹਦਾ ਸਮਾਜਿਕ ਜਿਹੜਾ ਹੈ ਪਰਪੇਖ ਬਹੁਤ ਵੱਡਾ। ਤਿਲਕ ਤੋ ਤਿਲਕ ਹੈ ਜਿਹੜਾ ਤਰ੍ਹਾਂ ਤਰ੍ਹਾਂ ਦੇ ਤਿਲਕ ਹੈ, ਜਿੰਨੇ ਵੈਸ਼ਨਵ, ਸ਼ੈਵ, ਸਾਕਤ ਅੱਗੇ ਉਹਨਾਂ ਦੀਆਂ ਫਿਰਕੇ ਹੈਗੇ ਆ, ਉਹਨਾਂ ਸਭ ਦੇ ਵੱਖਰੇ ਵੱਖਰੇ ਤਿਲਕ ਆ। ਤੋ ਉਹ ਇੱਕ ਪਛਾਣ ਹੈਗੀ ਆ ਵੱਖਰੇ ਵੱਖਰੇ ਜਿਹੜੇ ਵੈਸ਼ਨਵ, ਸ਼ੈਵ, ਸਾਕਤ ਫਿਰਕਿਆਂ ਦੀ, ਬ੍ਰਾਹਮਣ ਫਿਰਕਿਆਂ ਦੀ। ਤੋ ਇਹ ਤਿਲਕ ਦਾ ਮਤਲਬ ਹੈ ਮਾਨਤਾ ਜਾਂ ਪਛਾਣ, ਨਿਸ਼ਾਨ। ਤਿਲਕ ਨੂੰ ਨਿਸ਼ਾਨ ਵੀ ਕਿਹਾ ਜਾਂਦਾ। ਤੋ ਅਗਲੀ ਗੱਲ ਆਉਂਦੀ ਹੈ ਆਪਣੀ ਜੰਝੂ। ਜੰਝੂ ਬਾਰੇ ਤਾਂ ਮਹਾਰਾਜ ਨੇ ਗੁਰਬਾਣੀ 'ਚ ਕਹਿਤਾ, ਭਾਈ ਇਹ ਗੁਣ ਹੈਗੇ ਆ ਤੇ ਮੈਨੂੰ ਪਾ ਦੇ। ਤਾਂ ਇਹਦਾ ਮਤਲਬ ਹੈ ਕਿ ਉਹ ਜਨੇਊ ਦਾ ਮਤਲਬ ਹੁੰਦਾ ਜ਼ਾਬਤਾ, ਬੰਦਿਸ਼, ਡਿਸਿਪਲਿਨ। ਮਹਾਰਾਜ ਉਸ ਜ਼ਾਬਤੇ ਡਿਸਿਪਲਿਨ ਨੂੰ ਕੰਡਮ ਨਹੀਂ ਕਰਦੇ। ਉਹ ਸਿਰਫ ਇਹ ਕਰਦੇ ਆ ਕਿ ਧਾਗਾ ਜਿਹੜਾ ਇਹ ਦਿਖਾਵੇ ਦੀ ਗੱਲ ਆ। ਸਵਾਲ ਇਹ ਹੈ ਕਿ ਤੁਹਾਡੇ 'ਚ ਡਿਸਿਪਲਿਨ ਹੈਗੇ ਆ? ਉਹ ਡਿਸਿਪਲਿਨ ਹੈ ਜਿਹੜੇ ਉਹ ਇੰਪੋਰਟੈਂਟ ਹੈ, ਨਾ ਕਿ ਧਾਗੇ ਦਾ ਦਿਖਾਵਾ। ਤੋ ਇਸ ਕਰਕੇ ਉਹ ਕਹਿੰਦੇ ਸਾਡੇ ਤਿਲਕ ਜੰਝੂ ਨੂੰ ਖਤਰੇ 'ਚ ਹੈ, ਤਾਂ ਮਹਾਰਾਜ ਨੇ ਉਹ ਐਕਸੈਪਟ ਕੀਤਾ। ਤੋ ਕੌਣ ਸੀਗੇ? ਉਹ ਨਾਨਕ ਪੰਥੀ ਬ੍ਰਾਹਮਣ ਸੀਗੇ। ਠੀਕ ਹੈ ਜੀ। ਤੋ ਇਹ ਜਿਹੜੀ ਹਿੰਦੂ ਪਾਤਸ਼ਾਹੀ ਹੈ, ਇਹਦਾ ਅਰਥ ਇਹ ਸੀਗਾ ਕਿ ਜਿਹੜੇ ਰੂਲਿੰਗ ਕਲਾਸ ਹੈਗੀ ਆ ਤੁਰਕ, ਜਿਨ੍ਹਾਂ ਦੇ ਥੱਲੇ ਵੱਖਰੇ ਵੱਖਰੇ ਵਰਗਾਂ ਦੇ ਮੁਸਲਮਾਨ ਹੈ, ਆਪਣੇ ਆਪ ਨੂੰ ਉਹ ਰੂਲਿੰਗ ਪੀਪਲ ਸਮਝਦੇ ਆ, ਉਸਦੀ ਜਗ੍ਹਾ ਜਿਹੜੇ ਪਰਜਾ ਹੈਗੀ ਆ, ਉਹ ਪਰਜਾ ਦੀ ਪਾਤਸ਼ਾਹੀ ਸਥਾਪਿਤ ਕਰਨੀ ਆ। ਪਰਜਾ ਦਾ ਮਤਲਬ ਹੁੰਦਾ ਪਰ ਅਜਾਬ ਸਹਿਣ ਵਾਲੀ, ਦੂਸਰੇ ਦਾ ਜ਼ੁਲਮ ਸਹਿਣ ਵਾਲੀ, ਪਰ ਅਜਾਬ, ਬੇਗਾਨੇ ਦਾ ਜ਼ੁਲਮ ਸਹਿਣ ਵਾਲੀ। ਤੋ ਪਰਜਾ ਯਾਨੀ ਪਰ ਅਜਾਬ ਸਹਿਣ ਵਾਲੀ ਪਰਜਾ ਨੂੰ ਹੀ ਹਾਕਮ ਬਣਾਉਣਾ। ਇਹ ਮਰਾਠਾ ਵਿਚਾਰ ਹੈ ਜਿਹੜਾ, ਇਹ ਇਨਕਲਾਬੀ ਵਿਚਾਰ ਹੈ। ਇਹ ਛੋਟੀ ਮੋਟੀ ਗੱਲ ਨਹੀਂ ਹੈਗੀ। 1680 ਵਿੱਚ ਉਹਨਾਂ ਨੇ ਪਲਟਾ ਕਰ ਦਿੱਤਾ ਅਤੇ ਇਸ ਪਲਟੇ ਦੇ ਕਾਰਨ ਪਿੱਛੇ ਇੱਕ ਬਹੁਤ ਵੱਡੀ ਸ਼ਖਸੀਅਤ ਕੰਮ ਕਰ ਰਹੀ ਆ। ਉਹ ਹੈਗੇ ਆ ਸਮਰੱਥ ਸਵਾਮੀ ਰਾਮਦਾਸ। ਸਮਰੱਥ ਰਾਮਦਾਸ ਜੀ ਕਿਹਾ ਜਾਂਦਾ ਉਹਨਾਂ ਨੂੰ। ਉਹ ਵੈਸ਼ਨਵ ਬੈਰਾਗੀ ਸੀਗੇ। ਉਹਨਾਂ ਦੀ ਮੁਲਾਕਾਤ ਜਿਹੜੀ ਹੈ ਸਤਿਗੁਰ ਹਰਗੋਬਿੰਦ ਜੀ ਨਾਲ ਸ਼੍ਰੀਨਗਰ ਗੜ੍ਹਵਾਲ 'ਚ ਹੋਈ ਸੀ ਅਤੇ ਸ਼੍ਰੀਨਗਰ ਵਿੱਚ ਸਾਰੇ ਹੀ 22 ਧਾਰ ਦੇ ਰਾਜੇ ਇਕੱਠੇ ਹੋਏ ਸੀ ਅਤੇ ਉਹ ਵਿਚਾਰ ਕਰ ਰਹੇ ਸੀਗਾ ਕਿ ਮੁਗਲਾਂ ਦੀ ਜਿਹੜੀ ਤਾਕਤ ਹੈਗੀ ਹੈ ਗਵਾਲਰ ਦੇ ਕਿਲੇ ਤੋਂ ਆਜ਼ਾਦ ਹੋਣ ਤੋਂ ਬਾਅਦ ਹੈ।
ਜਦੋਂ ਗਵਾਲੀਅਰ ਦੇ ਕਿਲੇ ਇਹ ਤੋਂ ਸਮਰੱਥ ਮਹਾਰਾਜ ਆਜ਼ਾਦ ਹੋਏ। ਜਿਹੜੇ ਹਾਂਜੀ, ਤੁਸੀਂ ਆਪਣੇ ਵੈਸ਼ਨਵ ਪੰਡਤ ਜੀ ਦਾ ਨਾਮ ਦੱਸ ਰਹੇ ਹੋ, ਇਹ ਸਮਰੱਥ ਕੀ ਦੱਸਿਆ ਜੀ ਇਹਨਾਂ ਦਾ? ਸਮਰੱਥ ਰਾਮਦਾਸ। ਸਮਰੱਥ ਰਾਮਦਾਸ, ਇਹ ਉਹੀ ਸਮਰੱਥ ਰਾਮਦਾਸ ਜੀ ਜਿਹੜੇ ਸ਼ਿਵਾ ਜੀ ਦੇ ਗੁਰੂ ਜੀ ਕਹਾਉਂਦੇ ਨੇ, ਜਾਂ ਜਿਨ੍ਹਾਂ ਤੋਂ ਕਿਹਾ ਸ਼ਿਵਾ ਇਹ ਜੀ ਨੇ ਜਾਂਦਾ ਗੁਰਮੰਤਰ ਹੈਗਾ ਲਿਆ? ਕਿ ਸ਼ਿਵਾ ਜੀ ਤੋਂ ਪਹਿਲਾਂ ਹੀ ਉਹ ਸੁਰਗਵਾਸ ਹੋ ਗਏ ਸੀ, ਕਿਹਾ ਇਹ ਜਾਂਦਾ। ਪਰ ਜੀ ਪ੍ਰਚਲਿਤ ਇਹ ਹੈ ਕਿ ਸ਼ਿਵਾ ਜੀ ਮਰਹੱਟੇ ਨੂੰ ਉਹਨਾਂ ਨੇ ਆਪ ਸਿੱਖਿਆ ਦਿੱਤੀ ਹੈ, ਤੇ ਜੀ ਸ਼ਸਤਰਧਾਰੀ ਸ਼ਸਤਰਾਂ ਦੀ ਸਿੱਖਿਆ ਵੀ ਦਿੱਤੀ ਆ ਤੇ ਰਾਜਨੀਤੀ ਦੀ ਸਿੱਖਿਆ ਵੀ ਦਿੱਤੀ ਆ। ਹੂੰ ਇਹ ਮਿਲੀਟਰੀ ਜਿਹੜੇ ਦਾ ਸਮਰੱਥ ਕਨਸੈਪਟ ਲਿਆ ਉਹਨਾਂ ਨੇ। ਹਾਂਜੀ, ਇਹ ਸਮਰੱਥ ਰਾਮਦਾਸ ਜੀ ਜਿਹੜੇ ਆ, ਇਹ ਬੈਰਾਗੀ ਸੰਨਿਆਸੀ ਸਾਧੂ ਸੀਗੇ। ਹੂੰ ਪਰ ਸਤਿਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਨਾਲ ਜਦੋਂ ਇਹ ਮਿਲਦੇ ਆ, ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਣ ਤੋਂ ਬਾਅਦ 52 ਰਾਜੇ ਸਾਰੇ ਇਕੱਠੇ ਹੋਏ ਆਪਣੀ ਹੂੰ ਸੋਚਣ ਲਈ ਕਿ ਫਿਊਚਰ 'ਚ ਕੀ ਕਰੀਏ, ਕਿਉਂਕਿ ਮੁਗਲਾਂ ਦੀ ਤਾਕਤ ਹੈ ਜਿਹੜੀ, ਉਹਨੇ 52 ਰਾਜਿਆਂ ਨੂੰ ਠੋਕਤਾ ਸੀ ਅੰਦਰ। ਇਹ ਕੋਈ ਛੋਟੀ ਮੋਟੀ ਗੱਲ ਥੋੜੀ ਸੀ। ਤੋਂ ਇਕੱਠੇ ਹੋਏ ਸੀਗੇ, ਬਿਲਕੁਲ। ਲੇਕਿਨ ਫੈਸਲਾ ਕੋਈ ਨਹੀਂ ਕਰ ਸਕੇ। ਤੋਂ ਮਹਾਰਾਜ ਵੀ ਗਏ ਹੋਏ ਸੀ ਉੱਥੇ। ਤੋਂ ਇਹ ਸਮਰੱਥ ਰਾਮਦਾਸ ਜੀ ਉਹਨਾਂ ਨੂੰ ਉੱਥੇ ਮਿਲਦੇ ਆ, ਤੇ ਸਮਰੱਥ ਰਾਮਦਾਸ ਜੀ ਨਾਲ ਜੋ ਗੱਲਬਾਤ ਹੋਈ ਹੈ, ਉਹਨਾਂ ਨੇ ਕਿਹਾ ਕਿ नानक जी तो साधु थे, उन्होंने तो संसार त्याग गया था, तो आप तो शस्त्रधारी हो, आपके बीवी है, बाल बच्चे हैं, आप तो त्यागी नहीं हो। तो अगे वो महाराज ने जवाब दिता, हमरे हथियार गरीब की रखिया, जरवाने की भखिया, बाबा नानक ने माया त्यागी थी, संसार नहीं त्यागया था। ਹੁਣ ਇਹ ਖੜੀ ਭਾਸ਼ਾ ਹੈ, ਇਹ ਹਿੰਦੀ ਭਾਸ਼ਾ ਨਹੀਂ ਹੈਗੀ, ਇਹ ਖੜੀ ਬੋਲੀ ਹੈ, ਸਾਧੂ ਭਾਖਾ ਹੈ ਜਿਹੜੀ ਸਾਰੇ ਹਿੰਦੁਸਤਾਨ 'ਚ ਬੋਲੀ ਜਾਂਦੀ ਸੀ। तो समर्थ रामदास जी ने जवाब दिता, यह बात हमारे मन भावती है। तो यानी ਇਹ ਇੱਕ ਨਟਸ਼ਲ ਸਾਰਾਂਸ਼ ਦੇ ਵਿੱਚ ਦੱਸਿਆ, ਲੇਕਿਨ ਗੱਲਬਾਤ ਉਹਨਾਂ ਦੀ ਬਹੁਤ ਵੱਡੀ ਹੋਈ ਆ। ਇਹ ਸਿਰਫ ਦੋ ਤੁਕਾਂ ਨਾਲ ਇਹ ਪਤਾ ਲੱਗਦਾ ਹੈ ਮਹਾਰਾਜ ਦਾ ਵਾਕ ਤੇ ਸਮਰੱਥ ਰਾਮਦਾਸ ਜੀ ਦਾ ਉੱਤਰ, ਕਿ ਕੀ ਉਹਨਾਂ ਦੀ ਮਤਲਬ ਕਿ ਕੀ ਵਿਸ਼ਾ ਸੀਗਾ ਤੇ ਕੀ ਉਹਦਾ ਫਲ ਨਿਕਲਿਆ। ਸਮਰੱਥ ਰਾਮਦਾਸ ਜੀ ਨੇ ਜਾ ਕੇ, ਭਾਵੇਂ ਉਹ ਸੰਨਿਆਸ ਤਾਂ ਨਹੀਂ ਉਹਨਾਂ ਨੇ ਛੱਡਿਆ, ਪਰ ਉਹਨਾਂ ਨੇ ਸ਼ੂਦਰਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਪਹਿਲਾਂ ਨਹੀਂ ਸੀ ਦਿੱਤੀ, ਤੇ ਨਾਲ ਹੀ ਉਹਨਾਂ ਨੇ ਸ਼ਸਤਰ ਵਿਦਿਆ ਦੇਣੀ ਸ਼ੁਰੂ ਕਰਤੀ। ਅਤੇ ਉਹਦੇ ਲਈ ਦੱਖਣ ਦੇ ਅਨੁਰੂਪ, ਕਿਉਂਕਿ ਦੱਖਣ ਹੈ ਨਾ, ਬੁੱਤ ਪੂਜਾ ਹੈ, ਉਹਨਾਂ ਨੇ ਹਨੂਮਾਨ ਦਾ ਬਹੁਤ ਵੱਡੇ ਵੱਡੇ ਉੱਚੇ ਉੱਚੇ ਬੁੱਤ ਬਣਾਏ, ਤਾਂ ਕਿ ਜਿਹੜੇ ਸ਼ੂਦਰ ਆ, ਮੂਲ ਨਿਵਾਸੀ ਹੈ, ਉਹਨਾਂ ਨੂੰ ਤਾਕਤ ਮਿਲੇ। ਕਿਉਂਕਿ ਜਿਹੜੇ ਉਹ ਬੰਦੇ ਆ, ਉਹਨਾਂ ਨੂੰ ਤਾਕਤ ਹੀ ਬੁੱਤਾਂ ਤੋਂ ਮਿਲਦੀ ਸੀ। ਉਹ ਪੜ੍ਹੇ ਲਿਖੇ ਨਹੀਂ ਸੀਗੇ, ਤੇ ਨਾ ਹੀ ਉਹਨਾਂ ਨੂੰ ਛੇਤੀ ਪੜ੍ਹਾ ਲਿਖਾ ਕੇ ਉਸ ਲੈਵਲ ਤੇ ਲਿਆਂਦਾ ਜਾ ਸਕਦਾ ਸੀ। ਯਾਦ ਰੱਖੋ, ਸਮਰੱਥ ਰਾਮਦਾਸ ਨੂੰ ਪਤਾ ਹੋਣਾ ਹੈ ਕਿ ਹਰਗੋਬਿੰਦ ਸਾਹਿਬ ਜੀ ਤਿੱਕਰ 125 ਸਾਲ ਬੀਤ ਚੁੱਕੇ ਸੀਗੇ, ਤੇ ਇੰਨੇ ਲੰਮੇ ਪੀਰੀਅਡ ਦੇ ਵਿੱਚ ਕੁਝ ਲੋਕਾਂ ਦੇ ਵੀ ਜਾਗਰਤੀ ਆਈ ਸੀ, ਤੇ ਸਮਰੱਥ ਰਾਮਦਾਸ ਨੇ 5-10 ਸਾਲ ਚ ਕੀ ਜਾਗਰਤੀ ਲਿਆਉਣੀ ਸੀ। ਬੁੱਤ ਪ੍ਰਸਤਾਂ ਨੂੰ ਜਾਗਰਤੀ ਲਿਆਉਣੀ ਬਹੁਤ ਲੰਬਾ ਕੰਮ ਹੈ, ਕਈ ਪੀੜ੍ਹੀਆਂ ਗੁਜ਼ਰ ਜਾਂਦੀਆਂ। ਤੋ ਇਸ ਕਰਕੇ ਉਸਨੇ ਉਹਨਾਂ ਦੀ ਜੋ ਉਹਨਾਂ ਦੀ ਪ੍ਰਸਤਰੀ ਸੀ, ਜੋ ਉਹਨਾਂ ਦੀ ਪੂਜਾ ਦਾ ਢੰਗ ਸੀਗਾ, ਉਸ ਦੇ ਵਿੱਚ ਹੀ ਉਹਨਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਹਨੂਮਾਨ ਦਾ ਜਿਹੜਾ ਜੰਗਜੂ ਸਰੂਪ ਹੈ ਨਾ, ਉਹ ਰਾਮਾਇਣ ਦੇ ਵਿੱਚ ਬਹੁਤ ਪ੍ਰਧਾਨ ਹੈ। ਅਤੇ ਉਸ ਜੰਗਜੂ ਸਰੂਪ ਨੂੰ ਹੀ ਮਤਲਬ ਹਿੰਦੂਆਂ ਵਿੱਚੋਂ ਜਿਹੜੇ ਸ਼ੂਦਰ ਸੀਗੇ, ਉਹਨਾਂ ਨੂੰ ਤੇ ਬ੍ਰਾਹਮਣਾਂ ਨੂੰ, ਸਾਰਿਆਂ ਨੂੰ ਜਗ੍ਹਾ ਜਗ੍ਹਾ ਮੱਠ ਬਣਾਏ ਗਏ, ਤੇ ਉੱਥੇ ਟ੍ਰੇਨਿੰਗ ਸ਼ੁਰੂ ਹੋਈ। ਉਹਨਾਂ ਵਿੱਚੋਂ ਹੀ ਇੱਕ ਮੱਠ ਦੇ ਵਿੱਚ ਬੰਦਾ ਬਹਾਦਰ ਜੀ, ਜਿਨ੍ਹਾਂ ਦਾ ਨਾਮ ਮਾਧੋ ਦਾਸ ਸੀ, ਉਹਨੇ ਵੀ ਟ੍ਰੇਨਿੰਗ ਲਈ ਸੀ। ਤੋ ਇਹ ਜਿਹੜਾ ਹਿੰਦੂ ਪਦ ਪਾਤਸ਼ਾਹੀ ਹੈ, ਇੱਥੋਂ ਸ਼ੁਰੂ ਹੁੰਦੀ ਹੈ ਕਿ ਉਹ ਲੋਕ ਜਿਨ ਕੀ ਜਾਤ ਔਰ ਕੁਲ ਮੈਂ ਸਰਦਾਰੀ ਨਹੀਂ ਭਈ ਕਤਾਹੀ, ਜਿਹੜਾ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਚਨ ਰਤਨ ਸਿੰਘ ਭੰਗੂ ਨੇ ਲਿਖਿਆ, ਸੇਮ ਵਚਨ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਤੋਂ ਸਮਰੱਥ ਰਾਮਦਾਸ ਨੇ ਜਾ ਕੇ ਮਹਾਰਾਸ਼ਟਰ ਚ ਬੀਜਿਆ, ਅਤੇ ਉਹਦਾ ਜਿਹੜੀ ਫਸਲ ਹੈ ਉਹ ਸ਼ਿਵਾਜੀ ਮਰਹੱਟੇ ਦੇ ਰੂਪ ਚ ਆਈ। ਤੇ ਜਿਹੜੀ ਤੁਰਕਾਂ ਦੇ ਥੱਲੇ ਪਰਜਾ ਜ਼ੁਲਮ ਸਹਿ ਰਹੀ ਸੀ, ਉਹ ਪਰਜਾ ਜਿਹੜੀ ਹੈ ਖੁਦ ਰਾਜ ਕਰਨ ਦੇ ਸੁਪਨੇ ਲੈਣ ਲੱਗੀ, ਤੇ ਰਾਜ ਸਥਾਪਿਤ ਵੀ ਕੀਤਾ, ਤੇ ਉਹਨਾਂ ਨੇ ਨਿਸ਼ਾਨਾ ਬਣਾਇਆ ਹਿੰਦੂ ਪਦ ਪਾਤਸ਼ਾਹੀ, ਯਾਨੀ ਜਿਹੜੀ ਪਰਜਾ ਹੈ ਉਹਨਾਂ ਦੀ ਪਾਤਸ਼ਾਹੀ ਹੋਊਗੀ। ਤੋ ਇਹ ਹੈਗਾ ਹੈ, ਇਸ ਨੂੰ ਆਪਾਂ ਹਿੰਦੂਤਵ ਨਹੀਂ ਕਹਿ ਸਕਦੇ। ਹਿੰਦੂਤਵ ਉਸਦਾ ਨਾਂ ਹੈ ਜਿਹੜਾ ਬਾਅਦ ਦੇ ਵਿੱਚ ਧਰਮ ਦੇ ਰੂਪ ਚ ਆਪੇ ਹੀ ਕਲਪਨਾ ਕਰਕੇ ਇੱਕ ਸ਼ਬਦ ਬਣਾਇਆ ਗਿਆ,
क्योंकि हम्म शैव साकत वैष्णव जितने भी फिरके है ब्राह्मण ਧਰਮਾਂ ਦੇ हम्म ਉਹ ਸਾਰੇ ਧਰਮਾਂ ਦੇ ਉਹਨੂੰ ਇਕੱਠਾ ਕਰਕੇ ਤੇ ਇੱਕ ਸੰਯੁਕਤ ਨਾਂ ਦਿੱਤਾ ਗਿਆ ਹਿੰਦੂਤਵ। हम्म ਤੋ ਇਹ ਜਿਹੜੀ ਚੀਜ਼ ਹੈਗੀ ਆ ਇਹ ਉਪਜ ਹੈਗੀ ਆ ਆਪਣੀ 20ਵੀਂ ਸਦੀ ਦੀ। ਹਿੰਦੂਤਵ 20ਵੀਂ ਸਦੀ ਦੀ ਉਪਜ ਹੈ, ਉਸ ਤੋਂ ਪਹਿਲਾਂ ਨਹੀਂ ਹੈਗੀ। ਉਹ ਵੀ ਆਰਐਸਐਸ ਦੇ ਬਣਨ ਤੋਂ ਬਾਅਦ, ਹਿੰਦੂ ਮਹਾਸਭਾ ਤੇ ਆਰਐਸਐਸ ਦੇ ਬਣਨ ਤੋਂ ਬਾਅਦ। ਇੱਕ ਮੇਰੇ ਮਨ 'ਚ ਹੁਣ ਇਹ ਵੀ ਸਵਾਲ ਉੱਠ ਰਿਹਾ, ਉਹ ਤੇ ਵੀ ਜ਼ਰੂਰ ਚਾਨਣਾ ਪਾਇਓ, ਉਹ ਵੀ ਸਾਡੇ ਦਰਸ਼ਕਾਂ ਨੂੰ ਕਲੀਅਰ ਕਰਿਓ। ਮੇਰੇ ਵਰਗੇ ਬਹੁਤ ਜਿਹੜੇ ਹੋਸ਼ੀ ਬੁੱਧੀ ਰੱਖਦੇ ਨੇ ਉਹਨਾਂ ਦੇ ਇਹ ਮਨ ਨੂੰ ਗੱਲ ਤੁਹਾਡੀ ਜਚੂਗੀ ਵੀ, ਔਰ ਥੋੜਾ ਹੋਰ ਕਨਸੈਪਟ ਕਲੀਅਰ ਹੋਊਗਾ। ਜਿਹੜੀ ਆਪਾਂ ਮਨੂ ਸਿਮਰਤੀ ਦੀ ਗੱਲ ਕਰਦੇ ਹਾਂ, ਵੀ ਜਿਹੜਾ ਮਨੂ ਸਿਮਰਤੀ, ਜਿੱਦਾਂ ਆਪਾਂ ਸ਼ਰੀਆ ਦੀ ਗੱਲ ਕਰਦੇ ਹਾਂ, ਕਾਨੂੰਨ ਦੀ ਗੱਲ ਕਰਦੇ ਹਾਂ, ਤੇ ਜਿਹੜੀ ਮਨੂ ਸਿਮਰਤੀ ਹੈ ਇਹ ਇਤਿਹਾਸ ਦੇ ਮੁਤਾਬਕ ਇਹ ਕਦੋਂ ਕਦੀ ਲਾਗੂ ਹੈ? ਕੀ ਇਹ ਅੰਗਰੇਜ਼ਾਂ ਦੇ ਕਾਲ ਤੋਂ ਬਾਅਦ ਆਉਂਦੀ ਹੈ ਜਾਂ ਪਹਿਲਾਂ ਆਉਂਦੀ ਹੈ? ਜੇ ਪਹਿਲਾਂ ਆਉਂਦੀ ਹੈ ਤਾਂ ਕਿਹੜੇ ਰਾਜੇ ਸੀਗੇ, ਹਿੰਦੂ ਰਾਜੇ ਜਾਂ ਕੋਈ ਵੀ ਰਾਜੇ ਉਸ ਟਾਈਮ ਹਿੰਦੁਸਤਾਨ ਦੇ, ਜਿਹੜੇ ਇਸ ਸ਼ਰੀਆ ਦੇ ਹੇਠ ਕੰਮ ਕਰਦੇ ਸੀ? ਕਿਉਂਕਿ ਇੱਕ ਗੱਲ ਇਸ ਤਰ੍ਹਾਂ ਹੁੰਦੀ ਹੈ ਨਾ ਆਪਾਂ ਨੂੰ, ਸ਼ਰੀਆ ਤਾਂ ਜੀ। ਇਸਲਾਮ ਦੀ ਆ ਨਾ, ਉਹ ਤਾਂ ਸੰਗਤੀ ਵੱਖਰੀ ਆ, ਸ਼ਰੀਆ ਵੱਖਰੀ ਆ। ਹਾਂ, ਮੈਂ ਕਹਿਣ ਤੋਂ ਭਾਵੇਂ ਆਪਾਂ ਜਿਵੇਂ ਉਹੀ ਗੱਲ ਕਰਦੇ ਸੀ ਵੀ ਮੁਸਲਮਾਨਾਂ ਦੀ ਤਾਂ ਆਪਾਂ ਨੂੰ ਸ਼ਰੀਆ ਸਮਝ ਆ ਗਈ, ਜਿਹੜੀ ਮਤਲਬ ਇਹ ਮਨੂ ਸਿਮਰਤੀ ਆਉਂਦੀ ਹੈ ਇਹ ਕਦੋਂ ਹੋਂਦ ਚ ਆਉਂਦੀ ਹੈ? ਇਹ ਕਦੋਂ ਕਦੀ ਮਤਲਬ ਇਤਿਹਾਸ ਦੇ ਵਿੱਚ ਹੈਗੀ? ਓਕੇ ਇਹ ਆਪਣੇ ਸਬਜੈਕਟ ਤੋਂ ਹੁਣ ਥੋੜੀ ਜਿਹੀ ਪਾਸੇ ਗੱਲ ਹੋ ਗਈ, ਪਰ ਕਰ ਲੈਂਦੇ ਆ ਇਹ। ਅਗਰ ਅਸੀਂ ਆਰਕੀਓਲੋਜੀ ਤੇ ਐਂਥਰੋਪੋਲੋਜੀ ਦੀਆਂ ਦੋ ਸਾਇੰਸਿਸ ਨੇ ਜਿਹੜੀਆਂ ਕਿ ਹਿਸਟਰੀ ਨੂੰ ਕੰਕਰੀਟ ਤੌਰ ਦੇ ਉੱਤੇ ਤੇ ਸੱਚਾਈ ਦੇ ਰੂਪ ਚ ਸਾਹਮਣੇ ਲਿਆਉਂਦੀਆਂ, ਬਾਕੀ ਕਲਪਨਾ ਤੇ ਇਤਿਹਾਸ ਨੂੰ ਇਹ ਵੱਖ ਕਰਨ ਦੇ ਸਮਰੱਥ ਹੈ। ਇਹ ਦੋ ਸਾਇੰਸ ਹੈ ਜਿਹੜੀਆਂ, ਇੱਕ ਐਂਥਰੋਪੋਲੋਜੀ ਜਿਹੜੀ ਕਿ ਤੁਹਾਡੇ ਜੈਵਿਕੀ ਗਿਆਨ ਹੈ, ਮਤਲਬ ਅਸਥੀ ਪਿੰਜਰ ਦੇ ਗਿਆਨ ਹੈ, ਹੱਡੀਆਂ ਤੋਂ ਜਾਂ ਜਿਹੜੇ ਮਨੁੱਖ ਦੇ ਜੋ ਵੀ ਜੀਵਾਂਸ਼ ਬਾਕੀ ਬਚੇ ਆ ਉਹਨਾਂ ਤੋਂ ਖੋਜ ਕਰਕੇ ਬਹੁਤ ਨਤੀਜੇ ਕੱਢਦੇ ਆ। ਦੂਜਾ ਹੈ ਆਰਕੀਓਲੋਜੀ, ਧਰਤੀ ਦੇ ਥੱਲੇ ਦਬੀਆਂ ਆ, ਧਰਤੀ ਦੇ ਉੱਪਰਲੇ ਜਿਹੜੇ ਖੰਡਰਾਤ ਨੇ ਜਾਂ ਜੋ ਵੀ ਪੁਰਾਣੀਆਂ ਚੀਜ਼ਾਂ ਮਿਲਦੀਆਂ ਨੇ ਉਹਨਾਂ ਤੋਂ ਇਤਿਹਾਸਕ ਸੱਚਾਈ ਜਾਣਨੀ। ਇਹ ਦੋ ਚੀਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਮੌਰੀਆ ਸਾਮਰਾਜ ਦੇ ਪਤਨ ਤੀਕਰ ਜੋ ਵੀ ਸਾਡੇ ਸਾਹਮਣੇ ਸਬੂਤ ਆਉਂਦੇ ਆ, ਜਿਵੇਂ ਕਿ ਸ਼ਿਲਾ ਲੇਖ ਹੈ, ਅਸ਼ੋਕ ਦੇ ਸ਼ਿਲਾ ਲੇਖਾਂ ਦਾ ਅੰਤ ਹੀ ਕੋਈ ਨਹੀਂ, ਇਤਨੇ ਲੇਖ ਹੈ, ਉਹਦੇ ਵਿੱਚ ਕਿਤੇ ਵੀ ਸੰਸਕ੍ਰਿਤ ਬੋਲੀ ਨਹੀਂ ਹੈ। ਉਹਦੇ ਵਿੱਚ ਖਰੋਸ਼ਟੀ ਹੈਗੀ ਆ, ਗ੍ਰੀਕ ਬੋਲੀ ਹੈਗੀ ਆ, ਪਾਲੀ ਪ੍ਰਾਕ੍ਰਿਤ ਹੈਗੀ ਆ, ਪਰ ਸੰਸਕ੍ਰਿਤ ਨਹੀਂ ਹੈ। ਦੂਜੀ ਗੱਲ, ਉਹਨਾਂ ਸ਼ਿਲਾ ਲੇਖਾਂ ਵਿੱਚ ਕਿਤੇ ਵੀ ਰਾਮ ਕ੍ਰਿਸ਼ਨ ਦਾ ਨਾਂ ਨਹੀਂ, ਕਿਤੇ ਵੀ ਵੇਦਾਂ ਦਾ ਨਾਂ ਨਹੀਂ ਹੈਗਾ। ਇਹ ਕਿਵੇਂ ਹੋ ਸਕਦਾ ਕਿ ਇੰਨਾ ਵੱਡਾ ਕੋਈ ਧਰਮ ਹੋਵੇ ਤੇ ਉਹਦੇ ਗ੍ਰੰਥ ਹੋਣ ਤੋਂ ਉਹਨਾਂ ਦਾ ਜ਼ਿਕਰ ਨਾ ਹੋਵੇ? ਜ਼ਿਕਰ ਜੇ ਹੈ ਤਾਂ ਬੋਧੀਆਂ ਤੇ ਜੈਨੀਆਂ ਦੇ ਜ਼ਿਕਰ ਹੈਗੇ ਆ। ਦਰਅਸਲ ਜੈਨੀ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਮਹਾਵੀਰ ਹੋਇਆ, ਮਹਾਤਮਾ ਬੁੱਧ ਵੇਲੇ ਹੋਇਆ ਮਹਾਵੀਰ ਜੀ, ਉਹ 22ਵੇਂ ਤੀਰਥੰਕਰ ਹੈ, ਅਖੀਰਲੇ ਤੀਰਥੰਕਰ ਹੈ। ਉਸ ਤੋਂ ਪਹਿਲਾਂ 21 ਤੀਰਥੰਕਰ ਹੋ ਚੁੱਕੇ ਆ, ਯਾਨੀ 21 ਪੀੜ੍ਹੀਆਂ ਗੁਜ਼ਰ ਚੁੱਕੀਆਂ। ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਅਗਰ 600 500 600 BC ਚ ਹੋਏ ਆ ਉਹ, ਤਾਂ ਉਸ ਤੋਂ ਪਹਿਲਾਂ ਉਹ ਪੀੜ੍ਹੀਆਂ ਕਿੰਨੇ ਕੁ ਸਾਲ ਉੱਪਰ, ਕਮ ਸੇ ਕਮ 15-16 ਸਾਲ ਬੈਕ ਚਲੇ ਜਾਂਦਾ ਕੰਮ, ਯਾਨੀ ਜਾ ਕੇ ਤਕਰੀਬਨ 2000 ਜਾਂ 2500 BC, ਯਾਨੀ ਈਸਾ ਮਸੀਹ ਤੋਂ 2000 ਸਾਲ ਪਹਿਲਾਂ, 2500 ਸਾਲ ਪਹਿਲਾਂ। ਹਾਲੇ ਤਾਂ ਅਸੀਂ ਈਸਾ ਮਸੀਹ ਤੋਂ ਹੁਣ ਤੱਕਰ ਤੁਸੀਂ ਦੇਖ ਲਓ ਆਹ 2100 ਸਾਲ ਤੇ ਆਏ ਆ ਹਾਲੇ। ਠੀਕ ਹੈ ਜੀ, ਓਕੇ। ਤੇ ਇਹਦਾ ਮਤਲਬ ਇਹ ਹੈਗਾ ਕਿ ਉਸ ਵੇਲੇ ਤੱਕਰ ਵੈਸ਼ਨਵ ਸ਼ੈਵ ਸਾਕਤ ਧਰਮ ਨਹੀਂ ਸੀਗੇ, ਇਹ ਬਾਅਦ ਚ ਆਇਆ। ਕਿਹਾ ਇਹ ਜਾਂਦਾ ਹੈਗਾ ਕਿ ਸਭ ਤੋਂ ਪਹਿਲਾ ਜਿਹੜਾ ਜਿਸ ਨੂੰ ਕਿਹਾ ਜਾਂਦਾ ਹੈ, ਜਿਸ ਨੇ ਜਿਹੜਾ ਅਯੋਧਿਆ, ਆਯੁਧ ਦਾ ਮਤਲਬ ਹੁੰਦਾ ਸ਼ਸਤਰ, ਅਯੋਧਿਆ ਜਿਹੜੀ ਕਿ ਸ਼ਸਤਰਾਂ ਤੋਂ ਬਿਨਾਂ ਜਿੱਤ ਲਈ, ਪਹਿਲਾ ਨਾਂ ਉਹਦਾ ਸਾਕੇਤ ਹੁੰਦਾ ਸੀ, ਸਾਕੇਤ ਹੁੰਦਾ ਸੀ। ਇਹ ਪੁਸ਼ਯਾਮਿੱਤਰ ਸ਼ੁੰਗ ਹੈ ਜਿਹੜਾ, ਜਿਸਨੇ ਕਿ ਅਖੀਰੀ ਮੌਰੀਆ ਸਮਰਾਟ ਦਾ ਕਤਲ ਕਰਕੇ ਰਾਜ ਹਥਿਆਇਆ, ਉਹਨੇ ਆਪਣੀ ਰਾਜਧਾਨੀ ਜਿਹੜੀ ਆ ਉਹ ਅਯੁੱਧਿਆ ਬਣਾਈ। ਤੇ ਜਿਹੜਾ ਇੰਡੀਆ ਵਿੱਚ ਵਿਚਾਰ ਹੋ ਰਿਹਾ ਗੈਰ ਸਵਰਨ ਜਾਤੀਆਂ ਦੇ ਵਿਦਵਾਨਾਂ ਵੱਲੋਂ, ਉਹ ਇਹ ਹੋ ਰਿਹਾ ਹੈ, ਯਾਨੀ ਸ਼ੂਦਰ ਜਾਤੀ ਦੇ ਵਿਦਵਾਨਾਂ ਤੇ ਅਛੂਤ ਵਿਦਵਾਨਾਂ ਵੱਲੋਂ ਇਹ ਹੋ ਰਿਹਾ ਹੈ
ਕਿ ਇਹ ਜਿਹੜਾ ਹੈ ਇਸੇ ਨੂੰ ਹੀ ਰਾਮਚੰਦਰ ਕਿਹਾ ਗਿਆ। ਪੁਸ਼ਯਾਮਿੱਤਰ ਸ਼ੁੰਗ ਨੂੰ, ਬ੍ਰਾਹਮਣ ਨੂੰ ਹੀ, ਕਿਉਂਕਿ ਬ੍ਰਾਹਮਣ ਸੈਨਾਪਤੀ ਸੀ, ਉਹ ਰਾਜਾ ਬਣ ਗਿਆ ਤੇ ਉਸੇ ਨੂੰ ਹੀ ਰਾਮਚੰਦਰ ਦਾ ਖਿਤਾਬ ਦਿੱਤਾ ਗਿਆ। ਹੁਣ ਚਲੋ ਇਹ ਗੱਲ ਆਪਾਂ ਛੱਡਦੇ ਹਾਂ, ਪਰ ਇਹ ਗੱਲ ਪੱਕੀ ਗੱਲ ਹੈ ਕਿ ਮੌਰੀਆ ਕਾਲ ਦੇ ਅੰਤ ਤੱਕ ਬ੍ਰਾਹਮਣ ਧਰਮ ਦਾ ਕੋਈ ਨਿਸ਼ਾਨ ਨਹੀਂ ਮਿਲਦਾ। ਵੈਦਿਕ ਵੇਦਾਂ ਸ਼ਾਸਤਰਾਂ ਦਾ ਕੋਈ ਨਿਸ਼ਾਨ ਨਹੀਂ ਮਿਲਦਾ। ਹੁਣ ਆਪਾਂ ਇਹ ਬਹਿਸ ਨੂੰ ਖਤਮ ਕਰੀਏ। ਇਹਦਾ ਮਤਲਬ ਇਹ ਹੈ ਕਿ ਗੁਪਤ ਕਾਲ ਯਾਨੀ ਗੁਪਤ ਸਾਮਰਾਜ ਜਦੋਂ ਆਉਂਦਾ ਹੈ, ਉਸ ਵੇਲੇ ਤਕਰੀਬਨ ਇਹ ਸਾਰੇ ਸ਼ਾਸਤਰ ਇਹ ਪਾਂਡੂ ਲਿਪੀਆਂ ਤੇ ਲਿਖੇ ਗਏ ਆ, ਅਤੇ ਇਹਦੇ ਵਿੱਚ ਬੁੱਧ ਮਤ ਜਿਹੜਾ ਹੈ, ਜਿਸ ਨੂੰ ਧੰਮਾ ਕਿਹਾ ਜਾਂਦਾ ਸੀ, ਉਹਦੇ ਫਲਸਫੇ ਨਾਲ ਭਰਪੂਰ ਆ ਇਹ ਜਿਹੜੇ ਸ਼ਾਸਤਰ ਹੈ। ਉਹਦੀ ਬੋਲ ਬਾਣੀ ਥੋੜੀ ਜਿਹੀ ਵੱਖਰੀ ਆ, ਭਾਖਿਆ ਯਾਨੀ ਨੈਰੇਟਿਵ ਥੋੜੇ ਜਿਹੇ ਵੱਖਰੇ ਕੀਤੇ ਹੋਏ ਆ। ਤੇ ਅਗਲੀ ਗੱਲ ਇਹ ਹੈਗੀ ਆ ਕਿ ਉਸੇ ਵੇਲੇ ਹੀ ਇਹ ਸਮ੍ਰਿਤੀਆਂ ਲਿਖੀਆਂ ਹੋਣੀਆਂ, ਅਤੇ ਜਿਹੜੇ ਗੁਪਤ ਸਾਮਰਾਜ ਵੇਲੇ, ਬਾਅਦ ਵਿੱਚ ਹਰਸ਼ ਵੇਲੇ ਤੇ ਹੋਰਾਂ ਵੇਲੇ, ਤੇ ਖਾਸ ਕਰਕੇ ਰਾਜਪੂਤ ਕਾਲ ਵੇਲੇ, ਕਿਉਂਕਿ ਰਾਜਪੂਤ ਤਾਂ ਬ੍ਰਾਹਮਣਾਂ ਨੇ ਯੱਗ ਦੁਆਰਾ ਬਣਾਏ ਸੀ ਨਾ, ਇੱਕ ਛਤਰੀ ਸੰਤਾਨ ਤਾਂ ਹੈ ਨਹੀਂ, ਛਤਰੀਆਂ ਦੀ ਸੰਤਾਨ ਨਹੀਂ, ਸੋ ਬ੍ਰਾਹਮਣ ਹੀ ਇਹਨਾਂ ਦੇ ਗੁਰੂ ਸੀਗੇ। ਤੋ ਸਮ੍ਰਿਤੀਆਂ ਰਾਜਪੂਤਾਂ ਨੇ ਸਖਤੀ ਨਾਲ ਲਾਗੂ ਕੀਤੀਆਂ, ਤੇ ਰਾਜਪੂਤ ਕਾਲ ਤੋਂ ਪਹਿਲਾਂ ਸਮ੍ਰਿਤੀਆਂ ਦੀ ਕੋਈ ਸ਼ਨਾਖਤ ਮਿਲਦੀ ਨਹੀਂ, ਪਰ ਗੁਪਤ ਰਾਜ ਵੇਲੇ ਜ਼ਰੂਰ ਹੈ, ਇਸ਼ਾਰੇ ਮਿਲਦੇ ਆ ਕਿ ਉਸ ਵੇਲੇ ਸਮ੍ਰਿਤੀਆਂ ਲਾਗੂ ਹੋ ਗਈਆਂ ਸੀ, ਤੇ ਰਾਜਪੂਤ ਕਾਲ ਵੇਲੇ ਲਾਗੂ ਰਹੀਆਂ। ਸਾਰੇ ਹਿੰਦੁਸਤਾਨ 'ਚ ਵੱਖਰੇ ਵੱਖਰੇ ਚੌਹਾਨ, ਚਾਲੁਕਿਆ, ਰਾਸ਼ਟਰਕੂਟ, ਪਰਿਹਾਰ ਵਗੈਰਾ ਵਗੈਰਾ, ਇਹ ਸਾਰੇ ਚੌਹਾਨ ਇਹਨਾਂ ਦੇ ਰਾਜ ਰਹੇ ਆ, ਤੇ ਇਹਨਾਂ ਵੇਲੇ ਸਮ੍ਰਿਤੀਆਂ ਲਾਗੂ ਸੀਗੀਆਂ, ਸਮ੍ਰਿਤੀਆਂ ਦੇ ਕਾਨੂੰਨ ਲਾਗੂ ਸੀਗੇ। ਫਿਰ ਇਹ ਮੁਗਲਾਂ ਦੇ ਵੇਲੇ ਇਹ ਸਮ੍ਰਿਤੀ ਕਾਨੂੰਨ ਹੈ, ਇਹ ਸਿਰਫ ਹਿੰਦੂ ਰਾਜਿਆਂ ਦੇ ਜਾਂ ਜਿੱਥੇ ਬ੍ਰਾਹਮਣ ਦਾ ਸਮਾਜ ਸੀਗਾ ਤੇ ਬ੍ਰਾਹਮਣਾਂ ਦਾ ਉੱਥੇ ਪ੍ਰਭੂਤਵ ਸੀਗਾ, ਉੱਥੇ ਸਮ੍ਰਿਤੀਆਂ ਲਾਗੂ ਰਹੀਆਂ। ਮੈਂ ਤੁਹਾਨੂੰ ਦੱਸਦਾ ਕਿ ਰਵਿੰਦਰਨਾਥ ਠਾਕੁਰ ਜੀ ਦੀ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ। ਰਵਿੰਦਰਨਾਥ ਟੈਗੋਰ ਕਹਿੰਦੇ ਆ, ਅਸਲੀ ਨਾਮ ਉਹਨਾਂ ਦਾ ਠਾਕੁਰ ਹੈ, ਰਵਿੰਦਰਨਾਥ ਠਾਕੁਰ। ਉਹ ਮੈਨੂੰ ਹੁਣ ਕਿਤਾਬ ਦਾ ਨਾਮ ਭੁੱਲ ਗਿਆ। ਉਸਦੇ ਵਿੱਚ ਉਹ ਬਕਾਇਦਾ ਦੱਸਦੇ ਆ ਕਿ ਜਿਹੜਾ ਹਿੰਦੂ ਕਾਲਜ ਬਣਿਆ ਸੀਗਾ, ਪਹਿਲਾ ਹਿੰਦੂ ਕਾਲਜ ਅੰਗਰੇਜ਼ਾਂ ਦੇ ਨਾਲ ਮਿਲ ਕੇ ਰਾਜਾ ਰਾਮ ਮੋਹਨ ਰਾਏ ਨੇ ਬਣਾਇਆ ਸੀ, ਉਹਦੇ ਵਿੱਚ ਸਟੂਡੈਂਟ ਪੜ੍ਹ ਰਿਹਾ, ਉਹਦੇ 'ਚ ਇੱਕ ਬਣੀਆਂ ਦਾ ਮੁੰਡਾ ਵੀ ਪੜ੍ਹ ਰਿਹਾ, ਤੇ ਨਾਲ ਠਾਕੁਰਾਂ ਦਾ ਮੁੰਡਾ ਹੈ। ਉਹ ਠਾਕੁਰਾਂ ਦਾ ਮੁੰਡਾ ਤੇ ਬਣੀਏ ਮੁੰਡੇ ਦੋਵਾਂ ਦੀ ਦੋਸਤੀ ਹੈ, ਕਿਉਂਕਿ ਦੋਵੇਂ ਪੜ੍ਹਦੇ ਆ। ਉਹ ਬਣੀਏ ਨੂੰ ਮੁੰਡੇ ਨੂੰ ਆਪਣੇ ਘਰ ਲਿਆਉਂਦਾ, ਤੇ ਉਹਦੇ ਪਿਓ ਨੂੰ ਪਤਾ ਲੱਗਦਾ ਵੀ ਇਹ ਤਾਂ ਬਣੀਆ ਹੈ, ਤੇ ਉਹ ਜਦੋਂ ਚਲੇ ਜਾਂਦਾ ਮੁੰਡਾ, ਤਾਂ ਜਿਹੜਾ ਠਾਕੁਰ ਆ ਆਪਣੇ ਮੁੰਡੇ ਨੂੰ ਕਹਿੰਦਾ, ਜਿਹੜਾ ਕਾਲਜ ਪੜ੍ਹਦਾ ਹੈ, ਕਿ ਇਹਦੀ ਇੰਨੀ ਹਿੰਮਤ ਕਿ ਧੋਤੀ ਗੋਡਿਆਂ ਤੋਂ ਥੱਲੇ ਗਿੱਟਿਆਂ ਤੱਕ ਪਾਵੇ, ਇਹ ਬਣੀਏ ਦੀ ਇੰਨੀ ਹਿੰਮਤ, ਇਹਦੇ ਨਾਲ ਇਹਨੇ ਬਾਹਮਣ ਤਾਂ ਨਹੀਂ ਬਣ ਜਾਣਾ। ਯਾਨੀ ਬਣੀਆ ਜਿਹੜਾ ਹੈ ਉਸਨੂੰ ਗੋਡਿਆਂ ਦੇ ਉੱਤੇ ਧੋਤੀ ਬੰਨਣੀ ਪੈਂਦੀ ਸੀ ਤਾਂ ਕਿ ਉਹਦੀ ਪਛਾਣ ਹੋ ਜਾਏ। ਮੇਰੀ ਗੱਲ ਸਮਝਦੇ ਆ? ਇਹ ਸਮ੍ਰਿਤੀ ਦੇ ਅਸੂਲ ਹੈ, ਇਹ ਸਮ੍ਰਿਤੀ ਦਾ ਅਸੂਲ ਹੈ। ਯਾਨੀ ਅੰਗਰੇਜ਼ਾਂ ਵੇਲੇ ਵੀ ਜਿਹੜਾ ਬੰਗਾਲ ਦਾ ਬ੍ਰਾਹਮਣ ਸਮਾਜ ਸੀਗਾ, ਉਹਦੇ ਵਿੱਚ ਬਕਾਇਦਾ ਇਹ ਪਾਲਣ ਕੀਤਾ ਜਾਂਦਾ ਸੀ, ਤੇ ਸ਼ੂਦਰ ਜਿਹੜਾ ਹੈ ਉਹ ਆਪਣੇ ਪੱਟਾਂ ਤੱਕ ਢੱਕਦਾ ਸੀਗਾ ਅੰਗ ਨੂੰ, ਯਾਨੀ ਉਹ ਗੋਡਿਆਂ ਤੱਕ ਨਹੀਂ ਸੀ ਲਿਆ ਸਕਦਾ ਕੱਪੜਾ। ਜੇ ਮਹਾਤਮਾ ਗਾਂਧੀ ਨੇ ਗੋਡਿਆਂ ਤੱਕ ਧੋਤੀ ਪਾਈ, ਥੱਲੇ ਨਹੀਂ ਆਉਣ ਦਿੱਤੀ, ਤਾਂ ਉਸਨੇ ਖੱਤਰੀਆਂ ਤੇ ਬ੍ਰਾਹਮਣਾਂ ਨੂੰ ਇਸ ਚੀਜ਼ ਦਾ ਆਸ਼ਵਾਸਨ ਦਿੱਤਾ, ਭਰੋਸਾ ਦਿੱਤਾ ਕਿ ਮੈਂ ਤਾਂ ਵਰਣ ਆਸ਼ਰਮ ਧਰਮ ਨੂੰ ਹੀ ਮੰਨਦਾ ਹਾਂ, ਤੇ ਮੈਂ ਤੁਹਾਡੀ ਵਿਰੋਧਤਾ ਕਰਨ ਨਹੀਂ ਆਇਆ, ਮੈਂ ਤੁਹਾਡੇ ਅਸੂਲ ਤੋੜਨ ਨਹੀਂ ਆਇਆ, ਮੈਂ ਸਮ੍ਰਿਤੀ ਅਸੂਲਾਂ ਅਨੁਸਾਰ ਚੱਲਦਾ। ਇਸ ਕਰਕੇ ਮਹਾਤਮਾ ਗਾਂਧੀ ਵਰਣ ਆਸ਼ਰਮ ਧਰਮ ਅਨੁਸਾਰ ਚੱਲਦੇ ਸੀ। ਓਕੇ, ਹੁਣ ਆਪਾਂ ਆਉਂਦੇ ਹਾਂ ਹਿੰਦੂ ਪਾਤਸ਼ਾਹੀ, ਆਪਾਂ ਦੱਸਤਾ, ਹੁਣ ਆਪਾਂ ਹਿੰਦੂਤਵਾ ਤੇ ਆਉਂਦੇ ਹਾਂ। ਜਦੋਂ ਕਾਂਗਰਸ ਬਣ ਗਈ 1885 ਵਿੱਚ, ਇੰਡੀਅਨ ਨੈਸ਼ਨਲ ਕਾਂਗਰਸ ਬਣੀ, ਤਾਂ ਉਹਦੇ ਸਾਰੇ ਜਿਹੜੇ ਮੈਂਬਰ ਸੀਗੇ ਪਹਿਲਾਂ ਉਹ ਬ੍ਰਾਹਮਣ ਸੀਗੇ, ਵੱਡੀ ਗਿਣਤੀ ਵੀ ਸੀਗੇ ਬ੍ਰਾਹਮਣ, ਉਹ ਮਹਾਰਾਸ਼ਟਰ ਤੋਂ ਤੇ ਕੁਝ ਸੀਗੇ ਬੰਗਾਲ ਤੋਂ ਜੀ। ਠੀਕ ਹੈ ਜੀ। ਤੋ ਇੱਧਰ ਗਣੇਸ਼ ਜੀ ਦੀ ਜਿਹੜੀ ਪ੍ਰਤੀਕ ਹੈ, ਗਣੇਸ਼ ਜੀ ਦੇ ਪ੍ਰਤੀਕ ਨੂੰ ਮੂਹਰੇ ਕੀਤਾ ਗਿਆ, ਅਤੇ ਬੰਗਾਲ ਦੇ ਵਿੱਚ ਦੁਰਗਾ ਮਾਤਾ ਦੇ ਪ੍ਰਤੀਕ ਨੂੰ ਅੱਗੇ ਕੀਤਾ ਗਿਆ। ਇਸ ਤਰ੍ਹਾਂ ਇਹ ਦੋ ਲਹਿਰਾਂ ਚੱਲੀਆਂ, ਤੇ ਵੈਸ਼ਨਵ ਮਤ ਤੇ ਸ਼ੈਵ ਮਤ ਦੀ ਆੜ ਵਿੱਚ ਜਿਹੜੇ ਆਪਣੇ
ਗਣੇਸ਼ ਜੀ ਆ ਉਹ ਸ਼ੈਵ ਮੱਤ ਦੇ ਵਿੱਚ ਆਉਂਦੇ ਆ, ਤੇ ਜਿਹੜੀ ਦੁਰਗਾ ਮਾਤਾ ਹੈ ਉਹ ਜਿਹੜੀ ਸਾਖਤ ਮੱਤ ਚ ਆਉਂਦੀ ਆ। ਤੋ ਇਹ ਦੋ ਮੂਵਮੈਂਟ ਚੱਲੀਆਂ। ਤੇ ਜਿਹੜੇ ਗਾਂਧੀ ਜੀ ਬਾਅਦ ਚ ਆਏ ਆ ਉਹ ਪ੍ਰਚਾਰ ਕਰਦੇ ਸੀ ਵੈਸ਼ਨਵ ਮਤ ਦਾ। ਹਾਂਜੀ, ਵੈਸ਼ਨਵ ਜਨ ਤੋਂ ਉਸਕੋ ਕਹੀਏ ਜੋ ਪੀਰ ਪਰਾਈ ਜਾਣੇ ਰੇ, ਇਹੀ ਉਹ ਗਾਉਂਦੇ ਹੁੰਦੇ ਸੀਗੇ ਤੇ ਗਾਉਂਦੇ ਹੁੰਦੇ ਸੀਗੇ। ਤੋ ਇਹਨਾਂ ਨੇ ਫਿਰ ਇਹ ਇੱਕ ਧਰਮ ਬਣਾਉਣ ਦੀ ਸੋਚੀ। ਪਹਿਲਾਂ ਉਹਨਾਂ ਨੇ ਕਿਹਾ ਕਿ ਸਾਰਾ ਭਾਰਤ ਹੈ ਜਿਹੜਾ ਭਾਰਤ ਮਾਤਾ ਹੈ, ਅਤੇ ਭਾਰਤ ਮਾਤਾ ਮੰਦਿਰਾਂ ਦੀ ਸਥਾਪਤੀ ਜਿਹੜੀ ਹੈ ਉਹ ਕਰਨੀ ਸ਼ੁਰੂ ਹੋ ਗਈ। ਅਤੇ ਭਾਰਤ ਮਾਤਾ ਇਸ ਤਰ੍ਹਾਂ ਚੱਲੀ। ਉਹਦੇ ਨਾਲ ਸਾਰਾ ਇੰਡੀਆ, ਭਾਵੇਂ ਉਹ ਮਹਾਰਾਸ਼ਟਰ ਭਾਵੇਂ ਬੰਗਾਲ ਤੱਕਰ, ਉਹ ਤਕਰੀਬਨ ਇਸ ਗੱਲ ਤੇ ਰਜ਼ਾਮੰਦ ਸੀਗੇ ਜਿਹੜੇ ਪੜ੍ਹੇ ਲਿਖੇ ਬੰਦੇ ਆ। ਅਨਪੜ੍ਹਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ, ਨਾ ਅਖਬਾਰ ਸੀਗਾ ਉਹਨਾਂ ਦਿਨਾਂ 'ਚ, ਨਾ ਰੇਡੀਓ ਸੀਗਾ। ਉਹ ਤਾਂ ਆਪਣੇ ਜ਼ਿੰਦਗੀ ਵਿੱਚ ਜਿਵੇਂ ਜੀ ਰਹੇ ਸੀ, ਆਪਣੇ ਗਲੀ ਦੇ ਨੁੱਕੜ ਤੇ, ਘਰ ਦੀ ਡਿਓੜੀ ਵਿੱਚ, ਅੰਦਰ ਕਮਰੇ ਵਿੱਚ, ਜਾਂ ਬਾਹਰ ਵੱਡੀ ਸੜਕ ਤੇ, ਜਾਂ ਮੰਦਿਰ ਵਿੱਚ ਉਹਨਾਂ ਨੇ ਪ੍ਰਤੀਕ ਬਣਾ ਕੇ ਰੱਖੇ ਸੀ। ਆਹ ਮੇਰੇ ਗ੍ਰਹਿ ਦੇਵਤਾ, ਆਹ ਮੇਰਾ ਡਿਓੜੀ ਦੇਵਤਾ, ਆਹ ਗਲੀ ਦਾ ਦੇਵਤਾ ਵੀਥੀ ਦੇਵਤਾ ਹੈ, ਵਗੈਰਾ ਵਗੈਰਾ ਵਗੈਰਾ, ਤੇ ਆਹ ਮੰਦਿਰ ਵਿੱਚ ਸਾਡਾ ਆਹ ਈਸਟ ਹੈ। ਉਹ ਤਾਂ ਉਹਨਾਂ ਦਾ ਤਾਂ ਇਹੀ ਕੰਮ ਸੀਗਾ। ਠੀਕ ਆ ਜੀ। ਤੋ ਵੱਡੇ ਜਿਹੜੇ ਸੀਗੇ ਪੜ੍ਹੇ ਲਿਖੇ, ਉਹਨਾਂ ਨੇ ਜੀਸਸ ਕ੍ਰਾਈਸਟ ਵਾਂਗੂ ਹੀ ਤੇ ਇੱਕ ਗੋਡ ਵਾਂਗੂ ਹੀ ਉਹਨਾਂ ਨੇ ਪ੍ਰਤੀਕ ਰਚਨੇ ਸ਼ੁਰੂ ਕੀਤੇ। ਤੇ ਆਪਣੇ ਵੀ ਸਿੰਘ ਸਭਾ ਮੂਵਮੈਂਟ ਚ ਉਹੀ ਹੋਇਆ। ਸਿੰਘ ਸਭਾ ਮੂਵਮੈਂਟ ਚ ਉਹਨਾਂ ਨੇ ਕਿਹਾ ਬਈ ਚਰਚ ਹੈ, ਸਾਡਾ ਗੁਰਦੁਆਰਾ ਹੈਗਾ ਜੀ, ਤੁਹਾਡੀ ਬਾਈਬਲ ਹੈ, ਸਾਡੀ ਕਿਤਾਬ ਹੈ ਜੀ, ਸਾਡੀ ਗੁਰੂ ਗ੍ਰੰਥ ਸਾਹਿਬ ਹੈ, ਤੁਸੀਂ ਬਪਤਿਸਮਾ ਕਰਦੇ ਹੋ, ਅਸੀਂ ਅੰਮ੍ਰਿਤ ਛਕਾਉਂਦੇ ਹਾਂ ਜੀ, ਤੁਹਾਡੇ ਅਸੂਲ ਹੈਗੇ, ਸਾਡਾ ਵੀ ਰਹਿਤਨਾਮਾ ਹੈਗਾ ਜੀ। ਇਹ ਗੱਲਾਂ ਸ਼ੁਰੂ ਹੋ ਗਈਆਂ, ਇਹ ਜਿਹੜੀਆਂ ਕਿ ਦਲਾਂ ਵਿੱਚ ਨਹੀਂ ਸੀਗੀਆਂ, ਇਹ ਜਿਹੜੇ ਸਾਡੇ ਸਿੰਘਾਂ ਦੇ ਦਲ ਸੀ। ਤੋ ਇਹ ਇਸੇ ਤਰ੍ਹਾਂ ਜਿਵੇਂ ਜਿਵੇਂ ਕੋਈ ਰਾਜ ਸੱਤਾ ਆਉਂਦੀ ਆ, ਤਬਦੀਲੀ ਆਉਂਦੀ ਉਹਦੇ ਅਨੁਸਾਰ। ਤੋ ਇਹ ਨੈਰੇਟਿਵ ਤੇ ਭਾਖਿਆ ਬਦਲਣੀ ਸ਼ੁਰੂ ਹੋਈ। ਤੋ ਇਹਨਾਂ ਨੇ ਫਿਰ ਇੱਕ ਹਿੰਦੂ ਧਰਮ, ਫਿਰ ਉਹਨਾਂ ਨੇ ਸੋਚਿਆ ਕਿ ਹਿੰਦੂਤਵਾ ਹੋਣਾ ਚਾਹੀਦਾ। ਤੇ ਹਿੰਦੂਤਵਾ ਦਾ ਮਤਲਬ ਹੁੰਦਾ ਹੈ ਕਿ ਹਿੰਦੂ ਧਰਮ ਕਿਹੜੇ ਆਧਾਰ ਤੱਤ ਉੱਤੇ ਖੜਾ ਹੈ, ਇਹਦੀ ਨੀਂਹ ਦੇ ਵਿੱਚ ਕਿਹੜਾ ਤੱਤ ਹੈ, ਹਿੰਦੂਤਵਾ। ਤੇ ਉਹ ਕਹਿੰਦੇ ਆ ਕਿ ਭਾਰਤ ਦੇ ਜਿੰਨੇ ਵੀ ਧਰਮ ਹੈਗੇ ਆ ਗੈਰ ਇਸਲਾਮ, ਜਿਹੜੇ ਇਸਲਾਮ ਨਹੀਂ ਹੈਗਾ, ਜਿਹੜੇ ਕ੍ਰਿਸਚਨ ਨਹੀਂ ਹੈਗੇ, ਜਿਹੜੇ ਪਾਰਸੀ ਨਹੀਂ ਹੈਗੇ, ਉਹ ਸਾਰਿਆਂ ਦਾ ਜਿਹੜਾ ਤੱਤ ਹੈ ਧਰਮ ਉਹ ਇੱਕੋ ਹੀ ਆ। ਠੀਕ ਆ ਜੀ, ਹਿੰਦੂਤਵ। ਇੱਕ ਮਿੰਟ, ਤੇ ਉਹਦੇ ਵਿੱਚ ਸਿੱਖ ਵੀ ਆਉਂਦੇ। ਹਾਂਜੀ ਜੀ, ਇੱਕ ਮਿੰਟ ਲਈ ਪ੍ਰੋਫੈਸਰ ਸਾਹਿਬ ਮੈਂ ਟੋਕਣਾ ਚਾਹੂੰਗਾ ਤੁਹਾਨੂੰ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਮਹਾਤਮਾ ਗਾਂਧੀ ਨੇ ਜਦੋਂ ਇਹ ਸੋਚਿਆ ਵੀ ਹੁਣ ਜਿਹੜਾ ਇਹ ਵੱਖ-ਵੱਖ ਜਾਤਾਂ ਨੂੰ ਇੱਕ ਧਰਮ ਦੇ ਵਿੱਚ ਪਰੋ ਦਈਏ, ਇਹਨਾਂ ਨੂੰ ਇੱਕ ਮਤਲਬ ਝੰਡੇ ਹੇਠ ਇਕੱਠਾ ਕਰ ਦਈਏ, ਇਹਨਾਂ ਨੂੰ ਨਾਂ ਦੇ ਦਈਏ। ਕਿਉਂਕਿ ਇਹ ਮੈਂ ਇੱਕ ਕਿਤਾਬ ਦੇ ਵਿੱਚ ਪੜ੍ਹਿਆ, ਤੇ ਸ਼ਾਇਦ ਉਹ ਕਿਤਾਬ ਆ ਜਿਹੜੀ ਹਰਦੀਪ ਸਿੰਘ ਡਿਵਡਿਵਾ ਦੀ ਲਿਖੀ ਆ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਡਾਕਟਰ ਅੰਬੇਦਕਰ ਹੈ, ਜਦੋਂ ਇਹ ਮਤਲਬ ਇੱਕ ਤਾਕਤ ਵਜੋਂ ਉੱਭਰ ਰਿਹਾ ਸੀਗਾ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕੰਸੈਪਟ ਦੀ, ਵੀ ਮੈਂ ਜਿਹੜੇ ਆ ਸ਼ੂਦਰ ਆ ਜਾਂ ਜਿਹੜੇ ਨੀਵੀਆਂ ਜਾਤਾਂ ਵਾਲੇ ਆ, ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਆਪਾਂ ਗੱਲ ਕੀਤੀ ਹੈ, ਆਪਾਂ ਸ਼ਿਵਾ ਜੀ ਦੀ ਗੱਲ ਕੀਤੀ ਹੈ, ਵੀ ਇਹਨਾਂ ਨੇ ਜਿਹੜੇ ਦੱਬੇ ਕੁਚਲੇ ਲੋਕ ਸੀ, ਗਹਾਰਿਆਂ ਦੇ ਲੋਕ ਸੀਗੇ, ਜਿਹਨੂੰ ਆਪਾਂ ਕਹਿੰਦੇ ਕੱਚੇ ਗਹਾਰਿਆਂ ਦੇ, ਵੀ ਇਹਨਾਂ ਚ ਇਨਕਲਾਬ ਪੈਦਾ ਕਰਕੇ ਇਹਨਾਂ ਦੇ ਰਾਜ ਉਦੋਂ ਕਹਿੰਦੇ ਜੀ, ਉਦੋਂ ਕਹਿੰਦੇ ਟਾਈਮ ਥੋੜਾ ਰਹਿ ਗਿਆ ਮੇਰਾ ਖਿਆਲ ਆ, ਮੈਂ ਇਹ ਗੱਲ ਨੂੰ ਕਰਾਂ ਹੈ। ਓਕੇ, ਹੁਣ ਇੱਕ ਧਾਰਾ ਹੋਰ ਚੱਲੀ, ਉਹ ਧਾਰਾ ਚੱਲੀ ਸਤਿਗੁਰੂ ਨਾਨਕ ਸਾਹਿਬ ਤੋਂ। ਸਤਿਗੁਰੂ ਨਾਨਕ ਸਾਹਿਬ ਦੀ ਧਾਰਾ ਚੱਲੀ ਕਿ ਇਹ ਸਾਰੇ ਜਿਹੜਾ ਬ੍ਰਹਿਮੰਡ ਹੈ, ਇਹ ਬ੍ਰਹਿਮੰਡ ਕਿਸੇ ਇੱਕ ਗੁਰ ਚੋਂ ਪੈਦਾ ਹੋਇਆ, ਤੇ ਇਹ ਬ੍ਰਹਿਮੰਡ ਇੱਕ ਗੁਰ ਦੇ ਅਨੁਸਾਰ ਹੀ ਚੱਲ ਰਿਹਾ ਹੈ, ਤੇ ਬ੍ਰਹਿਮੰਡ ਦਾ ਜਿੰਨਾ ਵੀ ਪਾਲਣ ਪੋਸ਼ਣ ਹੋ ਰਿਹਾ ਇੱਕ ਗੁਰ ਦੇ ਅਧੀਨ ਹੋ ਰਿਹਾ ਹੈ, ਅਤੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਉਹ ਖਤਮ ਹੁੰਦੀਆਂ, ਉਹ ਇੱਕ ਗੁਰ ਦੇ ਅਨੁਸਾਰ ਖਤਮ ਹੁੰਦੀਆਂ ਅਤੇ ਫੇਰ ਪੈਦਾ ਹੁੰਦੀਆਂ। ਤੋ ਇਸ ਤਰ੍ਹਾਂ ਇਹ ਸਾਰਾ ਬ੍ਰਹਿਮੰਡ ਚੱਲਦਾ ਰਿਹਾ, ਸਮੇਤ ਧਰਤੀ ਅਤੇ ਧਰਤੀ ਦੇ ਜੀਵਾਂ ਤੇ ਮਨੁੱਖ ਦੇ। ਉਹਦੇ ਅਨੁਸਾਰ ਜੋ ਸ਼ਰਅ ਮੁਸਲਮਾਨਾਂ ਲਈ ਵੱਖਰੇ ਕਾਨੂੰਨ ਬਣਾਉਂਦੀ ਆ, ਜੋ ਸਮ੍ਰਿਤੀ ਸਵਰਨ ਸਮਾਜ ਉੱਚੀ ਜਾਤੀ ਉੱਚੇ ਵਰਨ ਲਈ ਕਾਨੂੰਨ ਬਣਾਉਂਦੀ ਹੈ, ਉਹ ਗੱਲ ਰੱਦ ਹੋ ਜਾਂਦੀ, ਖਤਮ ਹੋ ਜਾਂਦੀ ਹੈ। ਯਾਨੀ ਕੰਡਮ ਕੀ, ਉਹਦਾ ਆਧਾਰ ਹੀ ਨਹੀਂ ਰਹਿੰਦਾ। ਤੋ ਉਹ ਭਗਤ ਕਬੀਰ ਜੀ, ਰਵਿਦਾਸ ਜੀ ਤੇ ਹੋਰ ਜਿਹੜੇ 35 ਭੱਟ ਹੋਏ ਆ, ਭਗਤ ਹੋਏ ਆ, ਸੰਤ ਹੋਏ ਆ, ਉਹ ਸਤਿਗੁਰੂ ਨਾਨਕ ਸਾਹਿਬ ਦੇ ਜਿਹੜੇ ਵਿਚਾਰ ਹੈ, ਵਿੱਚ ਹੀ ਸਾਡੇ 5 ਹੋਰ ਸਤਿਗੁਰਾਂ ਦੇ ਇਹ ਵਿਚਾਰ ਹੈ ਜਿਹੜੇ ਇਹ ਫੈਲਣੇ ਸ਼ੁਰੂ ਹੋਏ। ਇਹ ਫੈਲਦੇ ਫੈਲਦੇ ਇਹ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਵੇਲੇ ਮੀਰੀ ਪੀਰੀ ਦੇ ਧਾਰਕ ਹੋ ਗਏ, ਕਿ ਪੀਰੀ ਤੇ ਮੀਰੀ ਵਿੱਚ ਸਰਦਾਰੀ ਸਾਡੇ ਸਤਿਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰ ਫਤਿਹ ਨਿਸ਼ਾਨ ਹੈ ਉਹਦੀ ਆ, ਯਾਨੀ ਗੁਰ ਦੀ ਫਤਿਹ ਹੈ। ਇਸੇ ਕਰਕੇ ਕਿਹਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੰਦੇ ਦੀ ਨਹੀਂ ਹੈ,
ਹੁਣ ਫਤਿਹ ਇੱਥੇ ਮੁਸਲਮਾਨਾਂ ਦੀ ਜਾਂ ਸ਼ਰੀਆ ਦੀ ਨਹੀਂ ਹੈ, ਫਤਿਹ ਬ੍ਰਾਹਮਣ ਸਮਾਜ ਤੇ ਉਹਨਾਂ ਦੀ ਸਮ੍ਰਿਤੀ ਦੀ ਨਹੀਂ ਹੈ, ਹਿੰਦੂਤਵਾ ਦੀ ਨਹੀਂ ਹੈ, ਤੇ ਨਾ ਹੀ ਮੁਹੰਮਦੀ ਦੀਨ ਦੀ ਹੈ। ਫਤਿਹ ਕਿਹਦੀ ਹੈ? ਗੁਰ ਫਤਿਹ, ਜਿਹੜਾ ਕਿ ਸ੍ਰਿਸ਼ਟੀ ਦਾ ਗੁਰ ਹੈ, ਉਹਦੇ ਅਨੁਸਾਰ ਹੀ ਸੰਸਾਰ ਨੇ ਚੱਲਣਾ, ਜੀਵ ਨੇ ਵੀ ਚੱਲਣਾ। ਫਤਿਹ ਉਹਦੀ ਹੋਣੀ ਅਲਟੀਮੇਟਲੀ, ਬਾਕੀ ਸਭ ਖਾਮ ਖਿਆਲੀ ਹੈ। ਤੋ ਇਹ ਗੁਰ ਫਤਿਹ ਚੱਲ ਪਈ, ਤੇ ਉਸ ਦੇ ਵਿੱਚ ਇਹ ਹੋ ਗਿਆ ਕਿ ਜਿਹੜੇ ਮਨੁੱਖ ਇਹ ਸਮਝਦੇ ਆ ਕਿ ਅਸੀਂ ਕੁਦਰਤ ਚੋਂ ਜਨਮ ਲਿਆ ਤੇ ਕੁਦਰਤ ਜਨਮੀ ਹੈਗੀ ਆ ਗੁਰ ਤੋਂ, ਏਕ ਓੰਕਾਰ ਸਤ ਗੁਰ, ਇਹ ਉਹਦਾ ਪ੍ਰਸਾਦ ਹੈ ਸਾਰਾ ਬ੍ਰਹਿਮੰਡ, ਉਹਦੀ ਇਹ ਬਲਿਸ, ਉਹਦੀ ਦੇਣ ਹੈ, ਤੋ ਦਾਤ ਹੈ ਉਹਦੀ। ਤੋ ਉਹਦੇ ਵਿੱਚੋਂ ਸਾਰੇ ਮਨੁੱਖ ਪੈਦਾ ਹੋਇਆ। ਜਿਹੜੇ ਮਨੁੱਖ ਨੇ ਸਮਝ ਆ ਗਈ ਕਿ ਅਸੀਂ ਕੁਦਰਤ ਦੇ ਬੰਦੇ ਆ, ਉਹ ਸਾਰੇ ਖਾਲਸਾ ਹੋ ਗਏ। ਭਾਵੇਂ ਉਹ ਪਹਿਲਾਂ ਬੋਧੀ ਸੀ, ਜੈਨੀ ਸੀਗੇ, ਮੁਸਲਮਾਨ ਸੀਗੇ, ਭਾਵੇਂ ਉਹ ਬ੍ਰਾਹਮਣ ਸੀ, ਸ਼ੂਦਰ ਸੀ, ਕਸ਼ਤਰੀ ਸੀ, ਅਛੂਤ ਸੀ, ਜੋ ਵੀ ਸੀਗੇ, ਉਹ ਖਾਲਸਾ ਹੋ ਗਏ ਫਿਰ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਦੇ ਵਿੱਚ ਜਦੋਂ ਖੰਡੇ ਕੀ ਪਹੁਲ ਛਕਾਈ ਤਾਂ ਉਹਨਾਂ ਨੇ ਕਿਹਾ ਵਿੱਚ ਵਿਚੋਲੇ ਸਭ ਖਤਮ, ਤੁਸੀਂ ਖਾਲਸਾ ਹੋ ਤੇ ਤੁਸੀਂ ਸਿੱਧਾ ਅਕਾਲ ਪੁਰਖ ਜੀ ਦਾ ਖਾਲਸਾ ਹੋ। ਕਿਉਂਕਿ ਜਿਹੜਾ ਗੁਰ ਹੈ ਉਹ ਅਕਾਲ ਹੈ, ਗੁਰ ਖਤਮ ਨਹੀਂ ਹੁੰਦਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਹ ਜਿਹੜਾ ਗੁਰ ਪ੍ਰਸਾਦ ਹੈ ਇਹ ਆਦ ਕਾਲ ਤੋਂ ਹੀ ਚੱਲਿਆ ਆ ਰਿਹਾ ਤੇ ਹਮੇਸ਼ਾ ਹੀ ਚੱਲਦਾ ਰਹਿਣਾ। ਤੋ ਇਸ ਕਰਕੇ ਮਹਾਰਾਜ ਨੇ ਕਿਹਾ ਕਿ ਰਾਜ ਕਰੇਗਾ ਖਾਲਸਾ, ਯਾਨੀ ਖਾਲਸਾ ਹੋ ਜਿਹੜਾ ਕਿ ਵਾਹਿਗੁਰੂ ਦਾ। ਤਾਂ ਫਿਰ ਰਾਜ ਕਿਹਦਾ? ਉਸ ਕੁਦਰਤ ਦੇ ਬੰਦੇ ਜਿਨ੍ਹਾਂ ਨੇ ਕੁਦਰਤ ਨੂੰ ਆਪਣੀ ਮਾਂ ਸਮਝਿਆ ਹੋਇਆ ਕਿ ਅਸੀਂ ਉਸ ਕੁਦਰਤ ਦੇ ਬੰਦੇ ਆ, ਅਤੇ ਉਸ ਮਾਂ ਦਾ ਅਸੂਲ ਹੀ ਸਾਡੇ ਤੇ ਲਾਗੂ ਹੁੰਦਾ। ਹੁਣ ਇੱਥੇ ਭਾਰਤ ਮਾਤਾ ਨਹੀਂ, ਇੱਥੇ ਸਾਰੀ ਕੁਦਰਤ ਮਾਂ ਹੈ। ਜੇ ਕੁਦਰਤ ਮਾਂ ਹੈ ਤਾਂ ਸਾਰਾ ਪਲੈਨਟ ਹੈ, ਸਾਰੀ ਧਰਤੀ ਉਹ ਮਾਂ ਹੈ। ਬਲਕਿ ਕੁਦਰਤ ਹੈ ਜਿਹੜੀ, ਇਹ ਤਾਂ ਸਾਰਾ ਬ੍ਰਹਿਮੰਡ ਹੈ ਜਿਹੜਾ ਕੁਦਰਤੀ ਹੈ। तो दरअसल कुदरत बहुत ਵੱਡਾ कॉन्सेप्ट है, कुदरत के बंदे। तो ये सारे कुदरत के बंदे खालसे आ ते उन्हां दा राज कुदरत दा राज है। 12 ਮਿੰਟ ਰਹਿ ਗਏ ਨੇ ਤੇ ਜਿਹੜਾ ਅਜੋਕਾ ਹਿੰਦੂਤਾ ਵਾ ਇਹਦੇ ਤੇ ਹੁਣ ਤੁਸੀਂ ਜ਼ਰੂਰ ਟਿੱਪਣੀ ਦਿਓ। हाँ मैं आउंदा। तो ये हुण तीन धारा हो गया, एक शरीया दी हो गई, एक समृति दी हो गई, एक विचों आ गई जिहड़ी गुरु ग्रंथ साहिब दे संतां भगतां ते सतगुरां दी है। ਹੁਣ ਜਦੋਂ ਆਉਂਦੇ ਆ 1857 ਉਦੋਂ ਸੈਨਿਕ ਗਦਰ ਹੁੰਦਾ ਤਾਂ ਜਿਹੜੇ ਇੰਡੀਆ ਦੇ ਰਾਜੇ ਆ, ਖਾਸ ਕਰਕੇ ਨਾਰਥ ਇੰਡੀਆ ਦੇ, ਉਹ ਆਜ਼ਾਦ ਹੋਣਾ ਚਾਹੁੰਦੇ ਆ ਵੀ ਸਾਡੀਆਂ ਪਹਿਲਾਂ ਵਰਗੀਆਂ ਰਾਜਸ਼ਾਹੀਆਂ ਚੱਲਣ। ਅੰਗਰੇਜ਼ਾਂ ਦੇ ਅਧੀਨ ਹੋਏ ਵੀ ਸੀ ਸਾਰੇ ਉਹ। ਤਾਂ ਉਹਨਾਂ ਨੇ ਜਿਹੜੇ ਸੈਨਿਕਾਂ ਨੇ ਬਗਾਵਤ ਕੀਤੀ, ਇਹਨਾਂ ਰਾਜਿਆਂ ਨੇ ਉਹਨਾਂ ਦਾ ਸਾਥ ਦਿੱਤਾ। ਸੋ ਇੱਕ ਤਰ੍ਹਾਂ ਦਾ ਇਹ ਉਸ ਵੇਲੇ ਦੇ ਪੁਰਾਣੇ ਰਾਜਿਆਂ ਦਾ ਪੇਸ਼ਵਾ ਵਿੱਚੇ ਸੀਗੇ। ਜਿਹੜੇ ਸ਼ਿਵਾਜੀ ਮਰਹੱਟੇ ਦੇ ਪੇਸ਼ਵਾ ਸੀਗੇ ਨਾ, ਪ੍ਰਧਾਨ ਮੰਤਰੀ, ਉਹਨਾਂ ਦੇ ਹੱਥ ਰਾਜ ਤਾਕਤ ਆ ਗਈ ਸਾਰੀ। ਬਾਜੀ ਰਾਓ ਪੇਸ਼ਵਾ ਜਿਹੜਾ ਦੂਸਰਾ ਪੇਸ਼ਵਾ ਹੋਇਆ, ਉਹ ਜੰਗਜੂ ਪੇਸ਼ਵਾ ਸੀ। ਉਹ ਰਾਜਨੀਤੀ ਦਾ, ਸ਼ਸਤਰ ਦਾ ਤੇ ਜੰਗਾਂ ਦਾ ਧਨੀ ਸੀਗਾ। ਉਹ ਐਸਾ ਜਰਨੈਲ ਬੜਾ ਕਿਤੇ ਕਿਤੇ ਮਿਲਦਾ, ਬਹੁਤ ਰੇਅਰ ਹੈ। ਤੇ ਉਸਨੇ ਮਤਲਬ ਕਿ ਪੇਸ਼ਵਾ ਦੇ ਹੱਥ ਸਾਰੀ ਤਾਕਤ ਆ ਗਈ। ਫਿਰ ਜਿਹੜਾ ਸ਼ਿਵਾਜੀ ਮਰਹੱਟਾ ਦੇ ਵੰਸ਼ਜ ਹੈ, ਉਹ ਇੱਕ ਨੋਮੀਨੇਟਡ ਰਾਜੇ ਵਾਂਗੂ ਵੀ ਚਲੋ ਖਾਨਦਾਨ ਚੱਲਦਾ ਹੈ, ਉਹਨਾਂ ਨੂੰ ਇੱਕ ਛੋਟੀ ਜੀ ਸਟੇਟ ਬਣ ਗਈ। ਬਾਕੀ ਸਾਰੀ ਮਰਾਠਾ ਦੀ ਤਾਕਤ ਪੇਸ਼ਵਾ ਥੱਲੇ। ਤੇ ਚਾਰ ਵੱਡੇ ਵੱਡੇ ਜਰਨੈਲ ਸੀਗੇ, ਜਿਵੇਂ ਹੋਲਕਰ ਆ, ਆਪਣਾ ਭੋਂਸਲੇ ਹੈਗਾ, ਤੇ ਆਪਣੇ ਸਿੰਧੀਆ ਹੈ। ਇਹਨਾਂ ਦੇ ਚਾਰ ਸਰਦਾਰ ਸੀ। ਇਹਨਾਂ ਨੇ ਚਾਰੇ ਪਾਸੇ ਆਪਣਾ ਰਾਜ ਫੈਲਾਇਆ ਤੇ ਉਹਨਾਂ ਦਾ ਮੁਖੀਆ ਪੇਸ਼ਵਾ ਹੁੰਦਾ ਸੀ। ਅੰਗਰੇਜ਼ਾਂ ਨੇ ਹੌਲੀ ਹੌਲੀ ਸਾਰੇ ਜਿੱਤ ਲਏ, ਪੇਸ਼ਵਾ ਵੀ ਜਿੱਤ ਲਿਆ। ਤੇ 1857 ਚ ਗਦਰ ਹੋਇਆ ਤਾਂ ਪੇਸ਼ਵਾ ਨੇ ਤੇ ਹੋਰਾਂ ਨੇ ਜਿਹੜੇ ਸਰਦਾਰ ਸੀਗੇ ਉਹਨਾਂ ਨੇ ਗਦਰਾਈ ਸੈਨਿਕ ਦਾ ਸਾਥ ਦਿੱਤਾ। ਤਾਂ ਇਹਨਾਂ ਵਿੱਚੋਂ ਜਿਹੜਾ ਤਾਂਤੀਆ ਤੋਪੇ ਆ, ਜਿਹੜਾ ਕਿ ਇੱਕ ਮਰਾਠਾ ਸੀਗਾ, ਜਿਹੜਾ ਕਿ ਸੈਨਿਕਾਂ ਦੇ ਗਦਰ ਦੇ ਨਾਲ ਸ਼ਾਮਲ ਸੀ, ਉਹ ਗਿਆ ਕਬੀਰਪੰਥੀ ਮਹਾਤਮਾ ਜੋਤੀ ਬਾ ਫੂਲੇ ਕੋਲ। ਫੂਲੇ ਮਾਲੀ ਸੀਗਾ, ਜਿਨ੍ਹਾਂ ਨੂੰ ਆਪਣੇ ਇੱਧਰ ਨਾਰਥ ਈਸਟ ਸੈਣੀ ਕਹਿੰਦੇ ਆ, ਮਾਲੀ। ਤੇ ਉਹ ਸੀਗੇ ਕਿਸਾਨ। ਉਹਨਾਂ ਨੇ ਅੰਦੋਲਨ ਚਲਾਇਆ ਹੋਇਆ ਸੀ ਬੱਚੀਆਂ ਨੂੰ, ਲੜਕੀਆਂ ਨੂੰ ਐਜੂਕੇਸ਼ਨ ਦੇਣ ਦਾ। ਉਹਨਾਂ ਨੂੰ ਬੜੀਆਂ ਧਮਕੀਆਂ ਵੀ ਮਿਲੀਆਂ, ਉਹਨਾਂ ਤੇ ਕਤਲਾਂ ਦੇ ਹਮਲੇ ਵੀ ਹੋਏ, ਪਰ ਉਹ ਡਟੇ ਰਹੇ। ਤੇ ਉਹਨਾਂ ਨੇ ਬ੍ਰਾਹਮਣਵਾਦ ਦੀਆਂ ਜਿਹੜੀਆਂ ਕਹਾਣੀਆਂ ਬਣਾਈਆਂ ਹੋਈਆਂ ਸੀ ਨਾ, ਜਿਹਦਾ ਵੇਦਾਂ ਨਾਲ ਕੋਈ ਤਲਕ ਨਹੀਂ, ਬ੍ਰਾਹਮਣਾਂ ਨੇ ਆਪਣੀ ਡੋਮੀਨੇਸ਼ਨ ਲਈ ਬਣਾਈਆਂ ਸੀ, ਉਹ ਚੈਲੰਜ ਕਰਦੇ ਸੀਗੇ। ਤੇ ਉਹਨਾਂ ਨੂੰ ਜਦ ਕਿਹਾ ਕਿ ਤੁਸੀਂ ਮਤਲਬ ਕਿ ਸਾਡੇ ਇਹ ਵਿਦਰੋਹ ਵੀ ਸ਼ਾਮਲ ਹੋ, ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹ ਕਹਿੰਦੇ ਨਹੀਂ, ਅੰਗਰੇਜ਼ ਜੋ ਕਰ ਰਹੇ ਆ ਉਹ ਠੀਕ ਕਰ ਰਹੇ ਆ ਤੇ ਤੁਸੀਂ ਗਲਤ ਕਰ ਰਹੇ ਹੋ।
ਸਾਨੂੰ ਤਾਂ ਸ਼ੂਦਰਾਂ ਨੂੰ ਸੁੱਖ ਦਾ ਸਾਹ ਅੰਗਰੇਜ਼ਾਂ ਦੇ ਆਉਣ ਤੋਂ ਮਿਲਿਆ। ਤੁਸੀਂ ਤਾਂ ਸਾਨੂੰ ਕਦੇ ਸਾਹ ਹੀ ਨਹੀਂ ਲੈਣ ਦਿੱਤਾ। ਤੁਸੀਂ ਤਾਂ ਸਾਨੂੰ ਮਤਲਬ ਕਿ ਚੌਥਾ ਪੌੜਾ ਹੀ ਸਮਝਿਆ, ਯਾਨੀ ਕਿ ਪੈਰ ਦੀ ਜੁੱਤੀ ਸਮਝਿਆ। ਇਹਨਾਂ ਤੋਂ ਅੱਗੇ ਹੋਏ ਆ ਫਿਰ ਅੰਬੇਡਕਰ ਜੀ। ਅੰਬੇਡਕਰ ਦੇ ਪਿਤਾ ਜੀ ਵੀ ਕਬੀਰਪੰਥੀ ਸੀ। ਮੈਂ ਤੁਹਾਨੂੰ ਦੱਸ ਰਿਹਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰਫਤਿਹ ਦਾ ਨਜ਼ਾਰਾ ਕਿਵੇਂ ਚੱਲ ਰਿਹਾ ਅੱਗੇ। ਮਹਾਤਮਾ ਫੂਲੇ, ਫਿਰ ਇਹਨਾਂ ਦੇ ਪਿਤਾ ਜੀ ਵੀ ਕਬੀਰਪੰਥੀ ਸੀ ਆਪਣੇ ਅੰਬੇਡਕਰ ਜੀ ਦੇ। ਤੋਂ ਅੰਬੇਡਕਰ ਜੀ ਨੂੰ ਸੰਤ ਮਤ ਬਾਰੇ ਪੂਰਾ ਪਤਾ ਸੀ। ਇਸੇ ਕਰਕੇ ਉਹ ਚਾਹੁੰਦੇ ਸੀਗੇ ਕਿ ਅਗਰ ਸ਼ੂਦਰ ਸਿੱਖ ਬਣ ਜਾਣ, ਅਛੂਤ ਸਿੱਖ ਬਣ ਜਾਣ ਤਾਂ ਆਜ਼ਾਦ ਹੋ ਸਕਣਗੇ। ਪਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸਿੱਖਾਂ ਨੇ 225 ਸਾਲ ਦੀ ਟ੍ਰੇਨਿੰਗ ਲਈ ਆ, ਫਿਰ ਜੰਗਾਂ ਵਿੱਚ ਇਹ ਪੱਕੇ ਹੋਏ ਆ। ਇਹਨਾਂ ਨੂੰ ਸ਼ਸਤਰ ਧਾਰਨ ਕਰਕੇ ਜ਼ਾਬਤੇ ਵਿੱਚ ਰਹਿ ਕੇ ਲੜਨ ਮਰਨ ਦਾ ਪਤਾ ਹੈ। ਸ਼ੂਦਰਾਂ ਨੂੰ ਤਾਂ ਪਤਾ ਹੀ ਨਹੀਂ, ਸ਼ੂਦਰ ਸੰਭਾਲ ਨਹੀਂ ਸਕਦੇ। ਇਸ ਕਰਕੇ ਉਹ ਮਜਬੂਰੀ ਵਿੱਚ ਫਿਰ ਬੌਧ ਮਤ ਵੱਲ ਚਲੇ ਗਏ, ਕਿਉਂਕਿ ਬੌਧ ਮਤ ਦਾ ਜਿਹੜਾ ਸਾਰ ਤੱਤ ਹੈ ਨਾ, ਉਹ ਗੁਰਬਾਣੀ ਵਿੱਚ ਪਿਆ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੂਝੈ ਤਾਂ ਹਉਮੈ ਕਹੇ ਨਾ ਕੋਏ। ਇਹਦਾ ਜਿਹੜਾ ਵਿੱਚ ਜਿਹੜਾ ਸੱਚ ਹੈ ਨਾ, ਇਹ ਸੱਚ ਨੂੰ ਆਪਣੇ ਤਰੀਕੇ ਨਾਲ ਇੱਕ ਵਿਸ਼ਵ ਧਰਮ ਦੇ ਰੂਪ ਵਿੱਚ ਬੁੱਧ ਧੰਮ ਹੈ ਜਿਹੜਾ, ਉਹਦੇ ਵਿੱਚ ਇਹ ਐਕਸਪਲੇਨ ਕੀਤਾ ਹੋਇਆ। ਤੋ ਜਿਹੜੀ ਹੈ ਨਾ ਧਰਮ ਸ਼ਬਦ ਹੈ, ਧਰਮ ਸ਼ਬਦ ਵੱਖਰੇ ਵੱਖਰੇ ਮੋਹਰ ਥੱਲੇ ਨਹੀਂ ਚੱਲਦਾ। ਧਰਮ ਸ਼ਬਦ ਦੇ ਸਟੇਜਿਸ ਹੈ, ਵੱਖਰੇ ਵੱਖਰੇ ਵਿਦਵਾਨ ਆ ਕੇ ਸੱਜਣ ਪੁਰਖ ਆ ਕੇ ਗੁਰੂ ਰਿਸ਼ੀ ਮੁਨੀ ਪਹਿਲਾਂ ਹੋਏ ਆ, ਇਹ ਉਹਦੇ ਵਿੱਚ ਐਡੀਸ਼ਨ ਕਰਦੇ ਰਹੇ, ਅਪਡੇਟ ਕਰਦੇ ਰਹੇ ਆ। ਤੇ ਜਿਹੜੀ ਗੱਲ ਸਤਿਗੁਰੂ ਨਾਨਕ ਸਾਹਿਬ ਵੇਲੇ ਆਈ ਆ, ਉਹ ਸ੍ਰਿਸ਼ਟੀ ਦੇ ਗੁਰ ਆ ਗਈ। ਸ੍ਰਿਸ਼ਟੀ ਦੇ ਗੁਰ ਵਾਲੀ ਗੱਲ ਬਿਲਕੁਲ ਡਿਫਰੈਂਟ ਸੀਗੀ। ਉਹ ਤਾਂ ਬੰਦੇ ਨੂੰ ਚੁੱਕ ਕੇ ਬ੍ਰਹਿਮੰਡ 'ਚ ਪਹੁੰਚਾਤਾ। ਤੋ ਉਹ ਜਿਹੜੀ ਚੀਜ਼ ਹੈਗੀ ਆ, ਉਹ ਅੰਬੇਡਕਰ ਜਾਣਦਾ ਸੀਗਾ ਕਿ ਇਹ ਗੱਲ ਹੋਣੀ ਨਹੀਂ। ਸ਼ੂਦਰ ਇੱਕਦਮ ਇੰਡੀਆ ਦੇ ਉੱਤੇ ਨਹੀਂ ਆ ਸਕਦੇ। ਤੇ ਪੰਜਾਬ ਦੇ ਸ਼ੂਦਰ ਅਗਰ ਆਏ ਹੈ, ਕਿਉਂਕਿ ਜੱਟਾਂ ਤੋਂ ਲੈ ਕੇ ਥੱਲੇ ਅਛੂਤਾਂ ਤੱਕ ਸ਼ੂਦਰ ਅਛੂਤੀ ਆ ਸਾਰੇ, ਅਗਰ ਉਹ ਆ ਗਏ, ਉਹ ਸਰਦਾਰ ਬਣ ਚੁੱਕੇ ਆ। ਤੇ ਉਹਨਾਂ ਨੂੰ ਪਤਾ ਹੈ ਕਿ ਮੁਗਲਾਂ ਨਾਲ ਟੱਕਰਾ ਕਰਕੇ, ਫਿਰ ਅੰਗਰੇਜ਼ਾਂ ਨਾਲ ਟੱਕਰਾ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਮੇਨਟੇਨ ਕੀਤਾ। ਬਾਕੀ ਨੂੰ ਤਾਂ ਆਉਂਦਾ ਨਹੀਂ। ਤੇ ਇਸ ਕਰਕੇ ਉਹ ਸਹਿਜੇ ਹੀ ਬੌਧ ਮਤ ਵੱਲ ਚਲੇ ਗਏ। ਚਲੋ ਟਾਈਮ ਲੱਗੇਗਾ, ਆ ਜਾਣਗੇ ਉਹ ਵੀ ਬਾਕੀ। ਤੋ ਇਹ ਇੱਕ ਲਾਈਨ, ਹੁਣ 3 ਚੀਜ਼ਾਂ ਆ ਗਈਆਂ, ਤੇ ਹਿੰਦੂ ਹੋ ਗਏ, ਮੁਸਲਮਾਨ ਹੋ ਗਏ, ਤੇ ਨਾਨਕਪੰਥੀ ਹੋ ਗਏ, ਤੇ ਅੰਬੇਡਕਰ ਤੀਕਰ ਅਸੀਂ ਆ ਗਏ ਆ। ਤੇ ਇੱਕ ਨਾਵਲ ਲਿਖਿਆ ਗਿਆ 1856-57 ਵਿੱਚ ਹੀ, ਬੰਕਿਮ ਚੰਦਰ ਚਟਰਜੀ, ਬੰਗਾਲ ਦਾ ਬ੍ਰਾਹਮਣ ਹੈ। ਉਹ ਈਸਟ ਇੰਡੀਆ ਕੰਪਨੀ ਦੇ ਸਰਵਿਸ ਦੇ ਵਿੱਚ ਮੈਜਿਸਟ੍ਰੇਟ ਦਾ ਉਹਦਾ ਅਹੁਦਾ ਸੀਗਾ। ਉਸਨੇ ਨਾਵਲ ਲਿਖਿਆ ਆਨੰਦ ਮੱਠ। ਉਸ ਆਨੰਦ ਮੱਠ ਵਿੱਚ ਉਹ ਬਿਲਕੁਲ ਖਾਲਸੇ ਵਾਂਗੂ ਹੀ ਇੱਕ ਵੈਸ਼ਨਵ ਸੰਤਾਨਾਂ ਦੀ ਸੈਨਾ ਬਣਾਉਂਦਾ, ਜਿਹੜੀ ਕਿ ਮੁਗਲਾਂ ਦੇ ਖਿਲਾਫ ਲੜਦੀ ਆ। ਚਲੋ ਲੰਬੀ ਕਹਾਣੀ ਆ। ਉਹਦੇ ਵਿੱਚ ਆਉਂਦਾ ਹੈ ਵੰਦੇ ਮਾਤਰਮ। ਵੰਦੇ ਮਾਤਰਮ ਸੰਸਕ੍ਰਿਤ ਵਿੱਚ ਉਸ ਨਾਵਲ 'ਚ ਆਉਂਦਾ ਹੈ। ਮੈਂ BA 1 ਸੀ ਜਦ ਮੈਂ ਪੜ੍ਹਿਆ। ਤੋ ਉਹ ਵੰਦੇ ਮਾਤਰਮ ਦੇ ਆਧਾਰ ਤੇ ਭਾਰਤ ਮਾਤਾ ਚੱਲੀ, ਤੇ ਉਸਦੇ ਆਧਾਰ ਤੇ ਇਹ ਸਾਰੀ ਮੂਵਮੈਂਟ ਚੱਲੀ ਇੰਡੀਆ ਦੀ। ਤੇ ਜਿਹਦਾ ਆਧਾਰ ਹੈ ਜਿਹੜਾ, ਉਹ ਇਹ ਹੈ ਕਿ ਭਾਰਤ ਭੂਮੀ ਸਾਡੀ ਮਾਤਾ ਹੈ। ਇਹ ਬਦਸ਼ਕਲ ਹੋ ਗਈ ਹੈ, ਇਹ ਕਾਲੀ ਹੋ ਗਈ ਹੈ, ਤੇ ਆਪਣੇ ਬੱਚਿਆਂ ਦਾ ਹੀ ਲਹੂ ਪੀ ਰਹੀ ਹੈ ਇਹ, ਕਿਉਂਕਿ ਗੁਲਾਮ ਹੈ। ਅਸੀਂ ਦੁਰਗਾ ਮਾਤਾ ਵਰਗੀ ਬਣਾਉਣੀ ਆ, ਜਿਹੜੀ ਸ਼ੇਰ ਤੇ ਸਵਾਰ ਹੈ, ਜਿਹਦੇ ਸੋਨੇ ਦੇ ਆਭੂਸ਼ਣ ਪਾਏ ਆ, ਜਿਹਦੇ ਚਮਕਦੇ ਵਸਤਰ ਪਾਏ ਆ, ਜਿਹਦੇ ਹੱਥ ਵੀ ਸ਼ਸਤਰ ਹੈ। ਉਹ ਮੁਕਤ ਹੈ ਤੇ ਆਜ਼ਾਦ ਹੈ। ਸੋ ਕਿਉਂਕਿ ਇੰਡੀਆ ਦੇ ਲੋਕ ਪ੍ਰਤੀਕ ਤੋਂ ਬਿਨਾਂ ਨਹੀਂ ਸੀ ਸਮਝਦੇ। ਦੇਖੋ, ਖੱਤਰੀ ਨੇ ਨਹੀਂ ਮਰਨਾ, ਬ੍ਰਾਹਮਣ ਨੇ ਨਹੀਂ ਮਰਨਾ, ਬਣੀਏ ਨੇ ਤਾਂ ਮਰਨਾ ਨਹੀਂ। ਮਰਨਾ ਹੈ ਤਾਂ ਸ਼ੂਦਰਾਂ ਨੇ ਮਰਨਾ ਅੱਗੇ ਆ ਕੇ, ਜਿਹੜੇ ਫੌਜਾਂ ਵੀ ਸ਼ਾਮਲ ਹੋ ਕੇ ਮਰਦੇ ਸੀਗੇ ਹਰ ਵੇਲੇ। ਤਾਂ ਸ਼ੂਦਰਾਂ ਨੂੰ ਤਾਂ ਪੜ੍ਹਾਈ ਲਿਖਾਈ ਹੈ ਨਹੀਂ, ਉਹਨਾਂ ਨੂੰ ਸੰਸਕ੍ਰਿਤ ਬੈਨ ਸੀਗੀ। ਸੰਸਕ੍ਰਿਤ ਤਾਂ ਹੁਣ 47 ਤੋਂ ਬਾਅਦ ਇਜਾਜ਼ਤ ਮਿਲੀ ਹੈ ਸੰਸਕ੍ਰਿਤ ਪੜ੍ਹਨ ਦੀ, ਜਾਂ ਅੰਗਰੇਜ਼ਾਂ ਵੇਲੇ ਕੋਈ ਪੜ੍ਹ ਗਿਆ ਸ਼ੂਦਰ ਤੇ ਅਛੂਤ। ਹਾਲੇ ਵੀ ਜਿਹੜੇ ਸ਼ੂਦਰ ਤੇ ਅਛੂਤ ਸੰਸਕ੍ਰਿਤ ਪੜ੍ਹਦੇ ਆ, ਉਹਨੂੰ ਨੌਕਰੀ ਦੇਣ ਨੂੰ ਬੜੀ ਮੁਸ਼ਕਿਲ, ਨੌਕਰੀ ਲੈਣ ਨੂੰ ਬਹੁਤ ਮੁਸ਼ਕਿਲ ਆਉਂਦੀ ਆ, ਦੰਦੇ ਨਹੀਂ ਮੋਸਟਲੀ। ਤੋ ਇਹ ਜਿਹੜਾ ਆਪਣਾ ਇਹ ਸਾਰੀ ਜਿਹੜੀ ਲਹਿਰ ਚੱਲੀ ਆ, ਉਸਦੇ ਵਿੱਚ ਇਹਨਾਂ ਨੇ ਇਹ ਜਿਹੜਾ ਵੰਦੇ ਮਾਤਰਮ ਹੈ, ਇਸ ਨੂੰ ਇਹਨਾਂ ਨੇ ਹਿੰਦੂਤਵ ਦਾ ਬੇਸ ਬਣਾਇਆ ਕਿ ਜਿਹੜੀ ਭਾਰਤ ਭੂਮੀ ਦੇ ਮੂਲ ਨਿਵਾਸੀ ਹੈ, ਠੀਕ ਆ ਜੀ, ਉਹ ਭਾਰਤ ਮਾਤਾ ਦੇ ਬੱਚੇ ਆ ਸਾਰੇ ਮੂਲ ਨਿਵਾਸੀ, ਅਤੇ ਉਹਨਾਂ ਦਾ ਲੀਡਰ ਬ੍ਰਾਹਮਣ ਹੈ। ਇਹ ਛੁਪੀ ਗੱਲ ਆ ਉਹਨਾਂ ਦੀ ਕਿ ਉਹਨਾਂ ਦਾ ਲੀਡਰ ਬ੍ਰਾਹਮਣ ਹੈ। ਤੇ ਉਹ ਜਿਹੜੀ ਮਨੂ ਸਮ੍ਰਿਤੀ ਹੈ, ਉਹ ਮੂਲ ਨਿਵਾਸੀਆਂ ਨੂੰ 4 ਹਿੱਸਿਆਂ 'ਚ ਵੰਡਦੀ ਹੈ। ਹੁਣ ਜਾਤ ਪਾਤ ਦਾ ਅਛੂਤ ਦਾ ਵਿਤਕਰਾ ਖਤਮ ਹੋ ਚੁੱਕਿਆ ਆਲਰੇਡੀ, ਉਹ ਤਾਂ ਖਤਮ ਹੈਗਾ ਹੀ ਆ। ਜੇ ਹੈਗਾ ਹੈ ਤਾਂ ਉਹ ਹਿੰਦੀ ਬੈਲਟ 'ਚ ਹੈ,
ਬਹੁਤੇ ਮਹਾਰਾਸ਼ਟਰ ਵਿੱਚ, ਪੰਜਾਬ ਵਿੱਚ ਘੱਟ ਹੈ। ਪੰਜਾਬ ਵਿੱਚ ਤਾਂ ਬਿਲਕੁਲ ਹੀ ਨਾ ਮਾਤਰ ਹੀ ਹੈਗਾ, ਤੇ ਥੋੜਾ ਜਿਹਾ ਮਹਾਰਾਸ਼ਟਰ ਵਿੱਚ ਹੈਗਾ, ਤੇ ਕੁਝ ਬੰਗਾਲ 'ਚ ਹੈ, ਬਾਕੀ ਹਿੰਦੁਸਤਾਨ 'ਚ ਕਾਫੀ ਆ। ਸਾਊਥ ਵਿੱਚ ਹੀ ਕਾਫੀ ਘਟ ਗਿਆ ਹੁਣ। ਅਛੂਤਾਂ ਨਾਲ ਵਿਤਕਰਾ ਹੁੰਦਾ, ਹੁਣ ਸ਼ੂਦਰਾਂ ਨਾਲ ਵਿਤਕਰਾ ਨਹੀਂ ਹੋ ਰਿਹਾ ਜ਼ਿਆਦਾ। ਲੇਕਿਨ ਸ਼ੂਦਰਾਂ ਨੂੰ ਨੌਕਰੀ 'ਚ ਨਹੀਂ ਲਿਆ ਜਾਂਦਾ, ਉਹਨਾਂ ਨੂੰ ਕਹਿੰਦੇ ਆ ਤੁਸੀਂ ਕੰਮ ਕਰੋ, ਬਸ ਧੰਦੇ ਚਲਾਓ ਆਪਣੇ। ਤੋ ਇਹ ਹਿੰਦੂਤਵਾ ਹੋ ਗਿਆ। ਇਸ ਹਿੰਦੂਤਵਾ ਨੂੰ ਲੈ ਕੇ ਜਿਹੜੇ ਨਾਗਪੁਰ ਦੇ ਚਿਤਪਵਨ ਬ੍ਰਾਹਮਣ ਫੈਮਿਲੀਜ਼ ਹੈ, ਉਹ ਇਹਦੀਆਂ ਮੋਢੀ ਬਣੀਆਂ ਹੋਈਆਂ RSS ਦੀਆਂ। ਇਹ ਜਿਹੜੇ ਲੋਕ ਮਾਨਿਆ ਤਿਲਕ ਹੁੰਦੇ ਸੀਗੇ, ਮਹਾਤਮਾ ਗਾਂਧੀ ਤੋਂ ਪਹਿਲਾਂ ਲੀਡਰ ਸੀਗੇ ਕਾਂਗਰਸ ਦੇ, ਉਹ ਕਹਿੰਦੇ ਹੁੰਦੇ ਸੀ ਅੰਗਰੇਜ਼ਾਂ ਨੂੰ, ਅੰਗਰੇਜ਼ੋ ਭਾਰਤ ਛੋੜੋ, ਸਵਰਾਜਿਆ ਹਮਾਰਾ ਜਨਮ ਸਿੱਧ ਅਧਿਕਾਰ ਹੈ, ਕਹਿੰਦੇ ਸੀ ਨਾ, ਪੜ੍ਹਦੇ ਆ ਨਾ ਆਪਾਂ। ਲੇਕਿਨ ਅਗਲਾ ਸੈਂਟੈਂਸ ਉਹਨਾਂ ਦਾ ਕੱਟਦਾ, ਅਗਲਾ ਸੈਂਟੈਂਸ ਇਹ ਸੀਗਾ ਜਿਹੜਾ ਨਹੀਂ ਦੱਸਦੇ। ਅੰਗਰੇਜ਼ਾਂ ਨੂੰ ਕਹਿ ਰਿਹਾ ਕਿ ਆਪ ਨੇ चितपवन ब्राह्मण पेशवा से राज लिया, आप चितपवन ब्राह्मणों को राज्य देकर भारत छोड़ जाइए। यानी वो पक्का जाति वर्णवादी सीगा ਉਹ। ਤੇ ਇਹ ਜਿਹੜੇ ਨਾਗਪੁਰ ਦੇ ਜਿਹੜੇ RSS ਦੇ ਮੁਖੀ ਆ, ਸਾਰੇ ਚਿਤਪਵਨ ਬ੍ਰਾਹਮਣ ਹੈ। ਹੁਣ ਜਿਹੜਾ ਪੇਸ਼ਵਾਈ ਹਿੰਦੂ ਪਦ ਪਾਤਸ਼ਾਹੀ ਹੈ, ਉਹਦੀ ਜਗ੍ਹਾ ਹੁਣ ਪੇਸ਼ਵਾਈ ਹਿੰਦੂਤਵ ਪਾਤਸ਼ਾਹੀ ਆ ਰਹੀ ਹੈ। ਇਹ ਗੱਲ ਨੂੰ ਸਮਝੋ। ਪਹਿਲਾ ਜਿਹੜਾ ਹਿੰਦੂ ਪਦ ਪਾਤਸ਼ਾਹੀ ਆ ਉਹ ਜਮਾਤੀ ਵਿਸ਼ਲੇਸ਼ਣ ਆ। ਹੁਣ ਜਿਹੜਾ ਹੈ ਇਸ ਦਾ ਬੇਸ ਉਹ ਉਸ ਧਰਮ ਤੇ ਬਣਾ ਰਿਹਾ ਹੈ ਜਿਹੜਾ ਧਰਮ ਨਾ ਵੇਦਾਂ ਵਿੱਚ ਹੈ, ਨਾ ਪੁਰਾਣਾ ਵਿੱਚ ਹੈ, ਨਾ ਸ਼ਾਸਤਰਾਂ 'ਚ, ਕਿਤੇ ਨਹੀਂ ਹੈ। ਜਿਹੜਾ ਕਿ ਇੱਕ ਮਜਬੂਰੀ ਬਣ ਗਈ ਕਿ ਅਗਰ ਇੰਡੀਆ ਨੂੰ ਰਾਸ਼ਟਰ ਬਣਾਉਣਾ ਹੈ ਤਾਂ ਮੂਲ ਨਿਵਾਸੀਆਂ ਨੂੰ ਕਹੋ ਵੀ ਤੁਹਾਡਾ ਧਰਮ ਜਿਹੜਾ ਹੈ ਉਹ ਇਸਲਾਮ ਤੋਂ ਵੱਖਰਾ ਹੈ, ਸੈਮਿਟਿਕ ਧਰਮ ਜਿੰਨੇ ਵੀ ਆ ਉਹਨਾਂ ਤੋਂ ਵੱਖਰਾ ਹੈ। ਇਹ ਇੱਥੋਂ ਦਾ ਮੂਲ ਧਰਮ ਹੈਗੇ ਆ। ਉਹ ਮੂਲ ਧਰਮਾਂ ਦਾ ਬੇਸ ਇੱਕੋ ਹੀ ਆ। ਤੁਸੀਂ ਭਾਵੇਂ ਜਿੱਦਾਂ ਮਰਜ਼ੀ ਪੂਜਾ ਕਰੋ, ਜੋ ਮਰਜ਼ੀ ਗ੍ਰੰਥ ਪੜ੍ਹੋ, ਜੋ ਮਰਜ਼ੀ ਕਰੋ, ਪਰ ਭਾਰਤ ਤੁਹਾਡੀ ਮਾਂ ਹੈ ਤੇ ਇਸ ਦੇ ਆਧਾਰ ਦੇ ਉੱਤੇ ਤੁਸੀਂ ਸਾਰੇ ਬੱਚੇ ਆ ਤੇ ਤੁਹਾਨੂੰ ਹੀ ਰਾਜ ਕਰਨ ਦਾ ਹੱਕ ਹੈ। ਲੇਕਿਨ ਉਹ ਰਾਜ ਜਿਹੜਾ ਹੈ ਉਹ ਬ੍ਰਾਹਮਣ ਜਿਹੜਾ ਕਿ ਵਿਦਵਾਨ ਹੈ, ਜਿਹੜਾ ਕਿ ਇੰਡੀਆ ਨੂੰ ਇੱਕ ਰੱਖ ਸਕਦਾ ਹੈ, ਇੰਡੀਆ ਨੂੰ ਚਲਾ ਸਕਦਾ ਹੈ, ਤੇ ਉਹਦੀ ਲੀਡਰਸ਼ਿਪ ਦੇ ਥੱਲੇ ਕਾਇਮ ਹੋਊਗਾ। ਹੁਣ ਇਸ ਵੇਲੇ ਇਹ ਸਾਬਤ ਵੀ ਕਰ ਚੁੱਕੇ ਆ ਕਿ ਆਲਰੇਡੀ ਜੋ ਵਾਮਨ ਮੇਸ਼ਰਾਮ ਕਹਿੰਦਾ ਹੈ ਤੇ ਗਿਣਤੀਆਂ ਮਿਣਤੀਆਂ ਜੋ ਅੰਕੜੇ ਹੈ ਕਿ 98% ਤੱਕ ਜਿਹੜੀਆਂ ਹਾਇਰ ਜੁਡੀਸ਼ਰੀ ਦੀਆਂ ਪੋਸਟਾਂ, ਹਾਈ ਕੋਰਟ ਜਾਂ ਸੁਪਰੀਮ ਕੋਰਟ, ਉਹ ਬ੍ਰਾਹਮਣਾਂ ਕੋਲ ਹੈ। ਤੇ 80 ਤੋਂ 85% ਤੋਂ ਵੀ ਉੱਪਰ ਗਿਣਤੀ IAS IPS ਤੇ IRSC ਬ੍ਰਾਹਮਣਾਂ ਦੀ ਹੈ। ਵੱਡੇ ਵੱਡੇ ਬੈਂਕ ਤੇ ਵੱਡੇ ਵੱਡੇ ਅਦਾਰਿਆਂ ਦੇ ਸਾਰੇ ਮੋਢੀ ਜਿਹੜੇ ਹੈਗੇ ਆ ਵੱਡੇ ਅਹੁਦਿਆਂ ਵਾਲੇ, ਉਹ ਬ੍ਰਾਹਮਣ ਹੈ। ਵੱਡੇ ਵੱਡੇ ਸਾਇੰਟਿਫਿਕ ਅਦਾਰੇ ਆ ਜਿਹੜੇ ਕਾਰਪੋਰੇਸ਼ਨਾਂ ਹੈ ਉਹਨਾਂ ਵਿੱਚ ਤੇ ਸੌਫਟਵੇਅਰ ਕੰਪਨੀ ਉਹਨਾਂ ਦੇ ਬ੍ਰਾਹਮਣ ਹੈ। ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦੀ ਇੰਨੀ ਟ੍ਰੇਨਿੰਗ ਹੋ ਚੁੱਕੀ ਹੈ ਕਿ ਉਹ ਦੇਸ਼ ਨੂੰ ਚਲਾ ਸਕਦੇ ਆ। ਬਾਕੀ ਕਿਸੇ ਕੋਲ ਐਸੀ ਕਾਬਲੀਅਤ ਨਹੀਂ ਹੈ ਕਿਉਂਕਿ ਪੈਦਾ ਹੋਣ ਨਹੀਂ ਦਿੱਤੀ। ਜਦੋਂ ਮਤਲਬ ਕਿ ਅੰਬੇਡਕਰ ਜੀ ਨੇ ਰਿਜ਼ਰਵੇਸ਼ਨ ਲੈ ਲਈ, ਉਸ ਤੋਂ ਬਾਅਦ ਮੈਂ ਦੇਖਿਆ ਕਿ ਜਿਨ੍ਹਾਂ ਦੇ ਮਾਤਾ ਪਿਤਾ ਰਿਜ਼ਰਵੇਸ਼ਨ ਦੇ ਆਧਾਰ ਤੇ ਨੌਕਰੀ 'ਚ ਆਏ ਸੀ, ਉਹਨਾਂ ਦੇ ਬੱਚੇ ਬਿਨਾਂ ਰਿਜ਼ਰਵੇਸ਼ਨ ਤੋਂ ਓਪਨ ਕੰਪੀਟੀਸ਼ਨ ਦੇ ਵਿੱਚ ਉਹ ਮਤਲਬ ਕਿ ਡਿਗਰੀ ਮਤਲਬ ਕਿ ਨੰਬਰ ਜ਼ਿਆਦਾ ਲੈ ਕੇ ਜਾ ਰਹੇ ਹੈ। ਤਾਂ ਇਹਦਾ ਮਤਲਬ ਹੈ ਜੇ ਬੰਦਿਆਂ ਨੂੰ ਫੈਸਿਲਿਟੀ ਮਿਲਣਗੀਆਂ ਤਾਂ ਉਹਨਾਂ ਦੇ ਅੰਦਰ ਦਾ ਹੁਨਰ ਤਾਂ ਕੁਦਰਤ ਨੇ ਰੱਖਿਆ ਨਾ, ਕਿਸੇ ਵਰਨ ਆਸ਼ਰਮ ਨਹੀਂ ਰੱਖਿਆ ਅੰਦਰ ਹੁਨਰ ਤਾਂ ਕੁਦਰਤ ਰੱਖਦੀ ਹੈ। ਉਹਨੂੰ ਖਿੜਨ ਦਾ ਮੌਕਾ ਮਿਲਦਾ ਤੇ ਉਹ ਆਪਣਾ ਖਿੜਾਓ ਜ਼ਾਹਰ ਕਰ ਦਿੰਦੇ ਆ। ਤਾਂ ਇਸ ਕਰਕੇ ਜੋ ਹੁਣ ਗੱਲ ਚੱਲ ਰਹੀ ਆ ਹਿੰਦੂਤਵਾ ਦੀ, ਉਹ ਅਗਰ ਥੋੜਾ ਜਿਹਾ ਢਿੱਲਾ ਕਰਕੇ ਹਿੰਦੂ ਪਦ ਪਾਤਸ਼ਾਹੀ ਤੇ ਆ ਜਾਂਦੇ ਤੇ ਉਹ ਵੀ ਥੋੜਾ ਹੋਰ ਢਿੱਲਾ ਕਰਦੇ। ਜਿਵੇਂ ਕਿ ਪਾਣੀਪਤ ਦੇ ਜੰਗ ਤੋਂ ਪਹਿਲਾਂ ਜਿਹੜੇ ਪੇਸ਼ਵਾ ਹੈਗੇ ਆ, ਉਹ ਸਿੱਖ ਮਿਸਲਾਂ ਦੀ ਮਦਦ ਨਾਲ ਉਹਨਾਂ ਨੇ ਅਟਕ ਤਿੱਕਰ ਕਬਜ਼ਾ ਕਰ ਲਿਆ ਅਫਗਾਨਾਂ ਨੂੰ ਭਜਾ ਕੇ, ਜਿਹਦੇ ਬਦਲੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਗੁੱਸਾ ਖਾ ਕੇ ਤੇ ਅਗਲੇ ਸਾਲ ਚੜ ਕੇ ਆਇਆ ਤੇ ਪਾਣੀਪਤ ਦੇ ਜੰਗ ਦੇ ਵਿੱਚ ਪੇਸ਼ਵਾ ਕੱਲਿਆਂ ਨੂੰ ਰਗੜ ਕੇ ਰੱਖਤਾ ਉਹਨੇ, ਜਿਹਨੂੰ ਥਰਡ ਬੈਟਲ ਆਫ ਪਾਣੀਪਤ ਕਹਿੰਦੇ ਆ। ਹਾਰ ਗਏ। ਇਹਦੇ ਵਿੱਚ ਪੇਸ਼ਵਾਵਾਂ ਦੀ ਕੀ ਗਲਤੀ ਸੀ? ਪੇਸ਼ਵਾ ਦੀ ਗਲਤੀ ਇਹ ਸੀ ਕਿ ਪੇਸ਼ਵਾਵਾਂ ਨੇ ਜਿਹੜੀਆਂ ਜਦੋਂ ਅਟਕ ਤਿੱਕਰ ਆਪਣਾ ਝੰਡਾ ਝੁਲਾਇਆ, ਉਹਨਾਂ ਨੇ ਸਿੱਖ ਮਿਸਲਾਂ ਨੂੰ ਮਾਣ ਸਤਿਕਾਰ ਨਹੀਂ ਦਿੱਤਾ, ਸਿੱਖ ਮਿਸਲਾਂ ਨੂੰ ਆਟੋਨਮੀ ਨਹੀਂ ਦਿੱਤੀ।
ਚਾਹੁੰਦੇ ਤਾਂ ਸਿੱਖ ਮਿਸਲਾਂ ਉਸ ਵੇਲੇ ਹੀ ਰਾਜ ਪੂਰਾ ਸਥਾਪਿਤ ਕਰ ਲੈਂਦੀਆਂ ਤੇ ਅਹਿਮਦ ਸ਼ਾਹ ਅਬਦਾਲੀ ਨਾਲ ਲੜਨ ਭਿੜਨ ਦਾ ਮੌਕਾ ਹੀ ਨਾ ਮਿਲਦਾ। ਯਾਨੀ ਜਿਹੜਾ ਦੂਜਾ ਵੱਡਾ ਘੱਲੂਘਾਰਾ ਵਾਪਰਨਾ ਨਹੀਂ ਸੀ। ਪੇਸ਼ਵਾ ਅਟਕ ਤਿੱਕਰ ਝੰਡੇ ਝੁਲਾ ਕੇ ਪੂਨੇ ਨੂੰ ਵਾਪਸ ਚਲੇ ਗਏ। ਇਹਨਾਂ ਨੂੰ ਚਾਹੀਦਾ ਸੀ ਦਿੱਲੀ ਬੈਠੇ ਰਹਿੰਦੇ, ਵੱਡੀ ਫੌਜ ਦਿੱਲੀ ਰੱਖਦੇ ਤੇ ਇੱਧਰ ਸਿੰਘਾਂ ਨੂੰ ਕਹਿੰਦੇ ਵੀ ਰਾਜ ਤੁਹਾਡਾ, ਪੰਜਾਬ ਦਾ ਰਾਜ ਵੀ ਜਮਨਾ ਪਾਰ ਤੁਹਾਡਾ ਤੇ ਜਮਨਾ ਤੋਂ ਥੱਲੇ ਹਿੰਦੁਸਤਾਨ ਸਾਡਾ। ਤਾਂ ਅੰਗਰੇਜ਼ ਵੀ ਨਾ ਇੱਥੇ ਆਉਂਦੇ ਤੇ ਅਹਿਮਦ ਸ਼ਾਹ ਅਬਦਾਲੀ ਵੀ ਨਾ ਆਉਂਦਾ। ਇਹਨਾਂ ਨੇ ਪੂਨੇ ਜਾ ਕੇ ਤੇ ਜਦੋਂ ਪਤਾ ਲੱਗਿਆ ਅਹਿਮਦ ਸ਼ਾਹ ਅਬਦਾਲੀ ਚੜ ਕੇ ਆ ਰਿਹਾ ਤਾਂ ਪੂਨੇ ਤੋਂ ਫੌਜ ਆਈ। ਅੰਨ ਪਾਣੀ ਖਤਮ ਹੋ ਗਿਆ। ਜਦੋਂ ਫੌਜ ਲੜੀ ਆ ਪਾਣੀਪਤ ਦੇ ਮੈਦਾਨ ਦੇ ਵਿੱਚ, ਮਰਾਠਾ ਫੌਜ ਭੁੱਖੀ ਸੀਗੀ। ਐਡੀ ਵੱਡੀ ਫੌਜ ਨੂੰ ਅੰਨ ਦਾਣਾ ਕਿੱਥੋਂ ਆਉਣਾ ਸੀ? ਤੇ ਮਿਸਲਾਂ ਆਈਆਂ ਨੇ ਅੱਗੇ, ਕਿਉਂਕਿ ਇਹਨਾਂ ਨੇ ਮਿਸਲਾਂ ਦਾ ਹੱਕ ਹੈ ਜਿਹੜਾ, ਉਹ ਤਾਂ ਕੀ ਇਹਨਾਂ ਨੇ ਮੰਨਣਾ ਹੈ ਰਾਜ ਕਰਨ ਦਾ, ਬਲਕਿ ਇਹਨਾਂ ਨੇ ਪੰਜਾਬ ਦੇ ਇਲਾਕਿਆਂ ਨੂੰ ਲੁੱਟਿਆ ਬੜਾ ਮਰਾਠਿਆਂ ਨੇ, ਐਂਡ ਬੇਕਿਰਕੀ ਨਾਲ ਲੁੱਟਿਆ। ਕਾਰਨ ਇਹ ਹੈ ਕਿ ਮਰਾਠੇ ਜਿਹੜੇ ਇਲਾਕੇ ਤੇ ਕਬਜ਼ਾ ਕਰਦੇ ਸੀ ਉਹਨੂੰ ਆਰਗੇਨਾਈਜ਼ ਕਰਕੇ ਆਪਣੇ ਇਲਾਕੇ 'ਚ ਮਿਲਾ ਕੇ ਉਹ ਤੋਂ ਚੌਥ ਲੈਂਦੇ ਸੀ, ਉਹਨੂੰ ਲੁੱਟਦੇ ਨਹੀਂ ਸੀ। ਪਰ ਜਿਹੜਾ ਇਲਾਕਾ ਇਹਨਾਂ ਦਾ ਆਪਣਾ ਨਹੀਂ ਸੀ ਹੁੰਦਾ, ਉੱਥੇ ਛੱਡਦੇ ਕੁਝ ਨਹੀਂ ਸੀ। ਇਹ ਪੰਜਾਬ ਨਹੀਂ, ਸਭ ਜਗ੍ਹਾ, ਬੰਗਾਲ ਵੀ ਇਹਨਾਂ ਨੇ ਏਦਾਂ ਹੀ ਕੀਤਾ ਸੀ। ਤੋ ਇਹ ਪੰਜਾਬ ਦਾ ਤਜਰਬਾ ਮਾੜਾ ਸੀਗਾ, ਜਿਹਦੇ ਕਰਕੇ ਪੇਸ਼ਵਾ ਇਕੱਲੇ ਪੈ ਗਏ। ਹੁਣ ਫੇਰ ਆਰਐਸ ਦੀ ਉਹੀ ਪ੍ਰੋਬਲਮ ਹੈ। ਆਰਐਸਐਸ ਆਟੋਨੋਮੀ ਦੇਣ ਨੂੰ ਤਿਆਰ ਨਹੀਂ। ਹਿੰਦੂਤਵ ਅਗਰ ਮੰਨਦਾ ਹੈ ਕਿ ਮੂਲ ਨਿਵਾਸੀਆਂ ਦਾ ਇੱਥੇ ਹੱਕ ਹੈ ਤਾਂ ਫਿਰ ਠੀਕ ਹੈ। ਮੂਲ ਨਿਵਾਸੀ ਜੱਟ ਜਿਹੜੇ ਹੈਗੇ ਆ, ਉਹਨਾਂ ਦਾ ਜ਼ਮੀਨ ਤੇ, ਜੇ ਇਹਨਾਂ ਦਾ ਵਰਨ ਆਸ਼ਰਮ ਮੰਨ ਲਓ, ਚਲੋ ਮੰਨ ਲਿਆ ਵਰਨ ਆਸ਼ਰਮ, ਤਾਂ ਜ਼ਮੀਨ ਤੇ ਖੇਤੀ ਕਰਨ ਦਾ ਅਧਿਕਾਰ ਜੱਟਾਂ ਦਾ, ਸੈਣੀਆਂ ਦਾ, ਲੁਬਾਣਿਆਂ ਦਾ ਤੇ ਆਪਣੇ ਕੰਬੋਆਂ ਦਾ ਹੈਗਾ ਕਿ ਨਹੀਂ ਹੈਗਾ? ਜੇ ਹੈਗਾ ਹੈ ਤਾਂ ਉਹਨਾਂ ਨੂੰ ਆਟੋਨੋਮੀ ਦਿਓ। ਤਾਂ ਉਹਨਾਂ ਨੂੰ ਮਥੁਰਾ ਤੋਂ ਲੈ ਕੇ ਤੇ ਪਾਕਿਸਤਾਨ ਦੇ ਬਾਰਡਰ ਤੱਕ ਇੱਕ ਸਟੇਟ ਬਣਾ ਦਿਓ। ਉਧਰ ਰਾਜਸਥਾਨ ਵੀ, ਜਿਹੜਾ ਸਾਰਾ ਜੱਟਾਂ ਦੀ ਜ਼ਮੀਨ ਹੈ ਉਹਦੇ ਵਿੱਚ ਹੀ ਬਾਕੀ ਵੀ ਜਿਹੜੇ ਕਬੀਲੇ ਆ ਖੇਤੀ ਕਰਦੇ ਆ, ਲੈਟ ਇਟ ਬੀ ਵਨ ਸਟੇਟ ਤੇ ਉਹਨਾਂ ਨੂੰ ਆਟੋਨੋਮੀ ਦਿਓ। ਉਹ ਤਾਂ ਤੁਹਾਡੇ ਨਾਲੋਂ ਵੀ ਇੰਡੀਆ ਦੇ ਜ਼ਿਆਦਾ ਵਫਾਦਾਰ ਹੋਣਗੇ। ਇੰਡੀਆ ਨੂੰ ਕਨਫੈਡਰਲ ਸਟੇਟ ਬਣਾਓ ਕਿ ਤੁਹਾਡਾ ਆਪਣਾ ਪ੍ਰਧਾਨ ਮੰਤਰੀ ਹੋਊਗਾ, ਤੁਹਾਡਾ ਆਪਣਾ ਕਨਸਟੀਟਿਊਸ਼ਨ ਹੋਊਗਾ, ਲੇਕਿਨ ਇੱਕ ਕਨਫੈਡਰਲ ਕਨਸਟੀਟਿਊਸ਼ਨ ਹੋਊਗਾ ਤੇ ਫੌਜ ਕਨਫੈਡਰੇਸ਼ਨ ਦੀ ਹੋਊਗੀ। ਜਿਹੜੀ ਸਟੇਟ ਆ ਉਹਦੀ ਪੁਲਿਸ ਹੋਊਗੀ, ਦੈਟਸ ਆਲ। ਕਰੋ ਨਾ ਏਦਾਂ। ਕਿਵੇਂ ਖੰਡ ਭਾਰਤ ਕਿਵੇਂ ਨਹੀਂ ਬਣੂਗਾ? ਮਤਲਬ ਇਹ ਕਿ ਹਿੰਦੂਤਵਾ ਜਿਹੜਾ ਹੈ, ਇਹ ਪੇਸ਼ਵਾਈ ਜਿਹੜਾ ਹਿੰਦੂ ਪਦ ਪਾਤਸ਼ਾਹੀ ਹੈ, ਇਹ ਉਹਦੇ ਨਾਲੋਂ ਵੀ ਜ਼ਿਆਦਾ ਤੰਗ ਨਜ਼ਰੀਏ ਵਾਲਾ। ਹਾਲਾਂਕਿ ਉਹਦੇ ਵਿੱਚ ਵੀ ਕਮੀਆਂ ਸੀ, ਕਿਉਂਕਿ ਉਹ ਕਿਸੇ ਨੂੰ ਰਾਜ ਵਿੱਚ ਭਾਗੀਦਾਰ ਨਹੀਂ ਸੀ ਬਣਾਉਂਦੇ। ਤੇ ਇਹ ਵੀ ਏਦਾਂ ਹੀ ਕਰਦੇ ਆ, ਰਾਜ ਵਿੱਚ ਭਾਗੀਦਾਰ ਨਹੀਂ ਬਣਾਉਂਦੇ, ਬਲਕਿ ਸਾਰੀਆਂ ਤਾਕਤਾਂ ਹੀ ਸੈਂਟਰਲਾਈਜ਼ ਕਰੀ ਜਾ ਰਹੇ ਆ। ਤੋ ਇਸ ਕਰਕੇ ਜਿਹੜਾ ਹਿੰਦੂਤਵ ਹੈ ਜੀ, ਹਾਂਜੀ ਜੀ ਜੀ ਹਾਂਜੀ ਬੋਲੋ ਜੀ। ਹਾਂ, ਤਾਂ ਪ੍ਰੋਫੈਸਰ ਸਾਹਿਬ ਗੱਲ ਕਰ ਲਓ ਤੁਸੀਂ, ਕਿਉਂਕਿ ਆਲਰੇਡੀ ਆਪਾਂ ਸਮੇਂ ਤੋਂ ਉੱਪਰ ਚਲੇ ਗਏ ਹਾਂ। ਜੀ ਜੀ ਪ੍ਰੋਫੈਸਰ ਸਾਹਿਬ। ਤਕਰੀਬਨ ਮੈਂ ਗੱਲ ਖਤਮ ਕਰ ਬੈਠਾ। ਸੋ ਹਿੰਦੂਤਵਾ ਧਰਮ ਨਹੀਂ ਹੈ, ਹਿੰਦੂਤਵਾ ਇੱਕ ਰਾਜਨੀਤਿਕ ਧਰਮ ਹੈ, ਕਿਉਂਕਿ ਰਾਜ ਦਾ ਵੀ ਧਰਮ ਹੁੰਦਾ ਹੈ। ਇਹ ਰਾਜ ਧਰਮ ਹੈ। ਤੇ ਜੇ ਰਾਜ ਧਰਮ ਇਹਨੂੰ ਕਹਿ ਲਓ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਕਿਉਂਕਿ ਖਾਲਸਾ ਵੀ ਰਾਜ ਧਰਮ ਹੈ। ਤੇ ਜੇ ਇਹ ਖਾਲਸਾ ਦੇ ਨਾਲ ਹਿੰਦੂਤਵਾ ਰਾਜ ਧਰਮ ਮਿਲ ਕੇ ਚੱਲੇ ਤੇ ਪ੍ਰੋਬਲਮ ਕੀ ਹੈ? ਖਾਲਸਾ ਤਾਂ ਸਗੋਂ ਉਸ ਤੋਂ ਵੀ ਜ਼ਿਆਦਾ ਤਾਕਤ ਦੇ ਨਾਲ ਇਹ ਜਿਹੜਾ ਫਰੇਮ ਹੈ ਇੰਡੀਆ ਦਾ, ਉਹਦਾ ਰਾਖਾ ਬਣਦਾ। ਖਾਲਸੇ ਦਾ ਤਾਂ, ਜਦੋਂ ਖਾਲਸੇ ਨੂੰ ਕਹਿਣ ਤਾਂ ਖਾਲਸੇ ਦਾ ਤਾਂ ਜਿਹੜਾ ਦਾਵਾ ਹੈ ਉਹ ਤਿੱਬਤ ਤਿੱਕਰ ਹੈ। ਤੇ ਤੁਸੀਂ ਤਾਂ ਕਸ਼ਮੀਰ ਨੂੰ ਰੋਂਦੇ ਆ, ਕਸ਼ਮੀਰ ਤਾਂ ਲੈਣ ਨੂੰ ਅਸੀਂ ਦੇਰ ਨਹੀਂ ਕਰਨੀ, ਕਿਉਂਕਿ ਸਾਡਾ ਹੱਕ ਹੈ। ਸਾਡਾ ਹੱਕ ਹੈ ਤੇ ਸਾਡਾ ਹੱਕ ਅੰਗਰੇਜ਼ਾਂ ਨੇ ਧੋਖੇ ਨਾਲ ਮਾਰਿਆ ਹੋਇਆ। ਉਹ ਧੋਖਾ ਇਤਿਹਾਸ ਵਿੱਚ ਡਾਕੂਮੈਂਟਡ ਆ, ਅਤੇ ਧੋਖੇ ਦੇ ਮਾਮਲੇ ਵੀ ਸਾਡਾ ਦਾਵਾ ਪੁਖਤਾ ਹੁੰਦਾ। ਸਾਡਾ ਦਾਵਾ ਖਤਮ ਨਹੀਂ ਹੁੰਦਾ, ਸਗੋਂ ਦਾਵਾ ਪੱਕਾ ਹੁੰਦਾ। ਸੋ ਜਿਹੜਾ ਪਹਿਲਾਂ ਪੰਜਾਬ ਹੈ ਉਹ ਲਾਹੌਲ ਸਪੀਤੀ ਤੱਕ ਹੁੰਦਾ ਸੀ ਤੇ ਲਦਾਖ ਉਹਦੇ ਥੱਲੇ ਸੀਗਾ। ਤੇ ਜਿਹੜਾ ਇਲਾਕਾ ਚੀਨ ਨੇ ਇਹਨਾਂ ਨੇ ਕਸ਼ਮੀਰ ਨੇ ਲਿਆ, ਉਹ ਸਾਡਾ ਇਲਾਕਾ, ਖਾਲਸੇ ਦਾ ਇਲਾਕਾ। ਤਾਂ ਜੇ ਹਿੰਦੂਤਵਾ ਰਾਜ ਧਰਮ ਹੈ, ਜੇ ਇਹ ਖਾਲਸਾ ਰਾਜ ਧਰਮ ਨਾਲ ਮਿਲ ਕੇ ਚੱਲੇ ਤਾਂ ਪ੍ਰੋਬਲਮ ਕੀ ਆ? ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਲੱਗਦੀ। ਇਹ ਤਾਂ ਯੂਰਪੀਅਨ ਯੂਨੀਅਨ ਵਾਂਗੂ ਹੈ, ਬਲਕਿ
ਯੂਰਪੀਅਨ ਯੂਨੀਅਨ ਦੇ ਵਿੱਚ ਸੋਵਰਨ ਸਟੇਟਸ ਹੈ। ਇੱਥੇ ਖਾਲਸਾ ਰਾਜ ਧਰਮ ਤੇ ਜਿਹੜਾ ਹਿੰਦੂਤਵ ਰਾਜ ਧਰਮ ਹੈ, ਇਹਨਾਂ ਨੂੰ ਸੋਵਰਨ ਸਟੇਟਸ ਬਣਾਉਣ ਦੀ ਤਾਂ ਲੋੜ ਹੀ ਨਹੀਂ। ਸੋਵਰਨ ਸਟੇਟ ਤਾਂ ਇੱਕੋ ਹੀ ਰਹੂਗੀ, ਸਿਰਫ ਇੱਕ ਕਨਫੈਡਰਲ ਯੂਨਿਟ ਹੋਊਗਾ। ਅਗਰ ਸਾਊਥ ਇੰਡੀਆ ਦਾ ਵੀ ਕਨਫੈਡਰਲ ਯੂਨਿਟ ਬਣਾ ਦੇਣ ਤੇ ਇੱਕ ਸੈਂਟਰਲ ਇੰਡੀਆ ਦਾ ਹੋ ਗਿਆ ਤਾਂ ਕਮਾਲ ਹੋ ਜਾਏ, ਇੰਡੀਆ ਤਾਂ ਬਹੁਤ ਤਾਕਤਵਰ ਹੋ ਜਾਂਦਾ। ਫਿਰ ਨਾ ਅਮਰੀਕਾ ਅੱਖ ਦਿਖਾ ਸਕੇ ਤੇ ਨਾ ਰੂਸ ਅੱਖ ਦਿਖਾ ਸਕੇ। ਬਿਲਕੁਲ ਬਿਲਕੁਲ, ਤੁਸੀਂ ਪ੍ਰੋਫੈਸਰ ਸਾਹਿਬ ਬਹੁਤ ਡੂੰਘੀ ਗੱਲ ਕੀਤੀ ਆ। ਜਿਹੜਾ ਕਨਫੈਡਰਲ ਯੂਨਿਟਾਂ ਦੇ ਵਿੱਚ ਵੰਡਣ ਨੂੰ ਵੀ ਜਿਸ ਜਿੱਦਾਂ ਭਾਸ਼ਾਵਾਂ ਦੇ ਆਧਾਰ ਤੇ ਸੂਬੇ ਵੰਡੇ ਗਏ ਸੀ, ਜੇ ਇਸ ਤਰ੍ਹਾਂ ਕਨਫੈਡਰਲ ਯੂਨਿਟ ਬਣਾ ਦਿੱਤੇ ਜਾਣ ਤਾਂ ਅਸੀਂ ਹੋਰ ਸਟਰੋਂਗ ਹੋ ਸਕਦੇ ਹਾਂ। ਪਰ ਇਹ ਸ਼ਾਇਦ ਕਿਉਂਕਿ ਅਜੇ ਬਹੁਤ ਲੰਬਾ ਸਮਾਂ ਸਾਡੇ ਲੋਕਾਂ ਨੂੰ ਸਮਝਣ ਨਹੀਂ ਆਉਣਾ। ਪਰ ਜਿਹੜਾ ਹਾਂਜੀ 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 ਪ੍ਰੋਫੈਸਰ ਸਾਹਿਬ, ਪਰ ਇੱਕ ਗੱਲ ਹੈ, ਇਹ ਜਿਹੜਾ ਹਿੰਦੂਤਵ ਹੈ ਇਹਦੇ ਬਾਰੇ ਆਰਐਸਐਸ ਵੀ ਕਹਿ ਰਹੀ ਹੈ ਕਿ ਧਰਮ ਨਹੀਂ ਹੈ। ਮੈਂ ਆਪਣੇ ਵੱਲੋਂ ਇੱਕ ਫਰੇਜ਼ ਘੜੀ ਹੈ, ਉਹ ਹੈ ਕਿ ਰਾਜ ਧਰਮ ਹੈ। ਇਹ ਰਾਜ ਧਰਮ ਦਾ ਹਰਕ ਹੈ। ਮਾਰਕਸ ਦਾ ਧਰਮ ਹੈ ਜਿਹੜਾ, ਉਹ ਮਾਰਕਸ ਦਾ ਰਾਜ ਧਰਮ ਹੈ। ਕਮਿਊਨਿਜ਼ਮ ਰਾਜ ਧਰਮ ਹੁੰਦਾ ਹਮੇਸ਼ਾ। ਧਰਮ ਸ਼ਬਦ ਨੂੰ ਅਸੀਂ ਗਲਤ ਅਰਥਾਂ ਵਿੱਚ ਵਰਤਦੇ ਹਾਂ। ਐਕਚੁਅਲੀ ਅਸੀਂ ਧਰਮ ਨੂੰ ਰਿਲੀਜਨ ਕਹਿੰਦੇ ਹਾਂ, ਧਰਮ ਰਿਲੀਜਨ ਨਹੀਂ ਹੁੰਦਾ। ਇਹ ਫਰਕ ਹੈ। ਸੋ ਪ੍ਰੋਫੈਸਰ ਸਾਹਿਬ ਨੇ ਬੜਾ ਤਫਸੀਲ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸਿਆ। ਜਿਹੜਾ ਅਸੀਂ ਅੱਜ ਦਾ ਏਜੰਡਾ ਰੱਖਿਆ ਸੀ ਉਹਦੇ ਵਿੱਚ ਜਿਹੜੀ ਇਹਨਾਂ ਨੇ ਗੱਲ ਨਿਖੜ ਕੇ ਅਖੀਰ ਦੇ ਵਿੱਚ ਉਹਦਾ ਜਿਹੜਾ ਰਿਜ਼ਲਟ ਦਿੱਤਾ ਉਹ ਇਹ ਦਿੱਤਾ ਵੀ ਜਦੋਂ ਵੀ ਕੋਈ ਵੀ ਤਾਕਤ ਸੱਤਾ ਦੇ ਵਿੱਚ ਆਈ ਹੈ, ਕਿਸੇ ਨੇ ਵੀ ਤਾਕਤ ਦੇ ਵਿੱਚ ਜਦੋਂ ਕੋਈ ਤਾਕਤ ਮਿਲੀ ਆ, ਕਿਸੇ ਵੀ ਕਬੀਲੇ ਨੂੰ ਮਿਲੀ ਆ, ਤਾਂ ਉਹਨੇ ਫਿਰ ਆਪੋ ਆਪਣਾ ਰਾਜ ਅੱਗੇ ਫੈਲਾਉਣ ਲਈ ਘਾੜਤਾਂ ਘੜੀਆਂ ਨੇ। ਉਹਨੇ ਆਪੋ ਆਪਣੇ ਤਰੀਕੇ ਲੱਭੇ ਨੇ, ਏਜੰਡੇ ਲੱਭੇ ਨੇ ਵੀ ਕਿਵੇਂ ਲੋਕਾਂ ਨੂੰ ਇਕੱਠੇ ਕੀਤਾ ਜਾ ਸਕਦਾ ਜਾਂ ਲੋਕਾਂ ਨੂੰ ਆਇਡੈਂਟੀਟੀ ਕੀ ਦੇਣੀ ਆ। ਸੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀ ਉਹ ਲੱਗਦਾ ਵੀ ਜਿੰਨਾ ਕੁ ਅਸੀਂ ਘੰਟੇ ਦੇ ਵਿੱਚ ਕਰ ਸਕਦੇ ਸੀ ਉਹ ਪ੍ਰੋਗਰਾਮ ਕੀਤਾ। ਤੁਹਾਨੂੰ ਸਾਡੇ ਦਰਸ਼ਕਾਂ ਨੂੰ ਇਹ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਣ। ਤੇ ਪ੍ਰੋਫੈਸਰ ਸਾਹਿਬ ਨੇ ਜਿਹੜਾ ਅਗਲੇ ਸਾਡੇ ਸ਼ਨੀਵਾਰ ਦਾ ਵਿਸ਼ਾ ਉਹ ਵੀ ਇਸੇ ਹੀ ਆਪਣੇ ਪ੍ਰੋਗਰਾਮ ਦੇ ਵਿੱਚ ਦੱਸ ਦਿੱਤਾ। ਤੇ ਉਹ ਮੇਰੇ ਮਨ 'ਚ ਸੀਗਾ ਵੀ ਇਹ ਵੀ ਜਿਹੜਾ ਭਰਮ ਭੁਲੇਖਾ ਪਾਇਆ ਜਾ ਰਿਹਾ ਉਹ ਤੇ ਗੱਲ ਕਰੀਏ। ਸਿੱਖਾਂ ਅੰਬੇਦਕਰ ਜੀ ਜਦੋਂ ਸਿੱਖ ਬਣਨ ਲਈ ਆਉਂਦੇ ਨੇ ਉਹ ਗੱਲ ਕਰ ਲੈਂਦੇ ਨੇ ਵੀ ਮੈਂ ਸਿੱਖਾਂ ਦੇ ਵਿੱਚ ਸ਼ਾਮਲ ਹੋਣਾ। ਤੇ ਫਿਰ ਦੂਜੇ ਪਾਸੇ ਕਈ ਮਤਲਬ ਅੱਜ ਵੀ ਇਹ ਬਹਿਸ ਦਾ ਵਿਸ਼ਾ, ਅੱਜ ਵੀ ਜਿਹੜੇ ਅੰਬੇਦਕਰ ਦੇ ਜਿਹੜੇ ਫਿਲਾਸਫਰ ਨੇ ਜਾਂ ਜਿਹੜੇ ਉਹਨਾਂ ਦੀ ਮੰਨਦੇ ਨੇ ਉਹਨਾਂ ਦੀ ਵਿਚਾਰਧਾਰਾ ਨੂੰ, ਉਹ ਅੱਜ ਵੀ ਮਤਲਬ ਕਿਤੇ ਨਾ ਕਿਤੇ ਨਾਰਾਜ਼ਗੀ ਪ੍ਰਗਟ ਕਰਦੇ ਨੇ ਵੀ ਉਸ ਸਮੇਂ ਹਰਿਮੰਦਰ ਸਾਹਿਬ ਵਿਖੇ ਮਤਲਬ ਜਿਹੜੇ ਸਿੱਖ ਲੀਡਰ ਬੈਠੇ ਸੀਗੇ ਉਹਨਾਂ ਨੇ ਅੰਬੇਦਕਰ ਨੂੰ ਮਾਨਤਾ ਨਹੀਂ ਦਿੱਤੀ। ਇਸ ਕਰਕੇ ਜਿਹੜਾ ਸਾਡਾ ਰਲੇਵਾਂ ਉਹ ਸਿੱਖਾਂ ਨਾਲ ਨਹੀਂ ਹੋ ਸਕਦਾ। ਕਿ ਜਿਹੜੇ ਸਿੱਖ ਲੀਡਰ ਕਹਿੰਦੇ ਨੇ ਉਹ ਆਪਣੇ ਵਿਚਾਰ ਦਿੰਦੇ ਨੇ ਵੀ ਨਹੀਂ ਇਸ ਤਰ੍ਹਾਂ ਨਹੀਂ ਹੋਇਆ। ਤਾਂ ਉਹ ਜਿਹੜਾ ਮਤਭੇਦ ਆ, ਇਸ ਮਤਭੇਦ ਤੇ ਹੀ ਗੱਲ ਕਰਾਂਗੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਅੰਬੇਦਕਰ ਜੀ ਫਿਰ ਅਖੀਰ ਉਹ ਬੁੱਧ ਧਰਮ ਵੱਲ ਚਲੇ ਜਾਂਦੇ ਆ। ਇਹਦੇ ਤੇ ਇਹਨਾਂ ਨੇ ਇਤਿਹਾਸ ਵੀ ਪੜ੍ਹਿਆ ਹੋਊਗਾ, ਜ਼ਰੂਰ ਛਾਣਾਂਗੇ ਵੀ ਉਹਦੇ ਵਿੱਚ ਅਸਲ ਸੱਚਾਈ ਕੀ ਸੀ, ਉਹਦਾ ਮੂਲ ਕਾਰਨ ਕੀ ਸੀ। ਤੇ ਸਾਡਾ ਇਹ ਜਿਹੜਾ ਲੋਕ ਨਜ਼ਰੀਆ ਪ੍ਰੋਗਰਾਮ ਵਿੱਚ ਅਗਲੇ ਸ਼ਨੀਵਾਰ ਦਾ ਵਿਸ਼ਾ ਇਹ ਹੋਊਗਾ। ਤੇ ਜੇਕਰ ਤੁਸੀਂ ਕੋਈ ਆਪਣਾ ਵਿਸ਼ਾ ਚਾਹੁੰਦੇ ਹੋ ਵੀ ਲੋਕ ਸਾਡੇ ਦਰਸ਼ਕ ਵੀ ਇਸ ਵਿਸ਼ੇ ਤੇ ਗੱਲ ਹੋਣੀ ਚਾਹੀਦੀ ਹੈ, ਪ੍ਰੋਫੈਸਰ ਸਾਹਿਬ ਇਸ ਵਿਸ਼ੇ ਤੇ ਗੱਲ ਕਰਨ, ਤਾਂ ਸਾਨੂੰ ਜ਼ਰੂਰ ਸਾਡੇ ਨੰਬਰ ਤੁਹਾਨੂੰ ਦਿੱਤੇ ਹੋਏ ਆ ਡਿਸਪਲੇ ਦੇ ਉੱਤੇ ਹੈਗੇ ਨੇ। ਸਟੂਡੀਓ ਨੰਬਰ ਵੀ ਹੈਗਾ, WhatsApp ਦਾ ਨੰਬਰ ਵੀ ਹੈਗਾ, ਤੁਸੀਂ ਸਾਨੂੰ ਵਿਸ਼ਾ ਭੇਜ ਸਕਦੇ ਹੋ। ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਅਗਲੇ ਸ਼ਨੀਵਾਰ ਜੁੜੋਗੇ। ਤੇ ਪ੍ਰੋਫੈਸਰ ਸਾਹਿਬ ਨਾਲ ਜਿਵੇਂ ਮੈਂ ਸ਼ਨੀਵਾਰ ਕੇ ਸ਼ੁੱਕਰਵਾਰ, ਹਾਂ ਸ਼ਨੀਵਾਰ ਕੇ ਸ਼ੁੱਕਰਵਾਰ ਤੁਹਾਡੇ ਪ੍ਰੋਫੈਸਰ ਸਾਹਿਬ ਇੰਡੀਆ ਦਾ ਸ਼ਨੀਵਾਰ ਹੋ ਜਾਂਦਾ ਮਾਰਨਿੰਗ ਦਾ, ਤੁਹਾਡੇ ਸ਼ੁੱਕਰਵਾਰ ਰਾਤ ਹੋ ਜਾਂਦੀ ਹੈ ਕੈਨੇਡਾ ਦੀ। ਕਿਉਂ ਉਸ ਤੇ ਅਸੀਂ ਗੱਲਬਾਤ ਕਰਾਂਗੇ ਤਾਂ ਜੋ ਜੇ ਕੋਈ ਦਰਸ਼ਕ ਸਾਡਾ ਲਾਈਵ ਕਾਲ ਦੇ ਵਿੱਚ ਜੁੜਨਾ ਚਾਹੁੰਦਾ, ਪ੍ਰੋਫੈਸਰ ਸਾਹਿਬ ਤੋਂ ਸਵਾਲ ਕਰਨਾ ਚਾਹੁੰਦਾ, ਉਹ ਜੁੜ ਸਕਦਾ ਜਾਂ ਸਵਾਲ ਵੀ ਆਪਦੇ ਭੇਜ ਸਕਦਾ। ਤੇ ਸਾਡਾ ਜਿਹੜਾ ਵਿਸ਼ਾ ਹੋਊਗਾ ਉਹ ਮੈਂ ਤੁਹਾਨੂੰ ਦੱਸ ਦਿੱਤਾ। ਤੇ ਇਸ ਤਰ੍ਹਾਂ ਹੀ ਸਾਨੂੰ ਇਜਾਜ਼ਤ ਦਿਓ। ਜੇ ਕਿਸੇ ਖਿਲਾਫ ਕੋਈ ਸ਼ਬਦ ਸਾਡੇ ਤੋਂ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਇਹ ਸਾਡਾ ਇੱਕ ਨਜ਼ਰੀਆ ਸੀਗਾ ਵੀ ਆਪਾਂ ਟਿੱਪਣੀਆਂ ਵੀ ਜਿਹੜਾ ਪੁਰਾਤਨ ਇਤਿਹਾਸ ਆ ਜੀ ਤੋਂ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ, ਕਿਸੇ ਨੂੰ ਪਤਾ ਹੀ ਨਹੀਂ। ਤੇ ਸ਼ਾਇਦ ਪ੍ਰੋਫੈਸਰ ਸਾਹਿਬ ਨੇ ਜਿਹੜੇ ਨਾਂ ਦੱਸੇ ਨੇ ਜਾਂ ਬੋਲੇ ਨੇ ਤਾਂ ਸੱਚ ਜਾਣਿਓ। ਅੱਜ ਮੇਰੀ ਵੀ 35-36 ਸਾਲ ਦੀ ਉਮਰ ਹੋ ਗਈ ਆ, ਮੈਂ ਇਤਿਹਾਸ ਪੜ੍ਹਿਆ ਜਿਹੜਾ ਸਕੂਲਾਂ 'ਚ ਪੜ੍ਹਾ ਲਿਆ ਜਾਂ ਹੁਣ ਮਾੜਾ ਮੋਟਾ ਪੜ੍ਹ ਲਈਦਾ, ਪਰ ਇੰਨਾ ਡੂੰਘਾਈ ਦੇ ਵਿੱਚ ਇਤਿਹਾਸ ਜਿਹੜਾ ਉਹ ਨਹੀਂ ਸੀ ਪੜ੍ਹਿਆ। ਇਸ ਕਰਕੇ ਸਾਡੇ ਜਿਹੜੇ ਬਜ਼ੁਰਗ ਨੇ ਇਹ ਸਾਡੇ ਕੋਲ ਇੱਕ ਜਿਉਂਦੀ ਜਾਂਦੀਆਂ ਇਤਿਹਾਸ ਨੇ, ਇਹਨਾਂ ਤੋਂ ਸਿੱਖੀਏ, ਇਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ। ਇਹਨਾਂ ਤੋਂ ਸੁਣੀਏ ਵੀ ਕਿਸ ਤਰ੍ਹਾਂ ਕੀ ਵਾਪਰਿਆ ਭਾਰਤ ਦੀ ਧਰਤੀ ਤੇ ਭਾਰਤ ਨਾਲ, ਤੇ ਹੁਣ ਇਹਨਾਂ ਦੀ ਦੂਰਅੰਦੇਸ਼ੀ ਤੋਂ ਸਮਝੀਏ ਵੀ ਅੱਗੇ ਭਾਰਤ ਜਿਹੜਾ ਆ ਰਿਹਾ ਉਹਦੇ ਵਿੱਚ ਕੀ ਹੋਣ ਵਾਲਾ, ਉਸ ਤੋਂ ਜਿਹੜਾ ਬੁਰਾ ਕੁਝ ਹੋਣ ਵਾਲਾ, ਕਿਵੇਂ ਆਪਣੇ ਆਪ ਨੂੰ ਬਚਾਇਆ ਜਾ ਸਕੇ, ਕਿਵੇਂ ਆਪਣਾ ਗੁਆਂਢ ਸੁਰੱਖਿਅਤ ਰੱਖਿਆ ਜਾ ਸਕੇ, ਕਿਵੇਂ ਆਪਣਾ ਜਿਹੜਾ ਆਪਾਂ ਕਸਬਾ, ਕਿਵੇਂ ਆਪਣਾ ਸੂਬਾ ਤੇ ਕਿਵੇਂ ਆਪਣਾ ਦੇਸ਼
ਸੁਰੱਖਿਅਤ ਰੱਖਿਆ ਜਾ ਸਕੇ। ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੋਗੇ। ਸਾਨੂੰ ਦਿਓ ਇਜਾਜ਼ਤ, ਮੈਨੂੰ ਤੇ ਪ੍ਰੋਫੈਸਰ ਦਵਿੰਦਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। Power of the people, by the people and for the people। ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਦਾ ਆਪਣਾ ਰਾਜ ਕਿਹਾ ਜਾਂਦਾ ਹੈ ਲੋਕਤੰਤਰ, ਜਿਸ ਵਿੱਚ ਸਭ ਤੋਂ ਵੱਡੀ ਤਾਕਤ ਲੋਕ ਮੰਨੇ ਜਾਂਦੇ ਹਨ। ਲੋਕ ਵੋਟਾਂ ਪਾ ਕੇ ਕਿਸੇ ਨੂੰ ਅਰਸ਼ ਤੇ ਨਾ ਪਾ ਕੇ ਕਿਸੇ ਨੂੰ ਫਰਸ਼ ਤੇ ਲਿਆਉਣ ਦੀ ਤਾਕਤ ਰੱਖਦੇ ਹਨ। ਕਿਸੇ ਵੀ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਲੋਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਵਿਸ਼ਾ ਬੇਸ਼ੱਕ ਸਿਆਸੀ, ਗੈਰ ਸਿਆਸੀ, ਸਮਾਜਿਕ, ਧਾਰਮਿਕ ਜਾਂ ਆਰਥਿਕ ਹੋਵੇ, ਲੋਕਾਂ ਦੇ ਮਨ ਦੀ ਗੱਲ ਸਿੱਧੀ ਲੋਕਾਂ ਦੁਆਰਾ ਜਾਣਨ ਲਈ ਟੀਵੀ ਨਜ਼ਰੀਆ ਵੱਲੋਂ ਪੇਸ਼ ਹੈ ਪ੍ਰੋਗਰਾਮ ਲੋਕ ਨਜ਼ਰੀਆ।